जिंदगी का सफर केटी ट्रकिंग नाल होएगा होर भी आसान। केटी ट्रकिंग कोल ने पक्के लोड ते सेट रूट्स, कैलिफोर्निया टू कैंसस, कैलिफोर्निया टू मसूरी, कैलिफोर्निया टू आर्कनसास, कैलिफोर्निया टू ओकलाहोमा। इन्ना ही नहीं, तुसी अपने हिसाब नाल स्केड्यूल बना सकते हो। इस दे नाल ही साडे प्राइस ने अनबीटेबल यानी सब तो वधिया रेट जो मार्केट च तुहानू किते नहीं मिलणगे। ते जे तुसी केटी ट्रकिंग नाल अपना करियर भी बनाना चाहते हो ਤਾਂ ਚਾਹੇ ਸੋਲੋ ਡਰਾਈਵਰ ਦੇ ਤੌਰ ਤੇ ਜਾਂ ਟੀਮ ਦੇ ਤੌਰ ਤੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। ਕੇਟੀ ਟਰਕਿੰਗ ਤੁਹਾਨੂੰ ਦੇਗਾ ਬੈਸਟ ਸੈਲਰੀਜ਼ ਤੇ ਸਮੇਂ ਸਿਰ ਛੁੱਟੀਆਂ ਵੀ। ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਕੁਲਵੰਤ ਸਿੰਘ ਸੁਨਰ ਤੇ ਮਨਦੀਪ ਸਿੰਘ ਬਿਲਗਾ ਨੂੰ। Where there is a will, there is a way, and where there is a way, there is Pandal Brothers। ਤੁਹਾਡਾ ਹਰ ਲੋਡ ਸਾਡੀ ਜ਼ਿੰਮੇਵਾਰੀ ਹੈ। 70 ਤੋਂ ਉੱਪਰ ਨਵੇਂ ਵੋਲਵੋ ਟਰੱਕਸ, ਕਸਟਮ ਆਰਡਰ ਰੈਫ੍ਰਿਜਰੇਟਡ ਟ੍ਰੇਲਰ, ਫਾਈਨ ਲੌਜਿਸਟਿਕਸ। ਟਾਰਗੇਟ ਇੱਕੋ ਕਿ ਤੁਹਾਡੇ ਅੱਗੇ ਸਾਡਾ ਬੈਸਟ ਕੈਰੀਅਰ ਦਾ ਦਰਜਾ, ਤੁਹਾਡਾ ਭਰੋਸਾ ਬਰਕਰਾਰ ਰਹੇ। ਸ਼ਿਪਮੈਂਟ ਵੱਡੀ ਹੋਵੇ ਜਾਂ ਛੋਟੀ, ਸਰਵਿਸਿਜ਼ ਵਿੱਚ ਕਿਸੇ ਕਮੀ ਦਾ ਸਵਾਲ ਹੀ ਨਹੀਂ। ਟੈਕਨੀਕ ਪੱਖੋਂ ਵੀ ਸਾਡਾ ਵਿਜ਼ਨ ਕਲੀਅਰ ਹੈ। ਤਾਂ ਹੀ ਟਰੱਕ ਟਰੈਕਿੰਗ ਸੌਫਟਵੇਅਰ, ਨਿਊ ਤੇ ਅਪਡੇਟਡ ਫਲੀਟ, ਸੇਫਟੀ ਲਈ CLD ਸੌਫਟਵੇਅਰ, ਇਹ ਸਭ ਮੁੱਖ ਹੈ ਕਿਉਂਕਿ ਇੱਥੇ ਗੱਲ ਵਿਸ਼ਵਾਸ ਦੀ ਹੈ। So for efficient transport services, contact Hollister, California's Pandal Brothers। रिलायबल मतलब भरोसेमंद ते भरोसेमंद मतलब रिलायबल टायर डिपो। रिलायबल टायर डिपो डील्स इन होलसेल ट्रक टायर्स इन कैलिफोर्निया। ते इस तो अलावा ट्रकों का ऑयल चेंज करवाना होवे, ब्रेक्स का काम करवाना होवे, सील्स का, AC का या फिर ट्रक का कोई होर काम करवाना होए, तुसी रिलायबल टायर डिपो ते अखा बंद करके विश्वास कर सकते हो। वी आर ऑल्सो ऑथराइज्ड डीलर ऑफ JK विक्रांत टायर्स। ते पक्का है कि प्राइस के मामले च असी बेस्ट हाँ। सो डू विजिट रिलायबल टायर डिपो 1601 साउथ यूनियन एवेन्यू, बेकर्सफील्ड, कैलिफोर्निया। ज्यादा जानकारी दे लई सुरजीत सिंह बाजवा ते इंद्रजीत सिंह गिल नू हेठ लिखे नंबरां ते संपर्क करो। 6613782373, 6613784622। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 8858। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਪ੍ਰੋਗਰਾਮ ਸਿੱਖਾਂ ਦੇ ਭਖ ਦੇ ਮਸਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ।
ਐਤਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਪਿਛਲੇ 2 ਹਫ਼ਤਿਆਂ ਤੋਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਐਤਵਾਰ ਨੂੰ ਕੋਈ ਵੀ ਗੈਸਟ ਨਾ ਲਿਆਂਦਾ ਜਾਵੇ ਅਤੇ ਆਪ ਹੀ ਮਿਲ ਜੁਲ ਕੇ ਸੰਗਤ ਦੇ ਨਾਲ ਪ੍ਰੋਗਰਾਮ ਕੀਤਾ ਜਾਵੇ, ਕਿਉਂਕਿ ਬਹੁਤ ਸਾਰੀ ਸੰਗਤ ਦੇ ਇਹ ਸਵਾਲ ਵੀ ਆਉਂਦੇ ਸੀ, ਸਾਨੂੰ ਫੋਨ ਵੀ ਆਉਂਦੇ ਸੀ ਕਿ ਅਸੀਂ ਜਦੋਂ ਕੋਈ ਗੈਸਟ ਆਉਂਦਾ ਆ ਅਸੀਂ ਵੀ ਗੱਲ ਕਰਨੀ ਚਾਹੁੰਦੇ ਹਾਂ, ਬਹੁਤ ਸਾਰਾ ਸਮਾਂ ਨਿਕਲ ਜਾਂਦਾ, ਫਿਰ ਸ਼ਬਦ ਵਿਚਾਰ 'ਚ ਨਿਕਲ ਜਾਂਦਾ, ਸਾਡੇ ਕੋਲ ਗੱਲ ਨਹੀਂ ਹੁੰਦੀ। ਸੋ ਐਤਵਾਰ ਦਾ ਪ੍ਰੋਗਰਾਮ ਆਪਾਂ ਸੰਗਤ ਵਾਸਤੇ ਰੱਖਿਆ। ਪਹਿਲੇ 15-20 ਮਿੰਟ ਟੌਪਿਕ ਜਿੱਥੋਂ ਆਪਾਂ ਸ਼ੁਰੂ ਕਰਨਾ ਉਹ ਕਰਕੇ ਉਸ ਤੋਂ ਬਾਅਦ ਸਾਡੀਆਂ ਕਾਲਾਂ ਖੁੱਲ੍ਹੀਆਂ ਹੋਇਆ ਕਰੂਗੀਆਂ ਐਤਵਾਰ ਨੂੰ। ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਤੁਸੀਂ ਖੁੱਲ੍ਹ ਕੇ ਆਪਣੇ ਵਿਚਾਰ ਜੋ ਚਾਹੋ ਉਹ ਰੱਖ ਸਕਦੇ ਹੋ। ਸੋ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਇਹ ਕਾਫੀ ਗੰਭੀਰ ਔਰ ਪਿਛਲੇ ਕਾਫੀ ਸਮੇਂ ਤੋਂ ਬਹੁਤ ਦੁਬਿਧਾ ਪਾਉਣ ਵਾਲਾ ਮਸਲਾ ਸਾਡੀ ਕੌਮ 'ਚ ਚੱਲ ਰਿਹਾ ਕਿ ਸਿੱਖ ਵਰਸਸ ਕਾਮਰੇਡ। ਖਾਸ ਕਰਕੇ 84 ਤੋਂ ਬਾਅਦ ਇਹ ਮਸਲਾ ਇੰਨਾ ਭਖਿਆ ਕਿ ਇਸ ਮਸਲੇ ਕਰਕੇ ਬਹੁਤ ਸਾਰੀਆਂ ਜਾਨਾਂ ਵੀ ਗਈਆਂ, ਬਹੁਤ ਸਾਰੇ ਸਿੱਖਾਂ ਦੀਆਂ ਜਾਨਾਂ ਵੀ ਗਈਆਂ ਅਤੇ ਬਹੁਤ ਸਾਰੇ ਸੋ ਕਾਲਡ ਕਾਮਰੇਡਾਂ ਦੀਆਂ ਜਾਨਾਂ ਵੀ ਗਈਆਂ। ਅੱਜ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੱਚਾ ਸਿੱਖ ਕੌਣ ਹੁੰਦਾ ਆ ਅਤੇ ਸੱਚਾ ਕਾਮਰੇਡ ਕੌਣ ਹੁੰਦਾ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਈ। ਸਿੱਖਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਘੁਸਪੈਠ ਹੋ ਚੁੱਕੀ ਆ ਅਤੇ ਕਾਮਰੇਡਾਂ ਵਿੱਚ ਵੀ ਬਹੁਤ ਜ਼ਿਆਦਾ ਘੁਸਪੈਠ ਹੋ ਚੁੱਕੀ ਆ। ਨਾ ਸਾਰੇ ਕਾਮਰੇਡ ਚੰਗੇ ਆ ਅਤੇ ਨਾ ਸਾਰੇ ਸਿੱਖ ਚੰਗੇ ਆ, ਅਤੇ ਨਾ ਸਾਰੇ ਕਾਮਰੇਡ ਮਾੜੇ ਆ ਅਤੇ ਨਾ ਹੀ ਸਾਰੇ ਸਿੱਖ ਮਾੜੇ ਆ। ਸੋ ਅੱਜ ਆਪਾਂ ਨਿਚੋੜ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਚੰਗਾ ਸਿੱਖ ਇੱਕ ਚੰਗਾ ਕਾਮਰੇਡ ਵੀ ਹੋ ਸਕਦਾ, ਜਾਂ ਕੀ ਇੱਕ ਚੰਗਾ ਕਾਮਰੇਡ ਇੱਕ ਚੰਗਾ ਸਿੱਖ ਵੀ ਬਣ ਸਕਦਾ। ਕੁਛ ਐਗਜ਼ੈਂਪਲਾਂ ਲੈ ਕੇ ਇਤਿਹਾਸ ਦੇ ਵਿੱਚੋਂ, ਕੁਛ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚੋਂ ਐਗਜ਼ੈਂਪਲਾਂ ਲੈ ਕੇ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਕਿ ਇਹ ਰੌਲਾ ਹੈ ਕੀ ਆ। ਕਿਉਂਕਿ ਜਿਹੜੀ ਕਾਮਰੇਡੀ ਵਿਚਾਰਧਾਰਾ ਸੀ ਇਹ ਇੱਕ ਸਿਆਸਤ ਦੀ ਵਿਚਾਰਧਾਰਾ ਸੀ, ਪੋਲੀਟੀਕਲ ਪਾਰਟੀ ਸੀ ਜਿਹਨੂੰ ਅਸੀਂ ਧਰਮ ਦੇ ਵਿੱਚ ਰਲਗੱਡ ਕਰ ਰਹੇ ਹਾਂ। ਉਹ ਕਿਉਂ ਹੋ ਰਹੀ ਹੈ? ਕਿਉਂਕਿ ਉਹਨਾਂ ਦਾ ਬੇਸ ਨਾਸਤਿਕਤਾ 'ਤੇ ਖੜਾ ਸੀਗਾ। ਪਰ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਕਾਮਰੇਡ ਜਾਂ ਲੋਕਾਂ ਦੇ ਗਰੀਬ ਵਾਸਤੇ ਖੜੇ ਹੋਣ ਵਾਲੇ ਬੰਦੇ ਆ, ਉਹ ਸਾਡੇ ਨਾਲ ਵੀ ਵੱਧ ਰੱਬ 'ਚ ਵਿਸ਼ਵਾਸ ਕਰਨ ਵਾਲੇ ਵੀ ਹੈਗੇ ਆ। ਅਤੇ ਜਾਂ ਆਪਾਂ ਸਿੱਖਾਂ ਦੀ ਗੱਲ ਕਰੀਏ, ਬਹੁਤ ਸਾਰੇ ਸਿੱਖ ਅੱਜ ਇਹ ਆ ਜਿਹਨਾਂ ਨੂੰ ਅਸੀਂ ਬੜੇ ਵੱਡੇ ਸਿੱਖ ਕਹਿੰਦੇ ਆ, ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ, ਰੱਬ ਦਾ ਕੋਈ ਵਜੂਦ ਹੀ ਨਹੀਂ ਆ। ਜਾਂ ਰੱਬ ਦੀ ਡੈਫੀਨੇਸ਼ਨ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਪਹਿਲੇ ਦਿਨ ਤੋਂ ਹੀ ਜਿਹੜਾ ਮੁਸਲਮਾਨ ਜਾਂ ਹਿੰਦੂ ਵਾਲਾ ਰੱਬ ਸੀਗਾ ਉਹ ਰੱਦ ਕਰਤੀ, ਪੁਜਾਰੀ ਵਾਲਾ ਰੱਬ ਉੱਥੇ ਰੱਦ ਕਰਤਾ ਇੱਕ ਓਂਕਾਰ ਕਹਿ ਕੇ। ਸੋ ਆਪਾਂ ਕੋਸ਼ਿਸ਼ ਕਰਾਂਗੇ ਲੱਭਣ ਦੀ। ਅਸੀਂ ਕਦੇ ਵੀ ਗਰੰਟੀ ਨਹੀਂ ਕਰਦੇ ਵੀ ਜੋ ਅਸੀਂ ਕਹਿੰਦੇ ਹਾਂ ਉਹ ਸਹੀ ਆ, ਪਰ ਰਲ ਮਿਲ ਕੇ ਜਦੋਂ ਆਪਾਂ ਕੋਸ਼ਿਸ਼ ਕਰਦੇ ਹਾਂ ਤਾਂ ਕੁਛ ਨਾ ਕੁਛ ਉਹਦੇ ਵਿੱਚੋਂ ਨਿਕਲਦਾ ਜ਼ਰੂਰ ਹੈ। ਹਾਂਜੀ ਜਗਮੋਹਨ ਸਿੰਘ ਜੀ। ਬਿਲਕੁਲ ਜੀ, ਜੀ ਆਇਆਂ ਜਿਹੜੇ ਦਰਸ਼ਕ ਸਾਨੂੰ ਗੁਰਮਤਿ ਟੀਵੀ, ਦੇਸੀ ਚੈਨਲ, ਪਿਓਰ ਪੰਜਾਬੀ ਟੀਵੀ, ਸਾਂਝੀ ਸੋਚ ਟੀਵੀ 'ਤੇ ਲਾਈਵ ਦੇਖ ਰਹੇ ਆ, ਜਿਹੜੇ ਸਾਨੂੰ SDVM YouTube ਚੈਨਲ 'ਤੇ ਲਾਈਵ ਦੇਖ ਰਹੇ ਆ, ਜਿਹੜੇ ਗੁਰਮਤਿ ਟੀਵੀ ਅਤੇ ਸੱਚ ਦੀ ਖੋਜ ਪੇਜ 'ਤੇ ਲਾਈਵ ਦੇਖ ਰਹੇ, ਜਿਹੜੇ ਦੇਸੀ ਚੈਨਲ ਪੇਜ 'ਤੇ ਲਾਈਵ ਦੇਖ ਰਹੇ। ਜੇ ਕਿਸੇ ਵੀਰ ਨੇ ਕਮੈਂਟ ਕਰਨਾ ਹੋਵੇ ਤਾਂ ਉਹਦਾ ਅਸੀਂ ਰਿਪਲਾਈ ਜਿਹੜਾ ਗੁਰਮਤਿ ਟੀਵੀ ਵਾਲਾ ਲਾਈਵ ਪੇਜ ਆ ਉਹਦੇ ਉੱਪਰ ਦੇ ਸਕਦੇ ਹਾਂ। ਸੋ ਗੱਲ ਬੜੀ ਇੰਟਰਸਟਿੰਗ ਕੀਤੀ ਆ ਭਾਜੀ ਨੇ ਅੱਜ ਵੀ ਸਿੱਖਣ ਦੀ। ਸਿੱਖ ਮਤਲਬ ਕਿ ਜਿਹਨੇ ਸਿੱਖਣਾ ਹੋਵੇ ਜ਼ਿੰਦਗੀ 'ਚ, ਕੁਛ ਲਰਨ ਕਰਨਾ ਹੋਵੇ, ਸੁਧਾਰ ਕਰਨਾ ਹੋਵੇ। ਕਿਉਂਕਿ ਆਪਾਂ ਜਦੋਂ ਬੱਚੇ ਨੂੰ ਸਕੂਲ ਪਾਉਂਦੇ ਹਾਂ ਉਹਨੂੰ ਆਪਾਂ ਸਿੱਖਣ ਭੇਜਦੇ ਹਾਂ, ਅਤੇ ਸਿੱਖਣ ਦਾ ਮਤਲਬ ਕੀ ਆ ਵੀ ਆਪਣੇ ਜੀਵਨ ਦੇ ਵਿੱਚ ਸੁਧਾਰ ਕਰਨਾ, ਕੋਈ ਜੀਵਨ ਨੂੰ ਉੱਚੇ ਪੱਧਰ 'ਤੇ ਲੈ ਕੇ ਜਾਣਾ। ਸੋ ਗੁਰੂ ਨਾਨਕ ਪਾਤਸ਼ਾਹ ਨੇ ਉਸ ਟਾਈਮ ਸਾਨੂੰ ਜਪ ਬਾਣੀ ਲਿਖ ਕੇ ਦਿੱਤੀ ਵੀ ਇਹ ਪੜ੍ਹ ਕੇ ਤੁਸੀਂ ਆਪਣਾ ਜੀਵਨ ਜਿਹੜਾ ਆ ਉਹ ਉੱਚੇ ਪੱਧਰ 'ਤੇ ਲੈ ਸਕਦੇ ਹੋ, ਲੈ ਕੇ ਜਾ ਸਕਦੇ ਹੋ। ਤੁਹਾਡਾ ਮਾਨਸਿਕ ਜਿਹੜਾ ਸੰਤੁਲਨ ਆ ਉਹ ਵਧੀਆ ਰਹਿ ਸਕਦਾ, ਮਾਨਸਿਕ ਤੌਰ 'ਤੇ ਆਜ਼ਾਦ ਹੋ ਸਕਦੇ ਹੋ। ਉਸ ਟਾਈਮ ਜਿਹੜੀ ਵਿਪਰ ਦੀ ਸੋਚ ਆ, ਵਿਪਰ ਦੀ ਸੋਚ ਅਤੇ ਜਿਹੜੀ ਮੌਲਾਣਿਆਂ ਦੀ ਸੋਚ ਸੀ, ਮੌਲਵੀਆਂ ਦੀ, ਉਹਨੂੰ ਨਕਾਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਹੁਣਾਂ ਨੇ ਜਦੋਂ ਬਾਣੀ ਕੰਪਾਈਲ ਕੀਤੀ, ਉਹਨਾਂ ਨੇ ਕਿਹਾ ਹਿੰਦੂ ਮੁੱਲਾ ਜੋ ਲਿਖ ਦਿਆ ਛੋੜ ਚਲੇ ਹਮ ਕਛੂ ਨਾ ਲਿਆ। ਇਹ ਕਛੂ ਦਾ ਲਿਆ ਦਾ ਮਤਲਬ ਇੱਥੇ ਇਹੀ ਆ ਵੀ ਜਿਹੜੇ ਕਰਮਕਾਂਡ, ਪਖੰਡ ਇਨਸਾਨੀਅਤ ਤੋਂ ਉੱਪਰ ਹੋ ਗਏ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਧਰਮ ਹੈ ਫਰਜ਼ਾਂ ਦੀ ਪਛਾਣ, ਬਿਨ ਗੁਣ ਕੀਤੇ ਭਗਤ ਨਾ ਹੋਈ। ਜੇ ਗੁਣ ਨਹੀਂ ਆਪਣੇ ਵਿੱਚ, ਆਪਾਂ ਚੰਗੇ ਇਨਸਾਨ ਨਹੀਂ ਹਾਂ।
ਤੇ ਆਪਾਂ ਇਨਸਾਨੀਅਤ ਦਾ ਲੈਵਲ ਜਾਂ ਧਰਮ ਦਾ ਲੈਵਲ ਜੋ ਮਰਜ਼ੀ ਲਾਈ ਫਿਰੀਏ, ਦੇਖਣ ਵਾਲਾ ਉਸੇ ਵੇਲੇ ਹੀ ਗੱਲਬਾਤ ਕਰਕੇ ਆਪਾਂ ਨੂੰ ਦੱਸ ਦਿੰਦਾ ਆ ਵੀ ਇਹਨਾਂ ਦੇ ਵਿੱਚ ਜਿਹੜਾ ਆ ਕੋਈ ਇਨਸਾਨੀਅਤ ਨਾਮ ਦੀ ਚੀਜ਼ ਨਹੀਂ ਆ, ਇਹ ਨਿਰਦਈ ਲੋਕ ਆ। ਕਿਉਂਕਿ ਧਰਮ ਜਿਹੜਾ ਆ, ਜਿੱਥੇ ਧਰਮ ਆਪਾਂ ਕਹਿੰਦੇ ਫਰਜ਼ਾਂ ਦੀ ਪਹਿਚਾਣ, ਧਰਮ ਆਪਾਂ ਕੀ ਕਹਿੰਦੇ ਆ, ਫਰਜ਼ਾਂ ਦੀ ਪਹਿਚਾਣ, ਬਾਰ-ਬਾਰ ਪ੍ਰੋਗਰਾਮ 'ਚ ਰਿਪੀਟ ਕਰਦੇ ਆ। ਜੇ ਤੁਸੀਂ ਆਪਣਾ ਫਰਜ਼ਾਂ ਦੀ ਪਹਿਚਾਣ ਨਿਭਾ ਰਹੇ ਹੋ ਤਾਂ ਤੁਸੀਂ ਧਰਮ ਨਿਭਾ ਰਹੇ ਹੋ। ਜਿਹੜਾ ਬੰਦਾ ਧਰਮ ਨਿਭਾ ਰਿਹਾ ਹੁੰਦਾ ਆ, ਜਦੋਂ ਉਹਦੇ ਵਿੱਚ ਦਇਆ ਆ, ਖਿਮਾ ਆ, ਉਹ ਅਸਲੀ ਧਾਰਮਿਕ ਬੰਦਾ ਆ ਤੇ ਉਹਦੇ ਵਿੱਚ ਆਟੋਮੈਟਿਕ ਹੀ ਜਿਹੜੇ ਗੁਣ ਆ ਉਹ ਗੁਰੂ ਨਾਨਕ ਪਾਤਸ਼ਾਹ ਦੇ ਆਉਣੇ ਆ। ਸੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ, ਸਾਡਾ ਜਿਹੜਾ ਕੈਲੰਡਰ ਆ ਇਹ ਵਿਪਰੀ ਰੀਤ ਦੇ ਖਿਲਾਫ ਹੈ। ਵਿਪਰ ਕਦੀ ਖਿੱਚ ਕੇ ਆਪਣੀ ਦੀਵਾਲੀ ਧੂ ਕੇ ਸਾਡੇ 84 ਦੇ ਦਿਨਾਂ ਤੇ ਲਿਆਉਂਦਾ ਆ, ਕਦੀ ਉਹਨੂੰ ਵਾਪਸ ਕਿਤੇ ਹੋਰ ਲੈ ਜਾਂਦਾ ਆ। ਸੋ ਇਸੇ ਲਈ ਸਾਡਾ ਚੈਨਲ ਜਿਹੜਾ ਆ ਇਹ ਇੱਕ ਪੰਥ, ਇੱਕ ਗ੍ਰੰਥ, ਇੱਕ ਮੂਲ ਨਾਨਕ ਸ਼ਾਹੀ ਕੈਲੰਡਰ ਜਿਹੜਾ ਵਿਪਰ ਦੀਆਂ ਰੀਤਾਂ ਨੂੰ ਮਾਤ ਪਾਉਂਦਾ ਆ, ਜਿਹੜਾ ਵਿਪਰ ਦੇ ਦੱਸੇ ਹੋਏ ਮਾਰਗ, ਕਿ ਵਿਪਰ ਸਾਨੂੰ ਦੱਸੂਗਾ ਵੀ ਧਰਤੀ ਸੁੱਤੀ ਆ ਜਾਂ ਜਾਗਦੀ ਫੇਰ ਬੋਣੀ ਆ। ਵਿਪਰ ਸਾਨੂੰ ਦੱਸੇ ਕਿ ਗੁਰੂ ਨਾਨਕ ਪਾਤਸ਼ਾਹ ਜਿਹਨੇ ਵਿਪਰਨ ਦੀ ਰੀਤ ਨੂੰ ਚੋਟ ਮਾਰੀ, ਉਸ ਗੁਰੂ ਨਾਨਕ ਪਾਤਸ਼ਾਹ ਜਿਹੜਾ ਜਨਮ ਦਿਨ ਆ, ਉਹ ਵਿਪਰ ਸਾਨੂੰ ਦੱਸੇ ਵੀ ਤੁਹਾਡੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਕਦੋਂ ਆਉਣਾ, ਤੁਹਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਕਦੋਂ ਆਉਣਾ। ਉਹ ਇਸ ਕਰਕੇ ਅਸੀਂ ਇਹ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਆ ਇਹ ਪਾਲ ਸਿੰਘ ਪੁਰੇਵਾਲ ਨੇ ਬਣਾਇਆ, ਜਿਹਦੇ ਵਿੱਚ 1 ਵਿਸਾਖ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ ਆਉਂਦਾ। 1 ਵਿਸਾਖ ਨੂੰ ਹੀ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਾਜਨਾ ਕੀਤੀ, ਕਿਉਂਕਿ ਪਹਿਲੇ ਪਾਤਸ਼ਾਹ ਦਾ ਉਸ ਦਿਨ ਜਨਮ ਦਿਨ ਸੀ। 23 ਪੋਹ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਬਰਥਡੇ ਆਉਂਦਾ। ਸਾਨੂੰ ਮੂੰਹ ਜਵਾਨੀ ਯਾਦ ਹੋ ਗਿਆ ਆ, ਪਿਛਲੇ 8 ਸਾਲਾਂ ਤੋਂ ਇਹ ਗੱਲ ਕਰਦੇ ਆ ਰਹੇ ਆ ਵੀ 23 ਜਨਵਰੀ 23 ਪੋਹ 5 ਜਨਵਰੀ ਪੱਕਾ। ਸੋ ਪਹਿਲਾਂ ਤਾਂ ਆਪਾਂ ਸਾਰੇ ਆਪਣੇ ਜਿੰਨੇ ਵੀ ਭੈਣ ਭਰਾ ਸਰੋਤੇ ਦਰਸ਼ਕ ਸਾਨੂੰ ਦੇਖ ਰਹੇ ਆ, ਉਹਨਾਂ ਨਾਲ ਫਤਿਹ ਸਾਂਝੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਬਰਿੰਦਰ ਸਿੰਘ ਜੀ, ਆਪਣੀਆਂ ਤਾਂ ਆਪਸ ਵਿੱਚ ਗੱਲਾਂ ਹੁੰਦੀਆਂ ਰਹਿੰਦੀਆਂ। ਸਿੱਖੀ ਦੇ ਅਸੂਲ ਆਪਾਂ ਆਪਣੇ ਭਰਾਵਾਂ ਤੋਂ, ਹੋਰ ਜਿਹੜੇ ਆਪਣੇ ਯਾਰ ਮਿੱਤਰ ਆ ਫੋਨ ਕਰਦੇ ਆ, ਜਿਹੜੇ ਸਿੱਖੀ ਦੀ ਸੋਝੀ ਰੱਖਦੇ ਆ ਉਹ ਫੋਨ ਕਰਦੇ ਆ, ਉਹਨਾਂ ਨਾਲ ਵੀ ਸਲਾਹ ਮਸ਼ਵਰਾ ਹੁੰਦਾ ਰਹਿੰਦਾ ਆ। ਕੁਛ ਨਾ ਕੁਛ ਹਰ ਭੈਣ ਭਰਾ ਤੋਂ ਸਿੱਖਣ ਨੂੰ ਮਿਲਦਾ। ਜਦ ਦਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਆ, ਚਾਹੇ ਕੋਈ ਵੀ ਵੀਰ ਸਾਨੂੰ ਕਾਲ ਕਰਦਾ ਆ, ਉਹ ਕੋਈ ਨਾ ਕੋਈ ਸਾਨੂੰ ਇੱਦਾਂ ਦੀ ਗੱਲ ਦੱਸ ਕੇ ਜਾਂਦਾ ਆ ਜਿਹੜੀ ਅਸੀਂ ਕਦੀ ਸਿੱਖੀ ਨਹੀਂ ਹੁੰਦੀ ਜ਼ਿੰਦਗੀ 'ਚ, ਪਹਿਲੀ ਵਾਰ ਉਸ ਐਂਗਲ ਤੋਂ ਦੇਖਿਆ ਜਾਂ ਸੋਚਿਆ ਹੁੰਦਾ ਆ। ਸੋ ਅੱਜ ਵਿਸ਼ਾ ਤੁਸੀਂ ਲੈ ਕੇ ਆਂਦਾ ਕਾਮਰੇਡ ਵਰਸਸ ਸਿੱਖ, ਕਿਉਂਕਿ ਇਹ ਵਿਸ਼ਾ ਇੰਨਾ ਬਾਹਰ ਇਹਨੂੰ ਭੜਕਾਇਆ ਗਿਆ, ਇੰਨਾ ਨਫ਼ਰਤ ਇਹਦੇ ਵਿੱਚ ਫੈਲਾਈ ਗਈ, ਕਿਉਂਕਿ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਕਹਿੰਦੇ ਦਗਮਜੇ ਪਿੱਟਦੇ ਆ ਕਿ ਮੈਂ ਗੁਰਬਾਣੀ 10 ਵਾਰ ਪੜ੍ਹੀ ਆ, ਮੈਂ ਸਹਿਜ ਪਾਠ 20 ਵਾਰ ਕੀਤਾ ਆ, ਮੈਂ ਗੁਰਬਾਣੀ ਪਿਛਲੇ 30 ਸਾਲਾਂ ਤੋਂ ਪੜ੍ਹਦਾ ਰਿਹਾ ਅਰਥਾਂ ਸਮੇਤ, ਪਰ ਉਹਨਾਂ ਦੇ ਅੰਦਰ ਦੀ ਨਫ਼ਰਤ ਉਹਨਾਂ ਦੇ ਲੇਖਾਂ ਵਿੱਚ ਝਲਕ ਜਾਂਦੀ ਆ ਜਦੋਂ ਉਹ ਲੇਖ ਲਿਖਦੇ ਆ ਵੀ ਫਲਾਨਾ ਕਾਮਰੇਟ, ਫਲਾਨਾ ਇੱਦਾਂ। ਸੋ ਇਸ ਕਰਕੇ ਬਹੁਤ ਵਧੀਆ ਸੀ ਅੱਜ ਦਾ ਵਿਸ਼ਾ। ਸੋ ਪਹਿਲਾ ਸਵਾਲ ਜਿਹੜਾ ਮੇਰਾ ਤੁਹਾਨੂੰ ਇਹੀ ਆ ਵੀ ਆਪਾਂ ਦਰਸ਼ਕਾਂ ਨੂੰ ਇਹ ਤਾਂ ਦੱਸੀਏ ਵੀ ਸਿੱਖ ਕੌਣ ਹੁੰਦਾ ਤੇ ਕਾਮਰੇਡ ਕੀ ਹੁੰਦਾ ਹੈ, ਵੀ ਸਿੱਖ ਕੀ ਆ ਤੇ ਕਾਮਰੇਡ ਕੀ ਆ। ਇੱਥੋਂ ਸ਼ੁਰੂਆਤ ਕਰੋ ਵੀਰ ਬਿੰਦਰ ਸਿੰਘ ਜੀ, ਧੰਨਵਾਦ। ਬਿਲਕੁਲ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਸਿੱਖ ਕੌਣ ਆ, ਇਹ ਇੱਕ ਬਹੁਤ ਵਧੀਆ ਤੇ ਇੱਕ ਜ਼ਰੂਰੀ ਸਵਾਲ ਹੈ, ਕਿਉਂਕਿ ਅੱਜ ਹੋਇਆ ਕੀ ਆ ਕਿ ਅਸੀਂ ਸਿੱਖ ਦੇ ਘਰ ਜਨਮ ਲੈਣ ਵਾਲੇ ਬੱਚੇ ਨੂੰ ਸਿੱਖ ਸਮਝਦੇ ਆ। ਅਸੀਂ ਗਰੰਟਡ ਲੈ ਲਿਆ ਸਿੱਖੀ ਨੂੰ, ਇਹ ਗਰੰਟਡ ਆ ਜਿਹੜਾ ਉਹਦੇ ਘਰ ਜੰਮਿਆ। ਫਿਰ ਉਸ ਹਿਸਾਬ ਨਾਲ ਤਾਂ ਸ਼੍ਰੀ ਚੰਦ, ਲక్ష్ਮੀ ਚੰਦ, ਪ੍ਰਿਥੀ ਚੰਦ, ਰਾਮ ਰਾਏ, ਧੀਰਮਲ, ਉਹ ਸਾਰੇ ਸਿੱਖ ਸੀਗੇ। ਉਹਨਾਂ ਨੂੰ ਕਿਉਂ ਬਾਹਰ ਕੱਢਿਆ ਗੁਰੂ ਸਾਹਿਬ ਨੇ? ਉਹ ਤਾਂ ਉਹਨਾਂ ਦੇ ਖੁਦ ਦੇ ਬੱਚੇ ਸੀਗੇ। ਜੇ ਸਿੱਖ ਦੇ ਘਰ ਜਨਮ ਲੈਣ ਵਾਲਾ ਹੀ ਸਿੱਖ ਆ, ਫਿਰ ਤਾਂ ਆਪਾਂ ਉਹ ਸਾਰਿਆਂ ਨੂੰ ਸਿੱਖ ਮੰਨ ਲਈਏ ਨਾ ਵੀ ਉਹ ਸਰੀਰ ਦੇ ਉੱਤੇ ਸੁਆਹ ਮਲ ਕੇ ਸ਼੍ਰੀ ਚੰਦ ਬੈਠਾ ਆ, ਉੱਥੇ ਚੌਂਕੜਾ ਮਾਰ ਕੇ ਲਗੋਟ ਪਾ ਕੇ, ਤੇ ਉਹ ਸਿੱਖੀ ਆ ਕਲੀਨ ਸ਼ੇਵਨ ਹੋ ਕੇ। ਫਿਰ ਆਪਾਂ ਮੰਨ ਲਈਏ ਇਹ ਗੱਲ? ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਕਿਉਂਕਿ ਸਿੱਖੀ ਸੋਚ ਦਾ ਨਾਮ ਹੈ, ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦਾ ਨਾਮ। ਆਪਾਂ ਪਹਿਲਾਂ ਸਿੱਖ ਰਹਿਤ ਮਰਿਆਦਾ, ਕਿਉਂਕਿ ਉਹ ਇੱਕ ਸਾਡਾ ਪੰਥਕ ਡਾਕੂਮੈਂਟ ਆ, ਉਹਦੇ ਵਿੱਚੋਂ ਸਿੱਖ ਦੀ ਡੈਫੀਨੇਸ਼ਨ ਲੈਂਦੇ ਹਾਂ
ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਿੱਖ ਕੌਣ ਆ। ਫਿਰ ਆਪਾਂ ਗੱਲ ਕਰਾਂਗੇ ਕਾਮਰੇਡ। ਸਿੱਖ ਦੀ ਤਾਰੀਫ ਜਿਹੜੀ ਸਿੱਖ ਰਹਿਤ ਮਰਿਆਦਾ 'ਚ ਲਿਖੀ ਹੋਈ ਆ, ਉਹ ਕਹਿੰਦੇ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਹੁਣ ਬੜੀ ਸਿੰਪਲ ਜੀ ਡੈਫੀਨੇਸ਼ਨ ਹੈ, ਇਹਦੇ ਵਿੱਚੋਂ ਕਈ ਸਵਾਲ ਨਿਕਲ ਆਉਂਦੇ ਆ। ਉਹਨਾਂ ਨੇ ਸਿੰਪਲ ਡੈਫੀਨੇਸ਼ਨ ਤੁਹਾਨੂੰ ਦੇ ਦਿੱਤੀ, ਕਈ ਇਹਨੂੰ ਗਲਤ ਤੌਰ ਤੇ ਵੀ ਯੂਜ਼ ਕਰਦੇ ਆ। ਦੇਖੋ ਜੀ ਇੱਥੇ 10 ਗੁਰੂ ਸਾਹਿਬਾਨ ਦੀ ਬਾਣੀ ਕਿਹਾ ਆ, ਦਸਮ ਗ੍ਰੰਥ ਨੂੰ ਵੀ ਮੰਨੋ ਜੀ। ਸੋ ਇਹਦੇ 'ਚੋਂ ਬਹੁਤ ਕੁਛ, ਕਿਉਂਕਿ ਕੁਛ ਵੀ ਸਪਸ਼ਟ ਨਹੀਂ ਹੈ ਇਹਦੇ ਵਿੱਚ। ਹੁਣ ਆਪਾਂ ਨੂੰ ਆਪਣੇ ਕੋਲ ਇੱਕ ਡਾਕੂਮੈਂਟ ਆ ਜਿਹੜਾ ਕੋਈ ਝੁਠਲਾ ਨਹੀਂ ਸਕਦਾ, ਉਹ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਗ੍ਰੰਥ ਸਾਹਿਬ ਜੀ, ਗੁਰੂ ਅਮਰਦਾਸ ਪਾਤਸ਼ਾਹ ਨੇ ਬੜੀ ਵਧੀਆ ਡੈਫੀਨੇਸ਼ਨ ਸਿੱਖ ਦੀ ਦਿੱਤੀ ਆ, ਔਰ ਗੁਰੂ ਨਾਨਕ ਪਾਤਸ਼ਾਹ ਨੇ ਬਾਰ-ਬਾਰ ਉਹ ਡੈਫੀਨੇਸ਼ਨ ਦਿੱਤੀ ਆ, ਉਹਦੇ ਤੋਂ ਹੀ ਉਹਨਾਂ ਨੇ ਖੋਲ੍ਹ ਕੇ ਹੋਰ ਕਲੀਅਰ ਕੀਤਾ। ਦੂਸਰੀ ਗੱਲ, ਜਿਹੜੇ ਆ ਪਿੱਛੇ 2 ਸ਼ਬਦ ਲੱਗੇ ਆ, ਇੱਕ ਮੇਰੇ ਪਿੱਛੇ ਲੱਗਿਆ ਤੇ ਇੱਕ ਤੁਹਾਡੇ ਪਿੱਛੇ ਲੱਗਿਆ, ਇਹ 2 ਸ਼ਬਦਾਂ ਦੇ ਉੱਤੇ ਜਿਹੜਾ ਚੱਲਦਾ ਉਹ ਸਿੱਖ ਆ। ਹੁਣ ਜੇ ਤੁਸੀਂ ਦੂਜੇ ਦਾ ਬੁਰਾ ਹੀ ਸੋਚਣਾ, ਹਰ ਵੇਲੇ ਬੁਰਾ ਅੰਦਰ ਰੱਖ ਕੇ ਤੇ ਉਹਦੇ ਉੱਤੇ ਲਿਖਣਾ, ਕੋਈ ਆਰਟੀਕਲ ਲਿਖਣਾ ਜਾਂ ਪਹਿਲਾਂ ਕਾਮੈਂਟ ਹੀ ਇੰਨੀ ਭੱਦੀ ਸ਼ਬਦਾਵਲੀ 'ਚ ਕਰਨਾ, ਤੁਹਾਡੇ ਅੰਦਰ ਉਹਦੇ ਵਾਸਤੇ ਜਿਹੜੀ ਘਿਰਨਾ ਆ ਉਹ ਸਾਫ਼ ਦਿਖ ਰਹੀ ਆ, ਤਾਂ ਤੁਸੀਂ ਸਿੱਖ ਨਹੀਂ ਹੋ ਸਕਦੇ। ਕਿਉਂਕਿ ਗੁਰੂ ਸਾਹਿਬ ਕਹਿ ਰਹੇ, ਮੈਂ ਨਹੀਂ ਕਹਿ ਰਿਹਾ, ਉਹਨੂੰ ਫਿਰ ਆਤਮਿਕ ਦੁੱਖ ਲੱਗਣਾ ਹੀ ਲੱਗਣਾ। ਤੇ ਸਿੱਖੀ ਕੀ ਆ? ਸਿੱਖੀ ਸਿੱਖਿਆ ਗੁਰ ਵਿਚਾਰ। ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਹੈ, ਗੁਰੂ ਦੀ ਵਿਚਾਰ ਨੂੰ ਅਪਣਾਉਣਾ ਸਿੱਖੀ ਆ। ਹੁਣ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਪੁੱਛਦੇ ਹੋ, ਕਹਿੰਦੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਏ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਉਹ ਸਿੱਖਿਆ। ਬਹੁਤ ਸਿੰਪਲ ਜੀ ਡੈਫੀਨੇਸ਼ਨ ਆ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਪੌੜੀ ਦੇ ਵਿੱਚ ਹੀ ਗੱਲ ਕਲੀਅਰ ਕਰਤੀ, ਕਹਿੰਦੇ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਸਿੱਖ ਦੀ ਡੈਫੀਨੇਸ਼ਨ ਹੈ, ਹੁਕਮ ਦੇ ਵਿੱਚ ਚੱਲਣ ਵਾਲਾ। ਹੁਣ ਜਿਹੜਾ ਬੰਦਾ ਹੁਕਮ ਦੇ ਵਿੱਚ ਚੱਲਦਾ ਆ, ਉਹ ਕਿਸੇ ਦਾ ਬੁਰਾ ਕਿਵੇਂ ਸੋਚੂਗਾ? ਸੋਚ ਹੀ ਨਹੀਂ ਸਕਦਾ, ਕਿਉਂਕਿ ਉਹ ਤਾਂ ਖੁਦ ਸੋਚ ਰਿਹਾ ਨਾ ਉਹਦੇ ਬਾਰੇ ਬੁਰਾ। ਸਿੱਖੀ ਦੇ ਵਿੱਚ ਵੈਰ ਵਿਰੋਧ ਦੀ ਕੋਈ ਜਗ੍ਹਾ ਨਹੀਂ ਆ, ਨਾ ਕੋ ਬੈਰੀ ਨਾ ਹੀ ਬਿਗਾਨਾ ਦਾ ਸਿਧਾਂਤ ਆ ਸਿੱਖੀ ਦੇ ਵਿੱਚ। ਤੇ ਜੇ ਤੁਹਾਡੇ ਅੰਦਰ ਕਿਸੇ ਵਾਸਤੇ ਇਹ ਭਰਿਆ ਹੋਇਆ ਵੀ ਇਹ ਕਾਮਰੇਡ, ਇਹ ਫਲਾਣਾ, ਇਹ ਟਮਕਾਣਾ, ਤੁਸੀਂ ਸਿੱਖ ਨਹੀਂ ਹੋ ਸਕਦੇ। ਹੁਣ ਸਿੱਖੀ ਦੇ ਵਿੱਚ ਇੰਨੀਆਂ ਜ਼ਿਆਦਾ ਜਮਾਤਾਂ ਪੈਦਾ ਹੋ ਗਈਆਂ ਵੀ ਸਾਨੂੰ ਖੁਦ ਨੂੰ ਸਮਝ ਨਹੀਂ ਆ ਰਹੀ। ਅਸੀਂ ਬਾਹਰਲਾ ਰੂਪ ਦੇਖ ਕੇ ਜੇ ਸਿੱਖੀ ਕਹਿੰਦੇ ਆ ਵੀ ਕੇਸਾਂ ਵਾਲਾ ਸਿੱਖਿਆ ਜਿਹਨੇ ਰੱਖੇ ਹੋਏ ਆ, ਜਾਂ ਮੇਰੇ ਵਾਂਗੂ ਦਾੜਾ ਰੱਖਿਆ ਜਾਂ ਕਿਰਪਾਨ ਪਾਈ ਆ ਉਹ ਸਿੱਖਿਆ, ਤਾਂ ਜਿੰਨੇ ਨਾਲ ਨੀਲ ਧਾਰੀਏ, ਜਿੰਨੇ ਨਾਮ ਧਾਰੀਏ, ਜਿੰਨੇ ਰਾਧਾ ਸੁਆਮੀਏ, ਜਿੰਨੇ ਆ ਦੂਜੇ ਭਨਿਆਰੇ ਵਾਲੇ, ਜਿੰਨੇ ਹੋਰ ਡੇਰਿਆਂ ਵਾਲੇ ਆ, ਉਹ ਸਾਰਿਆਂ ਨੇ ਰੱਖੇ ਹੋਏ ਆ ਕੇਸ। ਜਿੰਨੇ ਵੀ ਇਹ ਡੇਰੇ ਆ ਪੰਜਾਬ ਦੇ ਵਿੱਚ, ਉਹ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਨਹੀਂ ਚੱਲਦਾ, ਪਰ ਉਹਨਾਂ ਨੇ ਕੇਸ ਰੱਖੇ ਹੋਏ ਆ। ਜੇ ਬਾਹਰਲੇ ਕੇਸਾਂ ਤੇ ਆਪਾਂ ਜਾਈਏ ਵੀ ਇਹ ਸਿੱਖੀ ਆ, ਤੇ ਜੇ ਆਪਾਂ ਕਹਿੰਦੇ ਆ ਵੀ ਕੇਸਾਂ ਦੇ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ, ਵੀ ਕੇਸਾਂ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ ਸੋਚ ਨਾਲ ਆ, ਤੇ ਫਿਰ ਤਾਂ ਬਹੁਤ ਸਾਰੇ ਗੋਰੇ ਆ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਤੇ ਚੱਲਦੇ ਆ, ਫਿਰ ਉਹ ਵੀ ਸਿੱਖ ਆ। ਸੋ ਇਹ ਇੱਦਾਂ ਦਾ ਕੰਪਲੀਕੇਟਡ ਵਿਸ਼ਾ ਆ ਕਿ ਦੋਨਾਂ ਦਾ ਸੁਮੇਲ ਹੋ ਕੇ ਸਿੱਖ ਬਣਨਾ ਚਾਹੀਦਾ। ਸਿੱਖੀ ਤੁਹਾਡੇ ਅੰਦਰ ਆ, ਪਰ ਬਾਹਰਲੇ ਰੂਪ 'ਚੋਂ ਝਲਕਣੀ ਚਾਹੀਦੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੇ ਉਹ ਨਹੀਂ ਝਲਕ ਰਹੀ, ਤੁਸੀਂ ਚੰਗੇ ਵਧੀਆ ਇਨਸਾਨ ਆ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ। ਬਹੁਤ ਸਾਰੇ ਗੋਰੇ ਆ ਜਿਹੜੇ ਬਹੁਤ ਵਧੀਆ ਇਨਸਾਨ ਆ, ਬਹੁਤ ਸਾਰੇ ਮੁਸਲਮਾਨ ਆ ਜਿਹੜੇ ਬਹੁਤ ਵਧੀਆ ਇਨਸਾਨ ਆ, ਕ੍ਰਿਸਚਨ ਆ, ਹਿੰਦੂ ਆ, ਪਰ ਉਹ ਇਹ ਥੋੜ੍ਹੇ ਕਹਿੰਦੇ ਆ ਕਿ ਮੈਂ ਸਿੱਖ ਆ। ਪਰ ਅਸੀਂ ਐਜ਼ ਏ ਗਰੰਟਡ ਲੈ ਲਈ ਸਿੱਖੀ। ਹੁਣ ਆਪਾਂ ਗੱਲ ਕਰਦੇ ਹਾਂ ਕਾਮਰੇਡ ਦੀ। ਕਾਮਰੇਡ ਇੱਕ ਵਿਚਾਰਧਾਰਾ ਆ ਜਿਹੜੀ ਕਾਰਲ ਮਾਰਕਸ ਤੋਂ ਸ਼ੁਰੂ ਹੋਈ, ਲੈਨਨ ਦੇ ਵਿੱਚੋਂ ਆ ਕੇ ਤੋਂ ਇੱਕ ਪੋਲੀਟੀਕਲ ਵਿਚਾਰਧਾਰਾ ਸੀਗੀ, ਪਰ ਉਹਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨਾਲ ਮਿਲਦੀਆਂ ਸੀਗੀਆਂ। ਗਰੀਬ ਵਾਸਤੇ ਖੜਾ ਹੋਣਾ, ਕਿਰਤ ਕਰਨੀ, ਵੰਡ ਕੇ ਛਕਣਾ, ਇਹ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਦਾ ਸੀਗਾ। ਇਹੀ ਕਾਰਨ ਸੀ ਕਿ ਬਹੁਤ ਸਾਰੇ ਜਿਹੜੇ ਚੰਗੇ ਸਿੱਖ ਸੀ, ਜਿਨ੍ਹਾਂ ਨੂੰ ਗੁਰਮਤਿ ਦੀ ਸੋਝੀ ਸੀ, ਚੰਗੇ ਸਿੱਖ, ਉਹ ਕਾਮਰੇਡੀ ਵਿਚਾਰਧਾਰਾ ਵਾਲੇ ਪਾਸੇ ਚਲੇ ਗਏ। ਕੁਛ ਉਹਦਾ ਕਾਰਨ ਵੱਡਾ ਇਹ ਸੀ ਕਿ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਵੱਡੇ ਸਿੱਖ ਕਹਾਉਂਦੇ ਸੀ ਵੀ ਸਿੱਖੀ ਸਾਡੇ ਕੋਲ ਹੀ ਆ, ਉਹਨਾਂ ਨੇ ਉਹਨਾਂ ਉੱਤੇ ਇੰਨੇ ਸਵਾਲ ਕਰਨੇ ਸ਼ੁਰੂ ਕਰਤੇ, ਉਹਨਾਂ ਨੂੰ ਪੰਥ ਤੋਂ ਛੇਕਣਾ ਸ਼ੁਰੂ ਕਰਤਾ ਵੀ ਤੁਸੀਂ ਕਾਮਰੇਡ ਆ, ਤੁਸੀਂ ਸਿੱਖੀ ਨੂੰ ਨਹੀਂ ਮੰਨਦੇ, ਤੁਸੀਂ ਨਾਸਤਿਕ ਆ। ਇਹ ਸ਼ਬਦ ਜਿਹੜਾ ਨਾਸਤਿਕ ਆ, ਹਰੇਕ ਬੰਦੇ ਦੀ ਆਪਣੀ ਘੜੀ ਹੋਈ ਸ਼ਬਦਾਵਲੀ ਵਿੱਚੋਂ ਨਿਕਲਦਾ ਆ ਨਾਸਤਿਕ ਸ਼ਬਦ। ਆਸਤਿਕ ਤੇ ਨਾਸਤਿਕ ਇਹ 2 ਸ਼ਬਦ ਆ। ਹੁਣ ਤੁਸੀਂ ਸ਼ਬਦ ਕਬੀਰ ਜੀ ਦੇ ਐਗਜ਼ਾਮਪਲ ਲਈ ਸੀ ਕਿ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲਿਆ, ਉਸ ਸ਼ਬਦ ਦੇ ਵਿੱਚ ਬੜੀ ਗੱਲ ਕਲੀਅਰ ਕਰਦੇ ਆ। ਉਹ ਕਹਿੰਦੇ
हमरा झगड़ा रहा ना को, पंडित मुल्ला छाडे रू में छड्डते। हुण जे छड्डते तो फिर पंडित वाला असी ਉਹ 84 ਲੱਖ ਜੂਨਾ ਚੱਕੀ ਫਿਰਦੇ ਆ ਵੀ ਅਗਲਾ ਜਨਮ ਹੁੰਦਾ, ਪਿਛਲਾ ਜਨਮ ਹੁੰਦਾ ਆ ਪਿੰਡ ਪੱਤਲ ਕਰਨੇ ਆ, ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਆ ਪਖੰਡ ਕਰਨੇ ਆ, ਉਹ ਸਾਰਾ ਕੁਝ ਕਰਦੇ ਆ ਅਸੀਂ ਬ੍ਰਾਹਮਣ ਵਾਲਾ। ਗੁਰੂ ਅਰਜਨ ਪਾਤਸ਼ਾਹ ਨੇ ਉਹ ਭਗਤ ਕਬੀਰ ਜੀ ਦਾ ਸ਼ਬਦ ਲੈ ਕੇ ਇੱਕ ਬਹੁਤ ਵਧੀਆ ਸ਼ਬਦ ਦੇ ਵਿੱਚ ਤੁਹਾਨੂੰ ਬੜਾ ਕਲੀਅਰ ਕੀਤਾ ਹੋਇਆ। ਇਹ 1136 ਅੰਕ ਦੇ ਉੱਤੇ ਉਹ ਸ਼ਬਦ ਆ ਰਾਗ ਭੈਰੋ ਦੇ ਵਿੱਚ, ਵਰਤ ਨਾ ਰਹੋ ਨਾ ਮੈਂ ਰਮਦਾਨਾ। ਕਹਿੰਦੇ ਨਾ ਮੈਂ ਵਰਤ ਰੱਖਦਾ ਤੇ ਨਾ ਮੈਂ ਰਮਦਾਨ ਦੇ ਚੱਕਰ 'ਚ ਪੈਂਦਾ। ਤਿਸ ਸੇਵੀ ਜੋ ਰੱਖੇ ਨਿਧਾਨਾ, ਮੈਂ ਤਾਂ ਉਹਨੂੰ ਸੇਵਦਾ ਆ ਜਿਹੜਾ ਸਾਰਿਆਂ ਦੀ ਟੇਕ ਕੇਅਰ ਕਰ ਰਿਹਾ, ਉਹਨੂੰ ਤੁਸੀਂ ਕੋਈ ਵੀ ਨਾਂ ਦੇ ਦਿਓ। ਹੁਣ ਕੀ ਜਿਹਨੂੰ ਤੁਸੀਂ ਕਹਿੰਦੇ ਆ ਨਾਸਤਿਕ ਆ, ਉਹ ਉਸ ਦੇ ਵਿੱਚ ਉਹਦੇ ਹੁਕਮ 'ਚ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ? ਜੇ ਉਹਦੇ ਹੁਕਮ 'ਚ ਚੱਲ ਰਿਹਾ ਤਾਂ ਉਹ ਨਾਸਤਿਕ ਕਿਵੇਂ ਆ? ਇਹ ਸਾਡੀ ਡੈਫੀਨੇਸ਼ਨ ਆ, ਕਿਉਂਕਿ ਅਸੀਂ ਕਹਿੰਦੇ ਆ ਉਹ ਸਾਡੇ ਵਾਲੇ ਰੱਬ ਨੂੰ ਮੰਨੇ। ਇਹੀ ਤਾਂ ਪੰਡਿਤ ਕਹਿੰਦਾ ਸੀ ਵੀ ਜਿਹੜਾ ਰੱਬ ਮੈਂ ਕਹਿੰਦਾ ਆ ਤੂੰ ਉਹਨੂੰ ਮੰਨ। ਇਹੀ ਮੁਸਲਮਾਨ ਕਹਿੰਦਾ ਸੀ। ਮੁਸਲਮਾਨਾਂ ਨੇ ਇੰਨੇ ਕਤਲ ਕਿਉਂ ਕੀਤੇ? ਕਿਸੇ ਜ਼ਮੀਨ ਵਾਸਤੇ ਨਹੀਂ ਕੀਤੇ, ਜ਼ਮੀਨ ਦੇ ਤਾਂ ਆਲਰੇਡੀ ਮਾਲਕ ਸੀਗੇ। ਉਹਨਾਂ ਨੇ ਕਤਲ ਇਸ ਕਰਕੇ ਕੀਤੇ ਵੀ ਜਿਹੜੇ ਰੱਬ ਨੂੰ ਮੈਂ ਮੰਨਦਾ ਤੂੰ ਉਸ ਰੱਬ ਨੂੰ ਮੰਨ, ਤੂੰ ਆਪਣੇ ਵਾਲਾ ਰੱਬ ਨਹੀਂ ਮੰਨਣਾ। ਜਿਹੜਾ ਉਹਨੂੰ ਲੱਗਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਰਹੇ ਆ ਇਹ ਬਿਲਕੁਲ ਉਲਟਿਆ ਸਾਡੇ ਰੱਬ ਤੋਂ, ਇਸ ਕਰਕੇ ਉਹਨਾਂ ਨੂੰ ਤੱਤੀ ਤਵੀ ਤੇ ਬਹਿਣਾ ਪਿਆ। ਹੋਰ ਕੋਈ ਜ਼ਮੀਨ ਦਾ ਝਗੜਾ ਨਹੀਂ ਸੀਗਾ ਮੁਸਲਮਾਨਾਂ ਦਾ ਉਹਨਾਂ ਨਾਲ, ਜਹਾਂਗੀਰ ਦਾ ਉਹਨਾਂ ਨਾਲ। ਫਿਰ ਉਹ ਕਹਿੰਦੇ ਵਰਤ ਨਾ ਰਹੋ ਨਾ ਰਮਦਾਨਾ, ਤਿਸ ਸੇਵੀ ਜੋ ਰੱਖੇ ਨਿਧਾਨਾ, ਏਕ ਗੁਸਾਈ ਅੱਲਾ ਮੇਰਾ। ਮੈਂ ਸਿਰਫ ਇੱਕ ਦੇ ਵਿੱਚ ਵਿਸ਼ਵਾਸ ਰੱਖਦਾ ਆ, ਹਿੰਦੂ ਤੁਰਕ ਦੋਹਾਂ ਨਵੇੜਾ। ਉਹੀ ਗੱਲ ਜਿਹੜੀ ਕਬੀਰ ਜੀ ਕਰ ਰਹੇ ਆ ਉਹੀ ਇੱਥੇ ਗੁਰੂ ਅਰਜਨ ਪਾਤਸ਼ਾਹ ਕਰ ਰਹੇ ਵੀ ਦੋਨਾਂ ਦਾ ਮੈਂ ਨਵੇੜਾ ਹੀ ਕਰਤਾ, ਨਾ ਮੈਂ ਉਹਦੇ ਪਾਸੇ ਜਾਂਦਾ ਨਾ ਮੈਂ ਉਹਦੇ ਪਾਸੇ। ਹੁਣ ਜਦੋਂ ਅਸੀਂ ਕੋਈ ਕਰਮਕਾਂਡ ਕਰ ਰਹੇ ਹੁੰਦੇ ਆ, ਜੇ ਉਹ ਕਰਮਕਾਂਡ ਹਿੰਦੂ ਮਿਥੋਲੋਜੀ 'ਚੋਂ ਆਇਆ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਤੁਸੀਂ ਗੁਰੂ ਅਰਜਨ ਪਾਤਸ਼ਾਹ ਦੇ ਖਿਲਾਫ ਜਾ ਰਹੇ ਆ। ਉਹ ਕਹਿੰਦੇ ਹਿੰਦੂ ਤੁਰਕ ਦੋਹਾਂ ਨਵੇੜਾ। ਜੇ ਤੁਸੀਂ ਆਰਤੀ ਦੇ ਦੀਵੇ ਘੁਮਾ ਰਹੇ ਆ ਜਾਂ ਤੁਸੀਂ ਕੋਈ ਇਹੋ ਜਿਹਾ ਪਖੰਡ ਕਰ ਰਹੇ ਆ, ਕਿਤੇ ਦੀਵਾ ਜਗਾ ਰਹੇ ਆ, ਕਿਤੇ ਧੂਫ ਬੱਤੀ ਕਰ ਰਹੇ ਆ, ਜਾਂ ਕੋਈ ਵੀ ਪੂਜਾ ਕਰ ਰਹੇ ਆ, ਪਾਠ ਕਰ ਰਹੇ ਆ ਜਿਹਦੀ ਗੁਰੂ ਗ੍ਰੰਥ ਸਾਹਿਬ ਨਹੀਂ ਕਰਦਾ, ਤੇ ਤੁਸੀਂ ਵਿਪਰ ਵਾਲੀ ਸੋਚ ਤੇ ਚੱਲ ਰਹੇ ਆ। ਸੋ ਇਹਦੇ ਨਾਲ ਇਹ ਗੱਲ ਕਲੀਅਰ ਹੋ ਜਾਂਦੀ ਵੀ ਸਿੱਖ ਗਰੰਟਡ ਨਹੀਂ ਹੈ, ਸਿੱਖੀ ਗਰੰਟਡ ਨਹੀਂ ਹੈ। ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲ ਰਿਹਾ, ਗੁਰੂ ਦੇ ਆਰਡਰ ਦੇ ਵਿੱਚ ਚੱਲ ਰਿਹਾ, ਉਹ ਸਿੱਖ ਆ। ਨਾ ਹੀ ਬਾਹਰਲੇ ਰੂਪ ਨਾਲ ਸਿੱਖ ਬਣਨਾ ਤੇ ਨਾ ਹੀ ਸਿਰਫ ਇਹ ਕਹਿਣ ਨਾ ਬਣਨਾ ਕਿ ਮੈਂ ਤਾਂ ਗੁਰੂ ਨਾਨਕ ਦੀ ਸੋਚ ਤੇ ਚੱਲਦਾ। ਜਿੰਨਾ ਇਹ ਡਿਸਾਈਡ ਦੂਸਰੇ ਬੰਦੇ ਨੇ ਕਰਨਾ ਵੀ ਤੂੰ ਸਿੱਖ ਆ ਜਾਂ ਨਹੀਂ ਆ, ਤੁਸੀਂ ਖੁਦ ਨਹੀਂ ਕਰ ਸਕਦੇ। ਦੂਸਰਾ ਬੰਦਾ ਤੁਹਾਨੂੰ ਡਿਸਾਈਡ ਕਰਕੇ ਦੱਸੂਗਾ ਵੀ ਤੂੰ ਸਿੱਖ ਹੈਗਾ ਕਿ ਨਹੀਂ ਹੈਗਾ। ਮੇਰੇ ਵਾਂਗੂ ਅੰਮ੍ਰਿਤ ਛਕਣ ਨਾਲ, ਖੰਡੇ ਦੀ ਪੌੜ ਲੈਣ ਨਾਲ, ਉੱਪਰ ਦੀ ਕਿਰਪਾਨ ਪਾਉਣ ਨਾਲ ਸਿੱਖ ਨਹੀਂ ਬਣਦਾ। ਉਹ ਇੱਕ ਭੇਖ ਬਣਦਾ ਆ। ਭੇਖ ਤੋਂ ਗੁਰਬਾਣੀ ਬਾਰ-ਬਾਰ ਰੱਦ ਕਰ ਰਹੀ ਆ। ਹਾਂਜੀ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ। ਨਾਸਤਕ ਦੀ ਡੈਫੀਨੇਸ਼ਨ ਜਿਹੜੀ ਆ, ਨਾਸਤਕ ਇਹ ਅਸਲੀ ਜਿਹੜਾ ਨਾਸਤਿਕ ਸ਼ਬਦ ਆ ਇਹ ਵੇਦਾਂ ਦੇ ਉੱਪਰ ਆਉਂਦਾ ਆ। ਜਿਹੜੇ ਵੇਦਾਂ ਨੂੰ ਨਹੀਂ ਮੰਨਦੇ ਸੀ ਅਸੀਂ ਵੇਦ ਨਿੰਦਕੋ ਨਾਸਤਿਕੋ। ਜਿਹੜੀ ਵੇਦਾਂ ਦੀ ਨਿੰਦਿਆ ਕਰਦਾ ਆ, ਅਸਲੀ ਸ਼ਬਦ ਆ ਉੱਥੋਂ ਨਾਸਤਿਕ ਉੱਥੋਂ ਉਪਜ ਹੁੰਦਾ ਆ ਵੀ ਜਿਹੜਾ ਵੇਦਾਂ ਨੂੰ ਮੰਨਦਾ ਨਹੀਂ ਜਾਂ ਉਹਦੀ ਨਿੰਦਿਆ ਕਰਦਾ ਉਹਨੂੰ ਨਾਸਤਕ ਕਹਿੰਦੇ ਆ। ਤੇ ਸਾਡਾ ਗੁਰੂ ਗ੍ਰੰਥ ਸਾਹਿਬ ਤਾਂ ਸਾਰੇ ਗੁਰੂ ਸਾਹਿਬ, ਸਾਰੇ 35 ਮਹਾਂਪੁਰਖ ਵੇਦਾਂ ਨੂੰ ਮੰਨਦੇ ਹੀ ਨਹੀਂ ਆ। ਇਹਦਾ ਮਤਲਬ ਸਾਡੇ 35 ਮਹਾਂਪੁਰਖ ਵੀ ਸੋ ਨਾਸਤਿਕ ਹੋ ਗਏ। ਜਿਹੜੀ ਡੈਫੀਨੇਸ਼ਨ ਇਹ ਸਾਨੂੰ ਦਿੰਦੇ ਆ। ਮੈਂ ਪੁਜਾਰੀ ਸ਼ਬਦ ਨਹੀਂ ਯੂਜ਼ ਕਰਦਾ ਕਿਉਂਕਿ ਪੁਜਾਰੀ ਬਹੁਤ ਹੀ ਵਧੀਆ ਸ਼ਬਦ ਹੈ। ਬਹੁਤ ਵਾਰ ਦੱਸਿਆ ਕਿ ਠਾकुर का सेवक सदा ਪੁਜਾਰੀ। ਉਹ ਕੋਈ ਵੀ, ਚਾਹੇ ਉਹ ਕੋਈ ਬ੍ਰਾਹਮਣ ਵੀ ਆ, ਚਾਹੇ ਕੋਈ ਹਿੰਦੂ ਭਰਾ ਆ, ਜਿਹੜਾ ਰੱਬ ਦੇ ਗੁਣਾ ਸਰੂਪ ਦੇ ਵਿੱਚ ਉਹਦੀ ਪੂਜਾ ਕਰਦਾ, ਚੰਗੇ ਕੰਮ ਕਰਦਾ ਆ, ਉਹ ਪੁਜਾਰੀ ਆ। ਆਪਾਂ ਸੋਚ ਹਮੇਸ਼ਾ ਗੱਲ ਕਰਦੇ ਵਿਪਰ ਦੀ। ਜਿੱਦਾਂ ਕਾਲਾ ਫਗਾਨਾ ਜੀ ਨੇ ਕਿਤਾਬ ਲਿਖੀ ਆ ਵਿਪਰਨ ਕੀ ਰੀਤ, ਸੱਚ ਦਾ ਮਾਰਗ। ਵਿਪਰਨ ਦੀ ਰੀਤ ਤੋਂ ਸੱਚ ਦਾ ਮਾਰਗ ਕਿੱਦਾਂ ਲੈਣਾ ਆਪਾਂ। ਸੋ ਉਹਨੂੰ ਕੀ ਕੀਤਾ ਵਿਪਰ ਨੇ? ਸਭ ਤੋਂ ਪਹਿਲਾਂ ਬਾਬੇ ਕਾਲੇ ਫਗਾਨੇ ਨੂੰ ਪੰਥ ਚੋਂ ਛੇਕਿਆ। ਕਿਉਂ? ਕਿਉਂਕਿ ਜਿੰਨੀਆਂ ਵਿਪਰਨ ਕੀਆਂ ਰੀਤਾਂ ਹੋ ਰਹੀਆਂ ਸੀਗੀਆਂ, ਵਿਪਰਨ ਕੀ ਰੀਤ ਦੀਆਂ ਧੱਜੀਆਂ ਉਡਾ ਦਿੱਤੀਆਂ ਵੀ ਸਿੱਖ ਸਮਾਜ, ਸਿੱਖ ਗੁਰਦੁਆਰਿਆਂ ਦੇ ਵਿੱਚ ਕਿੱਦਾਂ ਵਿਪਰਨ ਦੀ ਰੀਤ ਹੋ ਰਹੀ ਆ, ਕਿੱਦਾਂ ਸਾਡੇ ਗੁਰਦੁਆਰੇ ਦੇ ਵਿੱਚ ਵਿਪਰ ਭਾਰੀ ਹੋ ਕੇ ਸਾਡੇ ਆ ਕੇ ਨਾਚ ਕਰ ਰਿਹਾ ਸਿਰਾਂ ਤੇ ਸਿੱਖਾਂ ਦੇ। ਪਰ ਸਿੱਖ ਜਿਹੜੇ ਆ, ਚਾਹੇ ਉਹ ਸਾਡੇ ਗੁਰਦੁਆਰੇ ਕਮੇਟੀਆਂ ਆ, ਚਾਹੇ ਸਾਡੇ ਆਮ ਭੋਲੇ ਭਾਲੇ ਸਿੱਖ ਆ, ਉਹ ਵਿਪਰ ਦੀ ਜਿਹੜੀ ਰੀਤ ਆ ਉਹਨੂੰ ਅਪਣਾ ਕੇ ਤੇ ਖੁਸ਼ ਹੋ ਰਿਹਾ ਵੀ ਲੈ ਵੀ ਅਸੀਂ ਤਾਂ ਗੁਰੂ ਸਾਹਿਬ ਦੇ ਸਿਧਾਂਤ ਤੇ ਚੱਲ ਰਹੇ। ਨਾ, ਵਿਪਰ ਦੇ ਸਿਧਾਂਤ ਤੇ ਚੱਲਣਾ ਗੁਰਦੁਆਰੇ ਜਾ ਕੇ ਵੀ ਹੋ ਰਿਹਾ, ਗੁਰੂ ਦੇ ਸਿਧਾਂਤ ਤੇ ਜਾ ਕੇ ਚੱਲਣਾ ਉਹ ਵੀ ਇੱਕ ਜਿਹੜਾ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਦੇ ਸਿਧਾਂਤ ਤੇ ਚੱਲਣਾ,
एक टोटली डिफरेंट विशा, पर गुरुद्वारे जाके विपर के सिद्धांत ते चल के कहना मैं गुरु के सिद्धांत ते चल रहा कदी नहीं हो सकता। सो अगला सवाल वीर वरिंदर सिंह जी ये आ कि जे कोई सिख आ कि वो कामरेड कामनिस्ट पार्टी नूं, क्योंकि कामरेड मीनस साथी, की ये सिख कि कामनिस्ट पार्टी नहीं ज्वाइन कर सकता, होर जिहड़ी मर्जी पार्टी दुनिया ज्वाइन कर लै, कि एक सिख जिहड़ा आ वो कॉमनिस्ट नहीं हो सकता, कि एक कॉमनिस्ट जिहड़ा ने कॉमनिस्ट पार्टी जिन्हें ज्वाइन की आ कि वो सिख नहीं हो सकता? इहदा सवाल का जवाब जिहड़ा आ जरूर दर्शकों नूं दिओ जी। जरूर जी, मैं जवाब देने नालों ना संगत नूं ही पुछूंगा। मैं कुछ नाम दसदा आ ते संगत ही डिसाइड करे भी वो सिख आ जां वो कामरेड आ। पहला नाम मेरे दिमाग च आउंदा करतार सिंह सराभा। असीं बड़ियां ने अपणियां गड्डियां दे पिछे फोटोआं लाइयां होईयां करतार सिंह सराभे दियां। ये संगत ने डिसाइड करना भी उन्होंने कामरेड कहना आ जां उन्होंने सिख कहना आ जां उन्होंने सिख कामरेड कहना आ। दूजा नाम हुंदा शहीद भगत सिंह। हुण ये तुसीं डिसाइड करो भी वो सिख कामरेड शहीद आ जां कामरेड शहीद आ जां सिख शहीद आ। हुण वो कहानी नहीं पाउणी भी एंड दे समय दे उत्ते आके उन्हें सिੱਖੀ नूं धारण कर लिया सी जेल दे विच आके। ले लो कॉल जी। हाँ जी 5997 तुसीं ऑन एयर हो, थोड़ा जिहा होल्ड करियो, मैं गल कंप्लीट कर लवां फिर तुहाडी गल सुनदे आ। सो जी ये संगत ने डिसाइड करना कि भगत सिंह नूं तुसीं सिख कहना आ जां कामरेड कहना आ। उधम सिंह जिन्हें जलियांवाले बाग दा जाके बदला लिया उन्होंने तुसी सिख कहना आ जां कामरेड कहना आ, ये तुसी डिसाइड करना आ। सोहन सिंह जोश जिहड़े जदों गुरुद्वारा प्रबंधक कमेटी बनी उन्हां दे मुख सलाहकार सीगे सोहन सिंह जोश, वो सारी जिंदगी अपने नाम दे नाल कामरेड लिखते रहे आ। उन्होंने तुसी सिख कहना आ कि कामरेड कहना आ, ये तुसी डिसाइड करना। दो बंदियां दे मैं होर तुहानूं नां दिंदा आ, नाल मैं थोड़ी जी तुहानूं आ किताब ना पढ़ के इहदी भूमिका सुणाउणा आ। ये गुरबख्श सिंह उन्हां दी लिखी हुई किताब आ ते सारिਆਂ ਨੂੰ पता कि किताब जो उन्होंने लिखी सी परम मनुख गुरु नानक पातशाह उत्ते उन्होंने दो किताबां लिखियां सी, पहलां ये लिखी सी ते फिर बंदी छोड़ गुरु नानक। और जे तुसीं गुरु नानक पातशाह दे सिद्धांत नूं जानना चाहुंदे हो, दोनों किताबां 'च इन्ना वधिया डिटेल दे विच इन्नी सोहणे तरीके नाल बिना किसी कर्मकांड तो बिना किसी चमत्कार तो गुरु नानक पातशाह का जीवन उन्होंने लिखा है। वो लिखते की आ, मैं तुहानूं थोड़ा जिहा पढ़ के सुणाउणा जिथे उन्होंने अपनी भूमिका लिखी आ। 7वें एडिशन की यह भूमिका आ। वो कहते बड़ी डूंगी खुशी ते तसल्ली नाल मैं उस लेख की 7वीं एडिशन भेंट कर रहा हाँ जिहड़ा नवंबर 1934 इस साल वालों 1934 उन्होंने लिखिया सी। मैं पहला अपनी कलम नाल नहीं सी लिखिया, जिन्ना आश्चर्या ते शरधा भरे दिल दे खेड़े विच तड़काया सी। उदों मेरी प्यार भुख विच मनुखता नाल इश्क दा पहला झलका उठिया सी ते बांके मधुर रसमते नैणा दे जोड़े विचों गुलामी ते भरमां विच जकड़े भारत उत्ते किसे परम मनुख की जोत मुस्कुरांदी मैनूं दिसी सी। गुरु नानक पातशाह बारे कह रहे आ। अपने मन की उस वेले अवस्था मैनूं हुण भी याद है। उस वेले उस मेरे लेख का हर लफ्ज मेरे प्यार मेरे दिल की धड़कन वाह वाह सी। लफ्ज मैनूं सोचने नहीं सन पए, लफ्जां दे चित्र मेरियां अखां सामने बनते जाते सन ते मेरियां चावां चांबड़ी कलम उन्हां नूं चितरदी जांदी सी। वो अगे लिखते हैं, तुसी किताब मंगा के पढ़ सकते हो, पर जिहड़ी मैं गल ते आउणा चाहुंदा वो कहते सदी के चौथे हिस्से 25 वरे बीतण बाद श्रोमणी गुरुद्वारा प्रबंधक कमेटी ने मेरे खिलाफ अपना मता पास किया ते पिछे जे मेस दिता कि मेरी साहित्य नूं प्रवानगी दे के कृतार्थ किया। कड्ढण तो बाद पंथ चों पहला कढ़ दिता, किन्नी वारी इन्होंने किया आ। गुरबख्श सिंह उन्होंने इस किताब करके पंथ चों कढ़ दिता ते बाद विच कई सालों बाद जदों लेट एज दे विच सीगे उन्होंने वापस लै लिया। हुण जदों तुसीं ये शब्दावली पढ़दे हो तुहानूं ये लगदा भी किसी कामरेड की लिखी हुई है, दिल दे विचों गुरु नानक पातशाह बारे किदां दीयां गल्लां लिख रहे आ। हुण एक गल मैं होर तुहानूं एक राइटर की होर गल सुणाउणी चाहुंदा। कौमी वसीयत सारिਆਂ ने पढ़ी होनी है, जिहड़ा जिन्हों थोड़ा बहुता भी साहित्य नाल प्यार आ उन्होंने जसवंत सिंह कंवल होना की कौमी वसीयत पढ़ी होनी है। और जो मैं पहली बारी पढ़ी सी तो वाकई झंझोड़ लग्या सी भी छड्ड के अमरीका वापस इंडिया चल जाना चाहिए। पर वो जिहड़ी गल लिखते आ भी हालात इन्ने खराब आ, फिर डर जाता बंदा भी उत्थे जाके मैं करा की। पर वो जो लिखते आ
ਉਹ ਕਹਿੰਦੇ ਨੌਜਵਾਨੋ, ਪੰਜਾਬੀਅਤ ਦੇ ਵਾਰਸੋ, ਗੁਰੂ ਗੋਬਿੰਦ ਸਿੰਘ ਦੇ ਪੁੱਤਰੋ, ਕਦੇ ਇਹ ਵੀ ਸੋਚਿਆ ਹੈ ਬਾਬਾ ਫਰੀਦ ਗੁਰੂ ਨਾਨਕ ਦੇ ਵਾਰਸ ਦੀ ਕਮਾਈ ਵਿਰਾਸਤ ਸਾਡੀ ਦੁਨੀਆ ਵਿੱਚ ਖੇਰੂ ਖੇਰੂ ਹੋ ਕੇ ਖਤਮ ਹੋਣ ਵਾਲੀ ਹੈ ਤੇ ਤੁਸੀਂ ਨਸ਼ਿਆਂ ਵਿੱਚ ਬੇਪਰਵਾਹ ਖੁਦਕੁਸ਼ੀਆਂ ਕਰ ਰਹੇ ਹੋ। ਔਖੇ ਸਖਾਲੇ ਜੇ ਮਰਨਾ ਹੀ ਹੈ ਤਦ ਕਰਤਾਰ ਭਗਤ ਤੇ ਉਦਮ ਦੇ ਪੁੱਤਰ ਬਣੋ ਤੇ ਲੋਕਾਂ ਦੇ ਹਿੱਤਾਂ ਲਈ ਸ਼ਹੀਦ ਹੋ ਸਕਦੇ ਹੋ। ਘੱਟੋ ਘੱਟ ਤਾਰੀਖ ਦੀ ਬੁੱਕਲ ਤਾਂ ਤੁਹਾਨੂੰ ਸਾਂਭ ਲਵੇ। ਤੁਸੀਂ ਨੌਜਵਾਨੋ, ਜੇ ਕੌਮੀ ਘਰ ਦਾ ਕਿਲਾ ਨਾ ਉਸਾਰਿਆ, ਕੋਈ ਵਜ੍ਹਾ ਨਹੀਂ, ਥਾਂ ਪਰ ਥਾਂ ਖਿਲਾਰੀ ਨਾਨਕੀਅਤ ਹਮੇਸ਼ਾ ਲਈ ਗਵਾਚ ਨਾ ਜਾਵੇ। ਜੇ ਬਾਪੂ ਜਥੇਦਾਰਾਂ ਵਿੱਚ ਤੱਤ ਹੁੰਦਾ, 2.5 ਸ਼੍ਰੀ ਅਕਾਲ ਤਖਤ ਦੀ ਪੱਤ ਲੱਥੀ ਤੇ ਪਾਏ ਨੂੰ ਕਦੇ ਨਾ ਪਹੁੰਚਦੇ। ਜਿਸ ਕੌਮ ਵਿੱਚੋਂ ਗੈਰਤ ਮਰ ਜਾਵੇ ਉਹਦਾ ਰਹਿੰਦਾ ਕੀ ਹੈ। ਹੁਣ ਇਹ ਕਾਮਰੇਡ ਦੀ ਸ਼ਬਦਾਵਲੀ ਤੁਹਾਨੂੰ ਲੱਗ ਰਹੀ ਹੈ, ਜਿਹੜਾ ਆਪਣੇ ਵੱਖਰੇ ਦੇਸ਼ ਦੀ ਗੱਲ ਕਰ ਰਿਹਾ। ਫਿਰ ਐਂਡ ਦੇ ਵਿੱਚ ਐਗਜ਼ਾਮਪਲ ਦੇ ਰਹੇ ਕੂੜ ਫਿਲੇ ਪ੍ਰਧਾਨਵੇ ਲਾ ਲਓ ਗੁਰਬਾਣੀ ਵਿੱਚੋਂ। ਹੁਣ ਉਹਨੂੰ ਕਾਮਰੇਡ ਕਹੋਗੇ ਜਾਂ ਸਿੱਖ ਕਹੋਗੇ? ਸੋ ਮੈਨੂੰ ਲੱਗਦਾ ਕਿ ਸੰਗਤ ਨੂੰ ਜਵਾਬ ਕਾਫੀ ਹੱਦ ਤੱਕ ਮਿਲ ਗਿਆ ਹੋਣਾ। ਹਾਂਜੀ ਭਾਜੀ, ਤੁਸੀਂ ਆਨ 에ਅਰ ਹੋ, ਤੁਸੀਂ ਕਰੋ ਗੱਲ। ਹਾਂਜੀ, ਸਰਦਾਰ ਬਲਵਿੰਦਰ ਸਿੰਘ ਜੀ, ਗੋਲਡੀ ਸੀ ਤੇ ਜਗਮੋਹਨ ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਜ਼ਾਰਾ ਸਿੰਘ ਬੋਲਦਾ ਟੋਰਾਂਟੋ ਤੋਂ। ਤੁਹਾਡੀ ਗੱਲ ਮੈਂ ਬੜੀ ਧਿਆਨ ਨਾਲ ਸੁਣਿਆ ਸੀ। ਗੱਲ ਇਹ ਹੈ ਜੀ, ਬੰਦੇ ਨੇ ਜਦੋਂ ਸਮਾਜ ਦੇ ਵਿੱਚ ਰਹਿਣਾ ਸ਼ੁਰੂ ਕੀਤਾ, ਉਹਦੇ ਜਿਹੜੇ ਕੁਛ ਸੰਵੇਦਨਸ਼ੀਲ ਲੋਕ ਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਸਮਝਦਾਰ ਲੋਕ ਆ, ਜਿਹੜੇ ਆਮ ਮਨੁੱਖ ਦੇ ਦੁੱਖ ਦਰਦ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਉਹ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਜਾਂ ਯਤਨ ਕਰਦੇ ਨੇ ਵੀ ਆਪਣਾ ਢਾਂਚਾ ਕਿਹੋ ਜਿਹਾ ਹੋਵੇ, ਆਪਾਂ ਜਿੱਥੇ ਰਹਿ ਰਹੇ ਹਾਂ ਇਹ ਸਿਸਟਮ ਕਿਹੋ ਜਿਹਾ ਹੋਵੇ, ਇਹ ਨਿਆਂਪੂਰਵਕ ਹੋਵੇ, ਇਹਦੇ ਵਿੱਚ ਕਿਸੇ ਨਾਲ ਧੱਕਾ ਨਾ ਹੋਵੇ, ਇਹਦੇ ਨਾਲ ਕਿਸੇ ਐਕਸਪਲੋਇਟੇਸ਼ਨ ਨਾ ਹੋਵੇ। ਅੱਛਾ, ਹੁਣ ਗੱਲ ਇਹ ਸੀ ਸਾਰੀ ਇਹ ਸੀ ਵੀ ਉਹ ਸਿਸਟਮ ਕਿਸ ਤਰ੍ਹਾਂ ਦਾ ਹੋਵੇ। ਅੱਛਾ, ਦੂਜੇ ਪਾਸੇ ਕੁਛ ਅੰਸ਼ ਐਸਾ ਹੈਗਾ ਵੀ ਉਹ ਕਹਿੰਦਾ ਵੀ ਆਪਣਾ ਸਿਸਟਮ ਐਸਾ ਹੋਵੇ ਜਿਹਦੇ 'ਚ ਕੋਈ ਅਕਾਊਂਟੇਬਿਲਿਟੀ ਨਾ ਹੋਵੇ, ਟਰਾਂਸਪੇਰੈਂਸੀ ਨਾ ਹੋਵੇ, ਤੇ ਆਪਾਂ ਸਭ ਨੂੰ ਐਕਸਪਲੋਇਟ ਕਰਕੇ ਆਪਣੇ ਬੋਝੇ ਦੇ ਵਿੱਚ ਭਰੀਏ, ਸਾਰੇ ਜਿਹੜੇ ਹੈਗੇ ਸਾਡੀ ਧੌਂਸ ਦੇ ਥੱਲੇ ਰਹਿਣ। ਇਹ ਦੋ ਚੀਜ਼ਾਂ ਦੀ ਤੁਸੀਂ ਲਾ ਲਓ ਵੀ ਦੋ ਵਿਚਾਰਾਂ ਦੀ ਲੜਾਈ ਜਿਹੜੀ ਆ ਉਹ ਚੱਲਦੀ ਆ। ਅੱਛਾ, ਹੁਣ ਸਟਰਗਲ ਚੱਲਦਾ ਪਹਿਲੇ ਦਿਨ ਤੋਂ ਹੀ। ਹੁਣ ਗੱਲ ਇਹ ਸੀ ਵੀ ਜਿਹੜੀ ਆਪਣੀ ਆਪਾਂ ਸਿੱਖੀਜ਼ਮ ਦੀ ਗੱਲ ਕੀਤੀ, ਉਹਦੇ 'ਚ ਵੀ ਗੱਲਾਂ ਇਹੋ ਆਈਆਂ ਤੇ ਉਸ ਤੋਂ ਬਾਅਦ ਜਿਹੜੀ ਕਮਿਊਨਿਸਟ ਵਿਚਾਰਧਾਰਾ ਸੀ, ਉਹ ਵੀ ਵਿਚਾਰਧਾਰਾ ਜਿਹੜੀ ਸੀ ਇਹੋ ਹੀ ਸੀ ਵੀ ਸਮਾਜ ਦਾ ਪ੍ਰਬੰਧ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਹੋਵੇ। ਅੱਛਾ, ਹੁਣ ਮਸਲਾ ਇਹ ਚੀਜ਼ ਹੈ ਵੀ ਸਾਡੇ ਇਹ ਪੰਜਾਬ ਦੇ ਵਿੱਚ, ਪੰਜਾਬੀਆਂ ਦੇ ਵਿੱਚ ਜਾਂ ਪੰਜਾਬੀਆਂ 'ਚ ਖਾਸ ਕਰਕੇ ਇਹ ਮਸਲਾ ਕਿਉਂ ਬਣਿਆ? ਇਹ ਜੀ ਮਸਲਾ ਸਾਡਾ ਦੋਨਾਂ ਦਾ ਮਸਲਾ ਬਣਿਆ ਵੀ ਨਾ ਤਾਂ ਸਾਨੂੰ ਸਿੱਖੀ ਦੇ ਆਧਾਰਿਤ ਕੋਈ ਸਿਸਟਮ ਅਸੀਂ ਇਵੋਲਵ ਕਰ ਸਕੇ, ਨਾ ਤਾਂ ਅਸੀਂ ਸਿੱਖੀ ਦੇ ਆਧਾਰਿਤ ਕੋਈ ਸਿਸਟਮ ਜਿਹੜਾ ਅਸੀਂ ਸਿਰਜ ਸਕੇ, ਨਾ ਸਾਨੂੰ ਕਮਿਊਨਿਸਟ ਦੀ ਸਮਝ ਆਈ ਪੂਰੀ ਤੇ ਅਸੀਂ ਨਾ ਉਹਦੇ ਆਧਾਰਿਤ ਸਮਝ ਸਕੇ। ਸਾਡੇ ਲੋਕ ਜਿਹੜੇ ਹੈਗੇ ਨੇ, ਮੈਂ ਜੀ ਬਹੁਤ ਡੂੰਘਾਈ ਦੇ ਨਾਲ ਇਹਨਾਂ ਚੀਜ਼ਾਂ ਨੂੰ ਵੇਖਿਆ, ਵਾਚਿਆ, ਆਪਣਾ ਅਧਿਐਨ ਇਹਦਾ ਕੀਤਾ। ਸਾਡੇ ਲੋਕ ਜਿਹੜੇ ਹੈਗੇ ਨੇ ਇਹ ਬਹੁਤ ਲੰਬੇ ਸਮੇਂ ਤੋਂ ਲਾਈ ਲੱਗ ਨੇ। ਇਹਨਾਂ ਦੇ ਸਾਹਮਣੇ ਜਦੋਂ ਵੀ ਕੋਈ ਦੂਜਾ ਕੋਈ ਕਿਸੇ ਤਰ੍ਹਾਂ ਦੀ ਕਿਸੇ ਦੇਸ਼ ਵਿੱਚ ਕਿਸੇ ਥਾਂ ਦੇ ਉੱਪਰ ਕੋਈ ਵਿਚਾਰਧਾਰਾ ਮਾੜੀ ਜਿਹੀ ਗੱਲ ਆਉਂਦੀ, ਇਹ ਉਹਦਾ ਹਲਕਾ ਫੁਲਕਾ ਵਰਜਨ ਲੈ ਕੇ ਚੰਬਲ ਜਾਂਦੇ ਨੇ। ਤੁਸੀਂ ਹੁਣੇ ਲਫ਼ਜ਼ ਲਿਖਿਆ ਸੀ ਨਾ, ਮੇਰੀ ਕਲਮ ਚੰਬਲ ਜਾਂਦੀ ਹੈ। ਇਹ ਸਾਡੇ ਚੰਬਲਣ ਦਾ ਨਤੀਜਾ ਹੈਗਾ। ਤੁਸੀਂ ਨਾਲ ਲਾ ਲਓ ਵੀ ਜਦੋਂ ਮਾੜੀ ਜਿਹੀ ਰਸ਼ੀਆ ਦੇ ਵਿੱਚ ਗੱਲ ਵੇਖੀ ਤੇ ਅਸੀਂ ਕਹਿੰਦਾ ਸਾਡੇ ਲੋਕ ਚੰਬਲ ਗਏ, ਇੱਕੋ ਹੀ ਗੱਲ ਫੜ ਲਈ, ਇਸ ਗੱਲ ਨੂੰ ਸਮਝਿਆ ਨਹੀਂ, ਇੱਕੋ ਹੀ ਗੱਲ ਸਮਝੀ ਬਈ ਆਹ ਵਿਚਾਰਧਾਰਾ ਹੁਣ ਸਾਰੇ ਕਰੂਗੀ ਤੇ ਸਾਰੀਆਂ ਸਮੱਸਿਆਵਾਂ ਦੀ ਜੜ ਜਿਹੜੀ ਹੈਗੀ ਆ, ਜਿੰਨਾ ਚਿਰ ਅਸੀਂ ਧਰਮ ਤੋਂ ਖੜਾ ਨਹੀਂ ਛਡਾਉਂਦੇ ਉਹਨਾਂ ਚਿਰ ਜਿਹੜਾ ਹੈਗਾ ਇਹ ਅਸੀਂ ਇਸ ਵਿਚਾਰਧਾਰਾ ਦੇ ਲੋਕਾਂ ਦਾ ਕਲਿਆਣ ਨਹੀਂ ਕਰ ਸਕੇ। ਉਹਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਵੀ ਕਮਿਊਨਿਜ਼ਮ ਜਿਹੜਾ ਹੈਗਾ ਹਰ ਸਮਾਜ ਦੀਆਂ ਹਾਲਾਤਾਂ ਦੇ ਮੁਤਾਬਕ ਲਾਗੂ ਕੀਤਾ ਜਾਂਦਾ। ਫਿਰ ਇਹ ਉਹ ਤੋਂ ਥੋੜਾ ਜਿਹਾ ਉਦਾਸ ਹੋ ਗਏ। ਫਿਰ ਉਹ ਨਕਸਲਬਾੜੀ ਕਹਿਣ ਦਾ ਮਤਲਬ ਉਹ ਸੁਣ ਲਿਆ ਵੀ ਹਾਂ ਆਹ ਗੱਲ ਚੰਗੀ ਆ ਰਹੀ ਵੀ ਇਹ ਬੰਦੂਕ ਦੀ ਗੋਲੀ ਚੋਂ ਨਿਕਲੂਗਾ, ਹਾਂ ਏਦਾਂ ਗੱਲ। ਅੱਛਾ, ਪਤਾ ਹੈ ਨਹੀਂ ਸੀਗਾ ਵੀ ਸਾਡੇ ਹਾਲਾਤਾਂ 'ਚ ਅਸੀਂ ਇਹਨੂੰ ਕਿਵੇਂ ਲਾਗੂ ਕਰਨਾ। ਅੱਛਾ, ਉਹਦੀ ਵਜ੍ਹਾ ਤੋਂ ਗੱਲ ਹੋਈ ਇਹ ਵੀ ਨਾ ਤਾਂ ਉਸ ਧਰਤੀ ਦੇ ਉੱਤੇ ਕਮਿਊਨਿਜ਼ਮ ਨੂੰ ਆਧਾਰ ਬਣਾ ਕੇ ਅਸੀਂ ਆਪਣੇ ਸਮਾਜ ਦੇ ਵਿੱਚ ਕਿਵੇਂ ਸਿਸਟਮ ਸਿਰਜਣਾ, ਨਾ ਸਾਨੂੰ ਅਜੇ ਤੱਕ ਇਸ ਗੱਲ ਦੀ ਅਸੀਂ ਇਸ ਪਾਸੇ ਤੁਰੇ ਜਾਂ ਗੱਲ ਲੱਗੀ ਵੀ ਆਖਿਰ ਖਾਲਿਸਤਾਨ ਕੋਈ ਗੱਲ ਨਹੀਂ ਹੈਗੀ, ਗੱਲ ਖਾਲਿਸਤਾਨ ਦੀ ਨਹੀਂ ਹੈਗੀ, ਗੱਲ ਪੰਜਾਬ ਦੀ ਨਹੀਂ ਹੈਗੀ, ਗੱਲ ਕਾਂਗਰਸ ਜਾਂ ਅਕਾਲੀਆਂ ਦੀ। ਗੱਲ ਸਿਰਫ ਇਹ ਚੀਜ਼ ਹੈ ਕਿ ਤੁਸੀਂ ਜਿਹੜਾ ਹੈਗਾ ਜਦੋਂ ਵੀ ਜੇ ਤੁਹਾਡੇ ਹੱਥ ਵਿੱਚ ਤਾਕਤ ਆਉਂਦੀ ਹੈ ਤੇ ਤੁਸੀਂ ਸਿਸਟਮ ਕਿਹੜਾ ਸਿਰਜੋਗੇ, ਉੱਥੇ ਸਿਸਟਮ ਕਿਹੜਾ ਲਾਗੂ ਕਰੋਗੇ ਉਹਦੇ। ਅੱਛਾ, ਬਸ ਆਹੀ ਚੀਜ਼ ਹੋਈ ਆ ਜੀ। ਹੋਰ ਇਸ ਲੈਵਲ ਦੇ ਉੱਤੇ
ਅਸੀਂ ਉਲਝ ਗਏ ਇਸ ਗੱਲ ਦੇ ਵਿੱਚ ਵੀ ਸਿੱਖ ਕੌਣ ਹੋਣਾ ਚਾਹੀਦਾ, ਕਾਮਰੇਡ ਕੌਣ ਹੋਣਾ ਚਾਹੀਦਾ, ਜਾਂ ਕਹਿਣ ਦਾ ਮਤਲਬ ਕਾਮਰੇਡ ਜਿਹੜੇ ਸਮਝਦੇ ਵੀ ਸ਼ਾਇਦ ਜਿੰਨਾ ਚਿਰ ਅਸੀਂ ਜਿਹੜਾ ਲੋਕਾਂ ਨੂੰ ਸਿੱਖੀ ਦੇ ਵਹਿਣ ਤੋਂ ਨਹੀਂ ਮੋੜਦੇ ਉਹਨਾਂ ਚਿਰ ਲੋਕਾਂ ਨੇ ਸਾਡੇ ਗੱਡੇ ਤੇ ਨਹੀਂ ਬਹਿਣਾ। ਇਦਾਂ ਦੀ ਗੱਲ ਨਹੀਂ ਸੀਗੀ। ਗੱਲ ਇਹ ਸੀ ਵੀ ਗੱਲ ਇਸ ਚੀਜ਼ ਤੋਂ ਉੱਪਰ ਉੱਠਣ ਵਾਲੀ ਸੀ ਵੀ ਜੋ ਮਰਜ਼ੀ ਕੋਈ ਬੰਦਾ ਆਪਣੇ ਥਾਂ ਤੇ ਕਰੇ। ਜਿਹੜਾ ਫ੍ਰੈਂਚ ਰੈਵੋਲੂਸ਼ਨ ਦੇ 3 ਆਧਾਰ ਸੀਗੇ, ਸਿੱਖੀ ਦੇ ਵੀ ਉਹ ਆਧਾਰ ਸੀਗੇ। ਸੋ ਇਸ ਕਰਕੇ ਹੁਣ ਇਸ ਵਕਤ ਸਮੇਂ ਦੀ ਲੋੜ ਆ ਉਹ ਇਹ ਆ ਵੀ ਜੇ ਕੋਈ ਬੁੱਧੀਜੀਵੀ ਭਾਵੇਂ ਉਹ ਕਿਸੇ ਤਰ੍ਹਾਂ ਦੀ ਗੱਲ ਹੈ ਨਾ ਤਾਂ ਕਮਿਊਨਿਜ਼ਮ ਵਾਲੀ ਵਿਚਾਰਧਾਰਾ ਨੂੰ ਫੜ ਕੇ ਬਹਿਣ ਦੀ ਲੋੜ ਆ, ਨਾ ਜਿਹੜੀ ਕਹਿੰਦਾ ਮਤਲਬ ਸਿੱਖੀ ਨੂੰ ਕੱਟੜ ਹੋਣ ਦਾ ਦਰਵਾਜ਼ਾ ਬੰਦ ਕਰਨ ਦੀ ਲੋੜ ਆ ਵੀ ਭਾਈ ਜਿਹੜਾ ਬੰਦਾ ਐਸ ਸਰੂਪ ਚ ਆਵੇ ਉਹੀ ਸਿੱਖੀ ਜਾ ਸਕਦਾ। ਨਹੀਂ, ਇਹਨਾਂ ਗੱਲਾਂ ਨੂੰ ਪਾਸੇ ਛੱਡ ਕੇ ਲੋੜ ਹੈ ਕਿ ਤੁਸੀਂ ਇਸ ਵਕਤ ਮੌਜੂਦਾ ਹਾਲਾਤਾਂ ਦੇ ਵਿੱਚ, ਮੌਜੂਦਾ ਸਮਾਜ ਦੇ ਸਿਸਟਮ ਦੇ ਵਿੱਚ ਕਿਹੋ ਜਿਹਾ ਰਾਜਨੀਤਿਕ ਸਿਸਟਮ ਜਿਹੜਾ ਹੈਗਾ ਉਹ ਸਿਰਜੋ ਜਿਹੜਾ ਲੋਕਾਂ ਨੂੰ ਨਿਆਂ ਦੇਵੇ, ਜਿਹੜਾ ਆਮ ਬੰਦੇ ਦੀ ਐਕਸਪਲੋਇਟੇਸ਼ਨ ਜਿਹੜੀ ਹੈਗੀ ਆ ਉਹਨੂੰ ਉਹਨੂੰ ਰੋਕੇ। ਇਹੋ ਜਿਹੇ ਪ੍ਰਬੰਧ ਹੋਣ ਜਿਹਦੇ ਵਿੱਚ ਸਾਰਿਆਂ ਦੀ ਜਿਹੜੀ ਹੈਗੀ ਆ ਸਾਰਿਆਂ ਦੀ ਉਹਦੇ ਚ ਤਰੱਕੀ ਹੋਵੇ, ਸਾਰਿਆਂ ਦਾ ਪਿਆਰ ਵਿਸ਼ਵਾਸ ਤੇ ਉਹਨਾਂ ਦੀ ਉਹਦੇ ਵਿੱਚ ਲਾਵੇ ਕੁਦਰਤੀ ਤਰੀਕੇ ਨਾਲ ਤਰੱਕੀ ਹੋਵੇ। ਸੋ ਇਸ ਤਰੀਕੇ ਦੇ ਨਾਲ ਕੋਈ ਸਿਸਟਮ ਜਿਹੜਾ ਹੈਗਾ ਉਸ ਵੱਲ ਵਧਣ ਦੀ ਲੋੜ ਆ, ਨਾ ਕਿ ਜਿਵੇਂ ਹੁਣ ਕਿਸਾਨ ਮੋਰਚੇ ਤੇ ਆਪਣੇ ਗੱਲ ਹੋਈ ਵੀ ਤੁਸੀਂ ਆਪਣੇ ਆਪ ਨੂੰ ਡੋਮੀਨੇਟ ਕਰਨ ਲਈ, ਆਪਣੀ ਧੌਂਸ ਬਣਾਉਣ ਲਈ ਉਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿਓ ਵੀ ਇਹ ਕਾਮਰੇਡ ਆ, ਤੇ ਦੂਜੇ ਪਾਸੇ ਤੇ ਉਹ ਕਹੀ ਜਾਂਦੇ ਵੀ ਇਹ ਖਾਲਿਸਤਾਨੀ ਸ਼ਰਾਰਤੀ ਆ। ਬਿਲਕੁਲ, ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡੀ। ਮੈਂ ਥੋੜਾ ਜਿਹਾ ਸਮ ਅਪ ਕਰ ਦਿੰਦਾ। ਜਿਹੜੀ ਇਹਨਾਂ ਨੇ ਗੱਲ ਕੀਤੀ ਆ ਉਹ ਗੱਲ ਬਹੁਤ ਧਿਆਨ ਨਾਲ ਸੁਣਨ ਵਾਲੀ ਤੇ ਨੋਟ ਕਰਨ ਵਾਲੀ ਸੀ। ਉਹ ਕਹਿੰਦੇ ਬੱਝ ਕੇ, ਪਹਿਲੀ ਗੱਲ ਤੇ ਜਿਹੜੀ ਉਹਨਾਂ ਨੇ ਕੀਤੀ ਉਹਦਾ ਮੈਂ 100% ਸਹਿਮਤ ਹਾਂ। ਨਾ ਅਸੀਂ ਸਿੱਖੀ ਵਿਚਾਰਧਾਰਾ ਨੂੰ ਸਮਝਿਆ ਤੇ ਨਾ ਹੀ ਅਸੀਂ ਕਮਿਊਨਿਜ਼ਮ ਦੀ ਵਿਚਾਰਧਾਰਾ ਨੂੰ ਸਮਝਿਆ। ਸਾਨੂੰ ਲੱਗਦਾ ਵੀ ਸਾਰੇ ਕਮਿਊਨਿਸਟ ਦੀ ਵਿਚਾਰਧਾਰਾ ਇੱਕੋ ਹੀ ਆ। ਹੁਣ ਮੈਂ 2 ਐਗਜ਼ਾਮਪਲਾਂ ਦਿੰਦਾ। ਕਿਊਬਾ ਵੀ ਕਮਿਊਨਿਸਟ ਕੰਟਰੀ ਆ ਤੇ ਨਾਰਵੇ ਵੀ ਕਮਿਊਨਿਸਟ ਕੰਟਰੀ ਆ, ਸੋਸ਼ਲਿਸਟ ਕੰਟਰੀ ਆ, ਆਪਣੇ ਆਪ ਨੂੰ ਦੋਨੋਂ ਸੋਸ਼ਲਿਸਟ ਕਹਿੰਦੇ ਆ। ਉੱਥੇ ਦੀ ਤੁਸੀਂ ਹਾਲਾਤ ਦੇਖ ਲਓ ਤੇ ਨਾਰਵੇ ਦੇ ਹਾਲਾਤ ਦੇਖ ਲਓ। ਸੋ ਜਦੋਂ ਤੁਸੀਂ ਆਪਣੇ ਆਪ ਨੂੰ ਸੋਸ਼ਲਿਸਟ ਕਹਿੰਦੇ ਆ ਜਾਂ ਕਮਿਊਨਿਸਟ ਕਹਿੰਦੇ ਆ, ਸੋਸ਼ਲਿਸਟ ਕਮਿਊਨਿਜ਼ਮ ਦਾ ਹੀ ਸੁਧਰਿਆ ਹੋਇਆ ਇੱਕ ਨਾਮ ਆ ਜਿਹਨੂੰ ਅੱਜ ਕੱਲ੍ਹ ਸੋਸ਼ਲਿਸਟ ਦਿੱਤਾ ਜਾਂਦਾ। ਹੁਣ ਆਪਾਂ ਅਮਰੀਕਾ ਦੀ ਗੱਲ ਕਰੀਏ, ਡੈਮੋਕ੍ਰੇਟ ਪਾਰਟੀ ਜਿਹੜੀ ਆ ਉਹਦੇ ਵਿੱਚ ਲਿਬਰਲ ਵੀ ਹੈਗੇ ਆ ਤੇ ਉਹਦੇ ਵਿੱਚ ਸੋਸ਼ਲਿਸਟ ਵੀ ਹੈਗੇ ਆ ਜਿਹਨਾਂ ਨੂੰ ਪ੍ਰੋਗਰੈਸਿਵ ਕਿਹਾ ਜਾਂਦਾ ਆ, ਪਰ ਉਹ ਆਪਸ 'ਚ ਰਲ ਕੇ ਚੱਲਦੇ ਆ। ਹੁਣ ਸੋਚ ਇਕੱਲੀ ਵਿਚਾਰਧਾਰਾ ਦੇ ਨਾਲ, ਕਿਉਂਕਿ ਉਹਨਾਂ ਨੂੰ ਪੂਰੀ ਉਹਦੀ ਸਟੱਡੀ ਆ, ਪੂਰੀ ਨੌਲੇਜ ਆ, ਉਹਨਾਂ ਨੇ ਪੂਰਾ ਪੁਆਇੰਟ ਨੋਟ ਕੀਤਾ ਹੋਇਆ ਵੀ ਇੱਥੇ ਸਾਡਾ ਡਿਫਰੈਂਸ ਆ। ਸਾਨੂੰ ਤਾਂ ਪਤਾ ਹੀ ਕੱਖ ਨਹੀਂ ਗਾ। ਸਾਨੂੰ ਇਹ ਨਹੀਂ ਪਤਾ ਅਸੀਂ ਮਾਓਵਾਦੀ ਆ, ਅਸੀਂ ਕਮਿਊਨਿਸਟ ਆ, ਅਸੀਂ ਕੀ ਆ, ਇੱਦਾਂ ਹੀ ਸਿੱਖ ਆ। ਸਿੱਖਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਵਿਚਾਰਧਾਰਾ ਕਿਹੜੀ ਆ। ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਆ, ਜਾਂ ਅਸੀਂ ਦਮਦਮੀ ਟਕਸਾਲ ਦੇ ਸਿੱਖ ਆ, ਜਾਂ ਅਸੀਂ ਨਾਨਕਸਰੀਆਂ ਦੇ ਸਿੱਖ ਆ, ਜਾਂ ਅਸੀਂ ਤਾਂ ਕਹਿੰਦੇ ਅਸੀਂ ਖੰਡੇ ਦੀ ਪੌਲ ਫਲਾਣੇ ਦੀ ਲਈ ਹੋਈ। ਹੁਣ ਮੈਂ ਤੁਹਾਨੂੰ ਗੁਰਬਖਸ਼ ਸਿੰਘ ਦੀਆਂ ਗੱਲਾਂ ਪੜ੍ਹ ਕੇ ਸੁਣਾਈਆਂ, ਜਸਵੰਤ ਸਿੰਘ ਕੰਵਲ ਦੀਆਂ ਪੜ੍ਹ ਕੇ ਸੁਣਾਈਆਂ, ਮੈਂ ਤੁਹਾਨੂੰ ਹੋਰ ਕਿੰਨੀਆਂ ਕਿਤਾਬਾਂ 'ਚੋਂ ਪੜ੍ਹ ਕੇ ਸੁਣਾ ਸਕਦਾ। ਸੱਚ ਕੀ ਬੇਲਾ ਜਿਨ੍ਹਾਂ ਨੇ ਨਹੀਂ ਪੜ੍ਹੀ, ਪੜ੍ਹਿਓ ਵੀ ਸਿੱਖੀ ਬਾਰੇ ਕੀ ਗੱਲ ਕਰਦੇ ਆ। ਰੁੜ ਚਲਿਆ ਪੰਜਾਬ ਪੜ੍ਹਿਓ ਵੀ ਪੰਜਾਬ ਦਾ ਕਿੰਨਾ ਦਰਦ ਆ ਉਹਨਾਂ ਨੂੰ। ਜਿਹੜਾ ਉਹਨਾਂ ਨੇ ਖੱਤ ਲਿਖਿਆ ਆ ਇਹਦੇ 'ਚ ਸੱਚ ਕੀ ਬੇਲਾ 'ਚ ਪੰਜਾਬੀਆਂ ਦੇ ਨਾਮ, ਉਹਦੀ ਸ਼ੁਰੂਆਤ ਕਿੱਥੋਂ ਕੀਤੀ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਾਸਤਿਕ ਬੰਦਾ ਆ ਲਿਖ ਰਿਹਾ। ਇੱਕ ਭਾਜੀ ਗੱਲ ਇੱਥੇ ਆ ਕੇ ਮੈਂ ਇੱਕ ਮਿੰਟ ਗੱਲ ਕੰਪਲੀਟ ਕਰ ਲਵਾਂ ਜਗਮੋਹਨ ਸਿੰਘ ਜੀ। ਉਹਦੇ ਨਾਲ ਹੁਣ ਤੁਸੀਂ ਪੜ੍ਹਿਓ ਦਮਦਮੀ ਟਕਸਾਲ ਵਾਲਿਆਂ ਦੀ ਕਿਤਾਬ ਵੀ ਉਹ ਕੀ ਕਹਿ ਰਹੇ ਆ ਸਿੱਖੀ ਬਾਰੇ, ਵੀ ਸਿੱਖੀ ਕਿੱਥੋਂ ਨਿਕਲੀ ਆ, ਸਿੱਖੀ ਦਾ ਬੇਸ ਕੀ ਆ। ਤੇ ਉਹ ਤੁਹਾਨੂੰ ਸਾਰਾ ਹਿੰਦੂ ਮਿਥੋਲੋਜੀ ਆ ਲੈ ਲੂਗਾ। ਤੁਸੀਂ ਉਹਨੂੰ ਨੂੰ ਸਿੱਖ ਕਹਿ ਰਹੇ ਆ ਤੇ ਇਹਨਾਂ ਨੂੰ ਤੁਸੀਂ ਕਾਮਰੇਡ ਕਹਿ ਰਹੇ ਆ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨਾਲ ਲਿਖ ਰਹੇ ਆ। ਇਹ ਸਿਰਫ ਸੋਚ ਦਾ ਫਰਕ ਆ। ਸੋ ਕਿੰਨੀ ਵਾਰੀ ਅਸੀਂ ਦੱਸ ਚੁੱਕੇ ਹਾਂ ਵੀ ਉਹ ਤੱਕ ਉਹਦੇ ਵਿੱਚ ਕੀ ਲਿਖਿਆ ਹੋਇਆ ਗੁਰਬਾਣੀ ਪਾਠ ਦਰਪਣ ਦੇ ਵਿੱਚ ਆਪਾਂ ਪੜ੍ਹ ਕੇ ਵੀ ਸੁਣਾਇਆ ਹੋਇਆ, ਪ੍ਰੋਗਰਾਮ ਵੀ ਕੀਤਾ ਹੋਇਆ। ਤੁਹਾਨੂੰ ਲੱਗਦਾ ਵੀ ਉਹ ਸਿੱਖੀ ਆ, ਵੀ ਉਹ ਸਾਰੀ ਸਿੱਖੀ ਆ? ਅਸੀਂ ਲਵ ਕੁਸ਼ ਦੀ ਔਲਾਦ ਆ, ਮੰਨ ਲਈਏ ਫਿਰ ਜੇ ਉਹ ਸਿੱਖਾਂ ਨੇ ਲਿਖਿਆ ਹੋਇਆ, ਕਿ ਜਾਂ ਇਹ ਜੋ ਲਿਖ ਰਿਹਾ ਜਿਹਨਾਂ ਨੂੰ ਤੁਸੀਂ ਕਾਮਰੇਡ ਕਹਿੰਦੇ ਆ ਸਿੱਖੀ ਬਾਰੇ ਲਿਖ ਰਹੇ ਆ ਉਹ ਠੀਕ ਹੈ। ਸੋ ਇਹ ਸਿਰਫ ਸੋਚ ਦੀ ਗੱਲ ਆ। ਸਾਨੂੰ ਡਿਸਾਈਡ ਕਰਨਾ ਪੈਣਾ ਅਸੀਂ ਕਿਸੇ ਥਾਂ ਦੇ ਉੱਤੇ ਜਦੋਂ ਕੱਟੜ ਹੋ ਜਾਂਦੇ, ਚਾਹੇ ਉਹ ਕਮਿਊਨਿਸਟ ਹੋਵੇ ਤੇ ਚਾਹੇ ਉਹ ਸਿੱਖ ਹੋਵੇ। ਜਿਹੜਾ ਕੱਟੜ ਆ ਉਹ ਨਾ ਚੰਗਾ ਕਮਿਊਨਿਸਟ ਆ ਤੇ ਜਿਹੜਾ ਕੱਟੜ ਆ ਨਾ ਉਹ ਚੰਗਾ ਸਿੱਖ ਆ। ਹਾਂਜੀ ਬਿਲਕੁਲ ਜੀ। ਗੱਲ ਇੱਦਾਂ ਹੁੰਦੀ ਆ ਵੀ ਅਸੀਂ ਉਹ ਪੈਮਾਨਾ ਚੱਕਦੇ ਆ ਜਿਹੜਾ ਸਿਸਟਮ ਸਾਨੂੰ ਸੂਟ ਕਰਦਾ ਆ। ਐਗਜ਼ਾਮਪਲ ਤੌਰ ਤੇ ਜਦੋਂ ਕਿਸਾਨੀ ਅੰਦੋਲਨ ਚੱਲਿਆ, ਇੱਕ ਛੋਟੀ ਐਗਜ਼ਾਮਪਲ ਦਿੰਦਾ ਮੈਂ, ਉਦੋਂ ਰਮਨ ਸਿੰਘ ਨਾਂ ਦਾ ਮੁੰਡਾ ਮਾਓਵਾਦੀ ਤੇ ਕਨੂਪ੍ਰਿਆ
ਉਹ ਗਰਮ ਬਿਆਨ ਦਿੱਤੇ ਉਹਨਾਂ ਨੇ। ਹੁਣ ਉਹ ਦੋਨੇ ਕਮਿਊਨਿਸਟ ਪਾਰਟੀ ਮਾਓਵਾਦੀ ਨੂੰ ਬਿਲੋਂਗ ਕਰਦੇ ਆ। ਉਹ ਸਾਡੇ ਜਿਹੜੇ ਅਖੌਤੀ ਖਾਲਿਸਤਾਨੀ ਆ, ਜਿਹੜੇ ਚਾਹੁੰਦੇ ਵੀ ਬੰਦੇ ਮਰਨ ਤੇ ਪੈਸੇ ਕਮਾਈਏ, ਉਹਨਾਂ ਨੂੰ ਉਹਨਾਂ ਦੇ ਬਿਆਨ ਬਹੁਤ ਵਧੀਆ ਲੱਗੇ ਵੀ ਇੱਦਾਂ ਹੋਣਾ ਚਾਹੀਦਾ ਆ ਲੋਕਾਂ ਦੇ, ਕਿਉਂਕਿ ਆਪ ਤਾਂ ਬਾਹਰ ਬੈਠੇ ਆ ਵੀ ਲੋਕਾਂ ਦੇ ਪੁੱਤ ਮਰਨਗੇ, ਦੁਕਾਨਾਂ ਚੱਲਣਗੀਆਂ, ਫਿਰ ਗੁਰਦੁਆਰਿਆਂ 'ਚ ਸਟਾਲਾਂ ਲਾਵਾਂਗੇ, ਪੈਸੇ ਇਕੱਠੇ ਕਰਾਂਗੇ ਲੋਕਾਂ ਤੋਂ। ਉਹ ਰਮਨ ਅੱਛਾ ਉਸੇ ਕਮਿਊਨਿਸਟ ਪਾਰਟੀ ਦੇ ਜਿਹੜੇ ਬਾਕੀ ਲੋਕ ਹੈ, ਚਾਹੇ ਉਹ ਗਰਾਹਾਂ ਸਾਹਿਬ ਆ, ਚਾਹੇ ਕੁਲਵੰਤ ਸਿੰਘ ਸੰਧੂ ਆ, ਬਾਕੀ ਜਿੰਨੇ ਆ, ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਆ, ਜਾਂ ਆਪਣਾ ਜਿੰਨੇ ਵੀ ਹੋਰ ਵੀਰ ਆ, ਡੱਲੇਵਾਲ ਸਾਹਿਬ ਹੋਣੀ ਆ ਆਪਣੇ, ਚਲੋ ਉਹ ਕਮਿਊਨਿਸਟ ਨਹੀਂ ਆ, ਡੱਲੇਵਾਲ ਸਾਹਿਬ ਹੋਣੀ ਆ, ਜਾਂ ਬੂਟਾ ਸਿੰਘ ਬੁਰਜ ਗੱਲ ਆ, ਇਹ ਸਾਰੇ ਕਹਿੰਦੇ ਵੀ ਆਪਾਂ ਸ਼ਾਂਤੀ ਨਾਲ ਕੰਮ ਕਰਨਾ। ਇਹ ਸਾਨੂੰ ਮਾੜੇ ਲੱਗ ਰਿਹਾ ਸੀ ਵੀ ਇਹ ਬੰਦੇ ਕਿਉਂ ਨਹੀਂ ਮਰਾ ਰਹੇ, ਰੌਲਾ ਕਿਉਂ ਨਹੀਂ ਪੈ ਰਿਹਾ, ਖਤਮ ਕਿਉਂ ਨਹੀਂ ਹੋ ਰਿਹਾ। ਜਦ ਕਿ ਆਪਾਂ ਗੱਲ ਕਰਦੇ ਹਾਂ ਵੀ ਸਿਸਟਮ ਨੂੰ ਸਮਝਣ ਦੀ ਗੱਲ ਆ। ਜਦੋਂ ਸਿਸਟਮ ਸਮਝਾਂਗੇ ਉਸ ਹਿਸਾਬ ਨਾਲ ਚੱਲਾਂਗੇ। ਇੱਕ ਹੋਰ ਬੇਨਤੀ ਕਰੂੰਗਾ ਦਰਸ਼ਕਾਂ ਨੂੰ, ਆਪਣੀ ਜਿਹੜੀ ਗੱਲ ਆ ਟੂ ਦਾ ਪੁਆਇੰਟ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਵੀਰ ਜੀ ਨੇ ਗੱਲ ਕੀਤੀ। ਜਦੋਂ ਕਾਲ ਕਰਦੇ ਆਪਣੇ ਪੁਆਇੰਟਸ ਬਣਾ ਕੇ ਰੱਖਿਆ ਕਰੋ ਵੀ ਆਪਾਂ ਯਾਰ ਇਸ ਪੁਆਇੰਟ ਦੇ ਉੱਪਰ ਗੱਲ ਕਰਨੀ ਆ, ਕਿਉਂਕਿ ਤੁਹਾਨੂੰ ਬਹੁਤ ਸਾਰੇ ਲੋਕ ਦੁਨੀਆ ਦੇ ਵਿੱਚ ਸੁਣਦੇ ਆ। ਜਿੰਨੇ ਸ਼ਾਰਟ ਦੇ ਵਿੱਚ ਵਧੀਆ ਤਰੀਕੇ ਨਾਲ ਆਪਾਂ ਗੱਲ ਰੱਖ ਸਕਾਂਗੇ ਉਨੀ ਹੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਆ। ਹੁਣ ਭਾਜੀ ਤੁਸੀਂ ਉਦਾਹਰਨਾਂ ਦਿੱਤੀਆਂ ਕਾਫੀ, ਰਾਈਟ, ਭਗਤ ਸਿੰਘ ਦੀ ਦਿੱਤੀ। ਹੁਣ ਜਿਹੜੀ ਅੱਜ ਕੱਲ੍ਹ ਮੋਦੀ ਸਾਹਿਬ ਆ ਗਏ ਆ, ਸਾਡੇ ਪ੍ਰਧਾਨ ਮੰਤਰੀ ਆ, ਭਾਜਪਾ ਨੇ ਕੀ ਕੀਤਾ, RSS ਨੇ ਕੀ ਕੀਤਾ, ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਪਟੇਲ ਤੇ ਕਬਜ਼ਾ ਕੀਤਾ। ਜਦ ਕਿ ਵੱਲਭ ਭਾਈ ਪਟੇਲ ਨੇ RSS ਤੇ ਬੈਨ ਲਾਇਆ ਸੀ। ਉਹਨੇ ਸਭ ਤੋਂ ਪਹਿਲਾਂ ਕੀ ਕੀਤਾ, ਪਟੇਲ ਨੂੰ ਅਡਾਪਟ ਕਰ ਲਿਆ, ਉਹਦੀ ਮੂਰਤੀ ਬਣਾਤੀ, ਧੱਕੇ ਨਾਲ ਕਬਜ਼ਾ ਬੰਦੇ ਤੇ ਵੀ ਇਹ ਤਾਂ ਸਾਡਾ ਆ। ਫਿਰ ਉਹਨਾਂ ਦਾ ਹੀਰੋ ਬਣ ਗਿਆ ਭਗਤ ਸਿੰਘ। ਭਗਤ ਸਿੰਘ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਵੀ ਭਗਤ ਸਿੰਘ ਜਿਹੜਾ ਆ ਵੀ ਇਹ ਵੀ ਸਾਡਾ ਹੀ ਆ। ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਉਹ ਉਹਨਾਂ ਤੇ ਕਬਜ਼ਾ ਕਰਦੇ ਆ, ਉਹਨਾਂ ਤੇ। ਇਹੀ ਤਰੀਕਾ ਕਿਤੇ ਨਾ ਕਿਤੇ ਸਾਡੇ ਜਿਹੜੇ ਕੱਟੜਪੰਥੀ ਸਿੱਖ ਆ, ਜਾਂ ਜਿਹੜੇ ਜਿਹਨੂੰ ਕਹੀਏ ਵੀ RSS ਵਾਂਗ, ਉਹ ਕੋਸ਼ਿਸ਼ ਕਰਦੇ ਆ ਵੀ ਜਿਹੜਾ ਵੀ ਬੰਦਾ ਆ ਉਹ ਜੇ ਕਾਮਨਿਸਟ ਆ ਉਹਨੂੰ ਫਟਾਫਟ ਸਿੱਖ ਕਨਵਰਟ ਕਰ ਦੇਣਾ, ਉਹਨਾਂ ਨੇ ਰਾਤੋਂ ਰਾਤ ਹੀ ਅਮਰ ਛਕਾ ਦੇਣਾ ਆ। ਠੀਕ ਨਹੀਂ। ਇਹਦੇ ਵਿੱਚ ਗੱਲ ਆਉਂਦੀ ਹੈ ਕਿ ਉਹਨਾਂ ਦਾ ਸਾਵਰਕਰ ਜਿਹੜਾ ਆ ਉਹ ਸਾਰੀ ਅੰਗਰੇਜ਼ਾਂ ਨੂੰ ਸੂਝ ਦਿੰਦਾ ਰਿਹਾ, ਉਹਨਾਂ ਦਾ ਹੀਰੋ ਆ। ਉਹਨਾਂ ਦਾ ਨੱਥੂ ਰਾਮ ਗੋਡਸੇ ਜਿਹੜਾ ਗਾਂਧੀ ਦੇ ਆ ਕੇ ਗੋਲੀਆਂ ਮਾਰਦਾ 3 ਤੇ ਮਾਰ ਦਿੰਦਾ, ਉਹ ਉਹਨਾਂ ਦਾ ਹੀਰੋ ਆ RSS ਦਾ। ਤੇ ਸਾਡੇ ਤਾਂ ਹੀਰੋਇਜ਼ਮ ਨਾ, ਦੇਸ਼ ਭਗਤਾਂ ਨਾ, ਸਾਡਾ ਤਾਂ ਇਤਿਹਾਸ ਹੀ ਖੂਨ ਨਾਲ ਰਚਿਆ ਪਿਆ ਆ। ਜੇ ਕਾਲ ਹੈ ਤਾਂ ਲੈ ਲਓ ਭਾਈ ਤੁਸੀਂ। ਹਾਂਜੀ 4878 ਤੁਸੀਂ ਆਉਣੇ ਰੋ ਜੀ। ਹਾਂਜੀ ਭਾਈ, ਵਾਹਿ ਖਾਲਸਾ ਫਤਿਹ ਭਾਈ। ਹਾਂਜੀ ਵਾਹਿ ਖਾਲਸਾ ਜੀ ਫਤਿਹ ਜੀ। ਭਾਈ ਮੈਂ ਦੋ ਕੀ ਗੱਲਾਂ ਕਰਨੀਆਂ। ਇੱਕ ਤਾਂ ਤੁਸੀਂ ਆਪੇ ਹੀ ਗੱਲ ਕਰ ਚੁੱਕੇ ਨਾ, ਜਿੱਦਾਂ ਕਮਿਊਨਿਜ਼ਮ ਦੇ ਬਾਰੇ ਦੇ ਵਿੱਚ, ਜਿਹੜਾ ਕੈਲੀਫੋਰਨੀਆ ਦੀ ਡੈਮੋਕ੍ਰੈਟਿਕ ਕੰਟਰੀ ਆ, ਉਹਦੇ ਵਿੱਚ ਲਿਬਰਲ ਵੀ ਆ, ਸੋਸ਼ਲਿਸਟ ਵੀ ਆ। ਹਾਂਜੀ। ਤੇ ਬਹੁਤੇ ਬੰਦਿਆਂ ਨੂੰ ਇਹ ਨਹੀਂ ਪਤਾ ਜਿਹੜੇ ਸੋਸ਼ਲਿਜ਼ਮ ਆ, ਜਿੱਦਾਂ ਕਮਿਊਨਿਸਟ ਪਾਰਟੀ ਮਾੜੀ ਨਹੀਂ, ਕਮਿਊਨਿਸਟ ਪਾਰਟੀ ਦੀ ਸੋਚ ਮਾੜੀ ਨਹੀਂ। ਮੈਂ ਪਾਰਟੀ ਦੀ ਗੱਲ ਨਹੀਂ ਕਰਦਾ, ਕਮਿਊਨਿਸਟ ਪਾਰਟੀ ਦੀ ਆਪਾਂ ਗੱਲ ਕਰਦੇ ਨਾ, ਆਪਾਂ ਪੰਜਾਬ ਲੈਵਲ ਤੇ ਆਏ ਨੇ, ਉਹਨਾਂ ਦੀ ਗੱਲ ਮੈਂ ਬਾਅਦ ਚੋਂ ਕਰਦਾ। ਜੇ ਤੁਸੀਂ ਕਾਰਲ ਮਾਰਕਸ ਦਾ ਸਿਧਾਂਤ ਪੜ੍ਹ ਲਓ ਨਾ, ਜਿਹੜਾ ਕੈਲੀਫੋਰਨੀਆ ਦਾ ਲੇਬਰ ਲਾਇਆ 100% ਉਹਦੇ ਉੱਤੇ ਮਤਲਬ ਬਿਲਕੁਲ ਉਹਦੀ ਸੋਚ ਤੇ ਪਹਿਰਾ ਦਿੰਦਾ ਹੈ। ਬਿਲਕੁਲ 100% ਉਹਦੀ ਸੋਚ ਤੇ ਪਹਿਰਾ ਦਿੰਦਾ। ਜਿਹੜੇ ਇੱਥੇ ਰਾਈਟ ਮਿਲਿਆ ਕਾਰਲ ਮਾਰਕਸ ਉਹਨੂੰ ਹੀ ਉਹ ਮਤਲਬ ਕਰਦਾ ਰਿਹਾ ਸਾਰੀ ਉਮਰ ਵੀ ਇਹ ਰਾਈਟ ਲੇਬਰ ਨੂੰ ਮਿਲਣੇ ਚਾਹੀਦੇ ਆ। ਤੇ ਅਸੀਂ ਸਾਰੇ ਭੱਜਦੇ ਵੀ ਕੈਲੀਫੋਰਨੀਆ ਮੂਵ ਹੋਈਏ ਪਰ ਦਬਦਾ ਸਾਡੀ ਜ਼ਿੰਦਗੀ ਬਿਹਤਰ ਹੋਵੇ। ਜਦੋਂ ਉਹ ਵੱਖਰੀ ਗੱਲ ਆ। ਜਿਹੜੇ ਕਮਿਊਨਿਸਟ ਕੰਟਰੀਆਂ ਸੀ ਉਹਨਾਂ ਤੋਂ ਨਹੀਂ ਪੈਦਾ ਹੋਈਆਂ ਗਾਹਾਂ, ਉਹ ਤੋਂ ਗਾਹਾਂ ਜਿੱਦਾਂ ਲੈਨਨ ਆ ਗਿਆ, ਕੁਛ ਆ ਗਿਆ, ਕਈ ਕੁਛ ਕੱਟੜ ਤਾਂ ਉਹਨਾਂ ਦੇ ਵਿੱਚ ਆ ਗਈ, ਉਹਨਾਂ ਨੇ ਖਤਮ ਕਰਤਾ। ਆ ਚਾਈਨਾ ਆਪਣੇ ਆਪ ਨੂੰ ਕਮਿਊਨਿਸਟ ਕੰਟਰੀ ਖਵਾਉਂਦਾ, ਪਰ ਉੱਥੇ ਕਮਿਊਨਿਜ਼ਮ ਕੁਛ ਹੋਰ ਤਰੀਕੇ ਦਾ ਆ, ਬਿਲਕੁਲ ਡਿਫਰੈਂਟ ਆ। ਹੁਣ ਭਾਈ ਗੱਲ ਮੈਂ ਕਰਦਾ, ਇਹ ਸਿਧਾਂਤ ਜਿਹੜਾ ਉਹਨਾਂ ਦਾ ਬੇਸਿਕ ਸਿਧਾਂਤ ਸੀ ਉਹ ਮਾੜਾ ਨਹੀਂ ਸੀ ਲੇਬਰ ਦੇ ਉੱਤੇ, ਜਿਹਦਾ ਉਹਨੇ ਸੋਸ਼ਲਿਜ਼ਮ ਪੈਦਾ ਕੀਤਾ ਜੀ। ਭਾਜੀ ਇਹੀ ਗੱਲ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਸਿੱਖੀ ਦਾ ਗੁਰੂ ਨਾਨਕ ਪਾਤਸ਼ਾਹ ਦਾ ਬੇਸਿਕ ਸਿਧਾਂਤ ਸੀ ਉਹ ਮਾੜਾ ਨਹੀਂ ਸੀ, ਪਰ ਅੱਜ ਜਿਹੜੀ ਸਿੱਖੀ ਸ਼ੋਅ ਕੀਤੀ ਜਾ ਰਹੀ ਆ ਬਾਹਰ, ਉਹ ਸਿੱਖੀ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਵਾਲੀ ਨਹੀਂ ਜਿਹੜੀ ਕੱਟੜਪੰਥੀ ਸ਼ੋਅ ਕਰ ਰਹੇ ਆ, ਉਹ ਬਿਲਕੁਲ ਡਿਫਰੈਂਟ ਹੈ। ਇਹੀ ਕੰਮ ਕਮਿਊਨਿਸਟਾਂ ਨਾਲ ਹੋਇਆ ਆ। ਜਿਹੜੀ ਕਾਰਲ ਮਾਰਕਸ ਦੀ ਵਿਚਾਰਧਾਰਾ ਉਹਦੇ ਚ ਤਾਂ ਬਹੁਤ ਬਦਲਾਅ ਲਿਆ ਕੇ ਕੁਛ ਹੋਰ ਹੀ ਬਣਾਤਾ। ਕਿਊਬਾ ਨੇ ਆਪਣੇ ਹਿਸਾਬ ਨਾਲ ਕਰ ਲਿਆ, ਵੈਨੇਜ਼ੁਏਲਾ ਨੇ ਆਪਣੇ ਹਿਸਾਬ ਨਾਲ ਕਰ ਲਿਆ, ਚਾਈਨਾ ਨੇ ਆਪਣੇ ਹਿਸਾਬ ਨਾਲ ਕਰ ਲਿਆ, ਰਸ਼ੀਆ ਨੇ ਆਪਣੇ ਹਿਸਾਬ ਨਾਲ ਕਰ ਲਿਆ। ਹੋਰ ਭਾਈ ਜਿਹੜਾ ਪੰਜਾਬ ਦੇ ਕਮਿਊਨਿਸਟਾਂ ਦੀ ਗੱਲ ਕਰਦਾ, ਮੈਂ ਤੁਹਾਨੂੰ ਗੱਲ ਦੱਸਦਾ, ਪੰਜਾਬ ਦੇ ਕਮਿਊਨਿਸਟਾਂ ਦੀ ਗੱਲ ਕਰਦਾ। ਪਾੜਾ ਕਿੱਥੋਂ ਪਿਆ? ਪਾੜਾ ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਦੋ ਕੁ ਗੱਲਾਂ ਦੇ ਲਓ। 78 ਤੋਂ ਪਹਿਲਾਂ ਨਕਸਲਵਾਦੀ ਲਹਿਰ ਤੁਰਦੀ ਸੀ ਪੰਜਾਬ ਦੇ ਵਿੱਚ। ਉਸ ਵੇਲੇ ਜਿਹੜੇ ਕਮਿਊਨਿਜ਼ਮ ਸੀਗੇ, ਕਮਿਊਨਿਜ਼ਮ ਵਰਸਸ ਸਟੇਟ ਸੀਗੀ, ਉਸ ਵੇਲੇ ਚੱਲਦਾ ਸੀ ਕੰਮ। ਉਸ ਵੇਲੇ ਗ੍ਰਨੇਡ ਵੀ ਸੁੱਟੇ ਗਏ, ਸਾਰਾ ਕੁਛ ਹੋਇਆ, ਆਪਾਂ ਨੂੰ ਪਤਾ ਹੀ ਆ ਸਾਰਾ ਕੁਛ ਕੀ ਹੁੰਦਾ ਸੀ ਉਸ ਵੇਲੇ।
ਹਾਂਜੀ, ਤੇ ਉਹ ਤੋਂ ਬਾਅਦ ਵਿੱਚ ਪੰਜਾਬ ਦਾ ਪਹਿਲਾ ਸ਼ਹੀਦ, ਵੈਸੇ ਮੈਂ ਲੋਕਾਂ ਨੂੰ ਦੱਸ ਦੇਵਾਂ, ਬਾਬਾ ਬੂੜਾ ਸਿੰਘ ਹੋਇਆ। ਮੈਂ ਜੇ ਨਾਂ ਨਹੀਂ ਉਹਦਾ, ਨਾਂ ਬਾਬਾ ਕਰਕੇ ਸੀ, ਵੈਸੇ ਸਿਰੋਂ ਮੋਨਾ ਸੀ। ਬਾਬਾ ਉਹਨੂੰ ਤਾਂ ਕਹਿੰਦੇ ਸੀ ਕਿਉਂਕਿ ਤੁਰਿਆ ਜਾਂਦਾ, ਸਕੂਲ ਕਹਿੰਦੇ ਸੀਗਾ ਉਹ ਇੱਕ ਤਰ੍ਹਾਂ ਦਾ, ਜਿੱਥੇ ਜਾਂਦਾ ਸੀ ਐਜੂਕੇਸ਼ਨ ਪਹਿਲਾਂ ਰੱਖਦਾ ਸੀ ਉਹ ਬੰਦਾ। ਸਭ ਤੋਂ ਪਹਿਲਾਂ ਐਨਕਾਊਂਟਰ ਪੰਜਾਬ ਪੁਲਿਸ ਨੇ ਉਹਦਾ ਉਸ ਬੰਦੇ ਦਾ ਕੀਤਾ। ਆਜ਼ਾਦ ਭਾਰਤ ਦੀ ਗੱਲ ਕਰਦਾ ਮੈਂ ਜਦੋਂ, ਹਾਂਜੀ 1947 ਤੋਂ ਬਾਅਦ ਚੋਂ। ਅੱਛਾ, ਉਹ ਤੋਂ ਬਾਅਦ ਵਿੱਚ ਜਦੋਂ ਉਸ ਵੇਲੇ ਲਹਿਰ ਚੱਲਦੀ, ਉਸ ਤੋਂ ਬਾਅਦ ਚੋਂ ਜਦੋਂ ਸਿੱਖੀ ਲਹਿਰ ਆਈ ਆ, ਧਰਮ ਯੁੱਧ ਮੋਰਚਾ ਚੱਲਿਆ ਪੰਜਾਬ ਦੇ ਵਿੱਚ, ਮੈਨ ਹੰਟਿੰਗ ਹੋਈ ਆ ਜਿਹੜੀ ਸ਼ਰੇਆਮ ਹੋਈ ਆ, ਪੰਜਾਬ ਪੁਲਿਸ ਨੇ ਜਿਹੜੀ ਕੀਤਾ ਸਾਰਿਆਂ ਨੂੰ ਪਤਾ ਜਿਹਦਾ। ਪਰ ਉਸ ਵੇਲੇ ਕੀ ਹੋਇਆ, ਜਿਹੜੀ ਕਮਿਊਨਿਸਟ ਵਿਚਾਰਧਾਰਾ ਸੀ ਇੱਕਦਮ ਸਟੇਟ ਦੇ ਨਾਲ ਜਾ ਕੇ ਖੜ ਜਾਂਦੀ ਆ। ਉਹਨਾਂ ਨੂੰ ਸਿਕਿਉਰਟੀਆਂ ਮਿਲੀਆਂ, ਜਿਹੜੇ ਬੰਦਿਆਂ ਦਾ ਨਾਮ ਰੱਖਿਆ ਗਿਆ ਸੀ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਗਈਆਂ। ਉਹ ਬੰਦਿਆਂ ਨੇ ਵੀ ਇਹ ਨਹੀਂ ਕਿਹਾ ਵੀ ਜਾਣੀ ਹਾਰ ਦਾ ਨਾਰਾ ਨਹੀਂ ਮਾਰਿਆ ਵੀ ਮੈਨ ਹੰਟਿੰਗ ਹੋ ਰਹੀ ਆ, ਵੀ ਇਹਦੇ ਵਿੱਚ ਅਸੀਂ ਕੁਛ ਨਾ ਕੁਛ ਬੋਲੀਏ। ਛੋਟੀ ਗੱਲ ਦਾ ਨਾ ਇੱਕ ਗੱਲ ਮੰਨਣ ਵਾਲੀ ਆ ਵੀ ਕਾਮਰੇਡ ਜਿਹੜੇ ਬੰਦੇ ਆ ਨਾ, ਚਾਹੇ ਪਿੰਡਾਂ ਦੇ ਵਿੱਚ ਆਪਾਂ ਜਿਹਨਾਂ ਨੂੰ ਕਹਿੰਦੇ ਕਾਮਰੇਡ, ਉਹ ਸਭ ਤੋਂ ਜ਼ਿਆਦਾ ਲਿਟਰੇਚਰ ਉਹ ਬੰਦੇ ਪੜ੍ਹਦੇ ਆ, ਇਹ 'ਚ ਕੋਈ ਦੋ ਰਾਮਾਂ ਨਹੀਂ ਸੀਗੀਆਂ। ਪਰ ਉਹਨਾਂ ਲੋਕਾਂ ਨੇ ਕਿਤੇ ਵੀ ਹਾਰ ਦਾ ਨਾਰਾ ਨਹੀਂ ਮਾਰਿਆ। ਉਸ ਵੇਲੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਹੋਈ, ਕੋਈ ਕਾਮਰੇਡ ਨਹੀਂ ਬੋਲਿਆ, ਕੋਈ ਕਾਮਰੇਡ ਦੀ ਕਲਮ ਨਹੀਂ ਬੋਲੀ। ਸਗੋਂ ਪਹਿਰੇਦਾਰ ਨਵਾਂ ਜਮਾਨਾ ਜਿਹੜੀ ਅਖਬਾਰ ਸੀਗੀ ਉਹਦੇ ਵਿੱਚ ਕੀ ਕੁਛ ਲਿਖਿਆ ਹੁੰਦਾ ਰਿਹਾ ਸਾਰਿਆਂ ਨੂੰ ਪਤਾ ਹੈ। ਇਹਦੇ ਵਿੱਚੋਂ ਆਪਾਂ ਮੁੱਕਰ ਨਹੀਂ ਸਕਦੇ ਕਦੀ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ। ਤੇ ਦੂਜਾ ਆ ਹੁਣ ਦੇ ਭਾਜੀ ਆਪਾਂ ਜੋ ਕਹਿੰਦੇ ਨਾ, ਨਹੀਂ ਮੈਂ ਤੁਹਾਡੀ ਗੱਲ ਨਾਲ ਕਲੀਅਰ ਕਰੀ ਜਾਵਾਂ। ਤੁਸੀਂ ਕਿਹਾ ਵੀ ਕਿਸੇ ਕਾਮਰੇਡ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਆਪਾਂ ਹੁਣੇ ਗੱਲ ਕੀਤੀ ਜਸਵੰਤ ਸਿੰਘ ਕੰਵਲ ਉਹਨਾਂ ਨੇ ਬਹੁਤ ਵੱਡਾ ਲੇਖ ਲਿਖਿਆ ਸੀ ਇਹਦੇ ਉੱਤੇ, ਉਹਨਾਂ ਨੂੰ ਉਹ ਵੀ ਤਾਂ ਕਾਮਰੇਡ ਹੀ ਸੀਗੇ। ਭਾਜੀ ਜਸਵੰਤ ਸਿੰਘ ਕੰਵਲ ਚਲੋ ਮੈਨੂੰ ਪਤਾ ਨਹੀਂ, ਵੈਸੇ ਜਿੱਥੇ ਤੱਕ ਸੀਗਾ ਉਹ ਅਕਾਲੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦੇ ਸੀ। ਵੈਸੇ ਮੈਨੂੰ ਇੰਨਾ ਓਪਨਲੀ ਕਾਮਰੇਡ ਉਹਨਾਂ ਨੇ ਆਪਣੀ ਜ਼ਿੰਦਗੀ ਸਾਰੀ ਚ ਆਪਣੇ ਆਪ ਨੂੰ ਕਿਹਾ ਹੈ ਜੀ। ਚਲੋ ਖੈਰ, ਪ੍ਰੋਬਲਮ ਸਾਡੀ ਇਹ ਆ ਭਾਜੀ, ਪ੍ਰੋਬਲਮ ਸਾਡੀ ਪਤਾ ਕੀ ਆ, ਸਾਨੂੰ ਜਿਹੜੇ ਮਾੜੇ ਕਾਮਰੇਡ ਆ ਉਹ ਦਿਖਦੇ ਆ, ਜਿਹੜੇ ਸਹੀ ਕਾਮਰੇਡ ਸੀਗੇ ਜਿਹੜੇ ਵਿਚਾਰੇ ਮਰੇ ਆ, ਜਿਹੜੇ ਕਾਮਰੇਡਾਂ ਨੂੰ ਮਾਰਿਆ ਗਿਆ ਉਹ ਨਹੀਂ ਦਿਖਦੇ। ਏਦਾਂ ਹੀ ਸਿੱਖਿਆ, ਏਦਾਂ ਹੀ ਕਾਮਰੇਡਾਂ ਨੂੰ ਉਹ ਸਿੱਖ ਦਿਖਦੇ ਆ, ਜਿਹੜੇ ਮਾੜੇ ਸੀ ਜਿਹੜੇ ਚੰਗੇ ਸੀ ਉਹ ਨਹੀਂ ਦਿਖਦੇ। ਅਜੀ ਸਿੱਖਾਂ ਦੇ ਪ੍ਰਾਊਡਲੀ ਪਹਿਲਾਂ ਕਿਹਾ ਜਾਂਦਾ ਸੀ ਮੈਂ ਕਾਮਰੇਡ ਬਣਨਾ ਆ। ਪਹਿਲਾਂ 47 ਤੋਂ ਪਹਿਲਾਂ ਤੋਂ ਇਤਿਹਾਸ ਚੱਕ ਕੇ ਦੇਖ ਲਓ, ਸਿੱਖਾਂ ਦੇ ਪ੍ਰਾਊਡਲੀ ਕਿਹਾ ਜਾਂਦਾ ਮੈਂ ਕਾਮਰੇਡ ਬਣਨਾ। ਹੁਣ ਦੇ ਜ਼ਮਾਨੇ 'ਚ ਮੈਂ ਗੱਲ ਦੱਸਦਾ, ਹੁਣ ਇੱਕ ਸਰਜੀਤ ਗੱਗ ਨਾਂ ਦਾ ਪਾਤਰ ਆ ਆਪਣੇ ਫੇਸਬੁੱਕ ਦੇ ਉੱਤੇ ਆ, ਕੋਈ ਬੰਦਾ ਹੈਗਾ ਪਤਾ ਨਹੀਂ ਕੌਣ ਆ, ਉਹ ਬੰਦਾ ਉਹਦੀ ਜੋ ਲਿਖਦਾ, ਮੈਂ ਤੇ ਨਾਂ ਨਾਲ ਇਕੱਠੇ ਬਹਿੰਦੇ ਕਵਿਤਾ ਪੜ੍ਹ ਕੇ ਦੇਖ ਲਓ ਕੀ ਕੁਛ ਲਿਖਦਾ ਰਿਹਾ ਉਹ ਗੁਰੂ ਨਾਨਕ ਸਾਹਿਬ ਦੇ ਬਾਰੇ ਤੇ ਲੰਗਰਾਂ ਦੇ ਕੌਨਸੈਪਟ ਬਾਰੇ ਕੀ ਕੁਛ ਲਿਖਦਾ ਰਿਹਾ। ਕਿਸੇ ਵੀ ਕਾਮਰੇਡ ਧਿਰ ਨੇ ਅੱਜ ਤੱਕ ਕਿਸੇ ਨੇ ਕਿਹਾ ਨਹੀਂ ਵੀ ਸਾਡਾ ਇਹਦੇ ਨਾਲ ਲਿੰਕ ਕੋਈ ਨਹੀਂ। ਇਹ ਕਾਮਰੇਡ ਵਿਚਾਰਧਾਰਾ ਦੇ ਉਲਟ ਲਿਖਦਾ, ਉਹ ਆਪਣੇ ਆਪ ਨੂੰ ਮਖੌਟਾ, ਉਹਨੇ ਮੈਂ ਕਹਿੰਦਾ ਮਖੌਟਾ, ਪਰ ਉਹਦੇ ਵਿੱਚੋਂ ਕਾਮਰੇਡ ਨਹੀਂ ਹੈਗਾ ਉਹ, ਪਰ ਮਖੌਟਾ ਕਾਮਰੇਡਾਂ ਵਾਲਾ ਲਾ ਕੇ ਮੂਹਰੇ ਆਪਣੇ ਨੂੰ ਕਰ ਰਿਹਾ। ਪਰ ਕਿਸੇ ਵੀ ਕਾਮਰੇਡ ਵਿਚਾਰਧਾਰਾ ਦੇ ਵਿੱਚ ਜਿਹੜੇ ਬਿਨਾਂ ਦੇ ਹੈਗੇ ਬੰਦੇ ਨਾ ਸਵੇਰ ਦਾ ਕਿਸੇ ਨੇ ਦੱਸਿਆ ਨਹੀਂ ਕਿ ਉਹ ਗੱਲ ਕੀ ਆ। ਇੱਕ ਆਪਣੇ 84 ਤੋਂ ਬਾਅਦ ਵਿੱਚ ਕੀ ਇਹਨਾਂ ਨੇ ਲਾਤਾ ਗਿਆ ਸੀ, ਮੈਂ ਖੁਦ ਭਾਜੀ ਕਾਮਰੇਡ ਮੈਂ ਇਹਨਾਂ ਦੇ ਸੈਸ਼ਨ ਲਾਏ ਹੋਏ ਆ, ਮੈਂ ਦੇਖਿਆ ਹੋਇਆ। ਕਾਰਲ ਮਾਰਕਸ ਨੇ ਗੱਲ ਲਿਖੀ ਸੀ, ਉਹ ਗੱਲ ਬੜੀ ਲੰਬੀ ਜਿਹੀ ਆ, ਪਰ ਉਹਦੇ ਵਿੱਚ ਇੱਕ ਚੀਜ਼ ਚੱਕ ਲਈ, ਉਹ ਲਿਖਿਆ ਗਿਆ ਧਰਮ ਇੱਕ ਅਫੀਮ ਦੀ ਤਰ੍ਹਾਂ ਹੈ, ਅਫੀਮੀਆ ਦੀ ਤਰ੍ਹਾਂ ਹੈ। ਧਾਰਮਿਕ ਬੰਦੇ ਇੱਕ ਅਫੀਮੀਆ ਦੀ ਤਰ੍ਹਾਂ, ਜਿਹਨੂੰ ਅਫੀਮ ਦਾ ਲੋੜ ਲੱਗਾ, ਉਹ ਬੰਦਿਆਂ ਦੇ ਦਿਮਾਗ ਪੜ੍ਹਨ ਸੁਣਨ ਵਾਲੇ ਦਾ ਲੱਗਣ ਲੱਗ ਪਿਆ ਵੀ ਇਹਦਾ ਧਰਮ ਦੇ ਖਿਲਾਫ ਗੱਲ ਕਰਨ ਵਾਲੇ ਨੂੰ ਕਾਮਰੇਡ ਕਿਹਾ ਜਾਂਦਾ। ਗੱਲ ਇਹ ਉਹ ਚਲੋ ਮੈਨੂਪਲੇਟ ਕੀਤਾ ਸੀ ਸਟੇਟ ਵੱਲੋਂ ਸਾਰੀਆਂ ਗੱਲਾਂ ਇਹ ਜਿੱਦਾਂ, ਪਰ ਉਹ ਜਿਹੜੀਆਂ ਗੱਲਾਂ ਸੀ ਵੱਖਰਾ ਸੀ। ਪਰ ਉਹ ਤੋਂ ਬਾਅਦ ਵਿੱਚ ਸਿੱਖਾਂ ਦਾ ਮਜ਼ਾਕ ਉਡਾਉਣਾ, ਸਿੱਖ ਧਰਮ ਦੇ ਜਾਣੀ ਕਿ ਫਲਸਫਿਆਂ ਦੇ ਉੱਤੇ ਢਾਹ ਲਾਉਣੀ ਜਾਂ ਕੁਛ ਵੀ ਕਰਨਾ, ਉੱਦਾਂ ਦੀਆਂ ਗੱਲਾਂ ਦਾ ਉਧਰੋਂ ਮਜ਼ਾਕ ਉਡਾਉਂਦੇ। ਤੇ ਜਿਹੜੇ ਉਹਨਾਂ ਦੇ ਸਪੋਰਟਰ ਸੀ ਅੱਜ ਵੀ ਤੁਸੀਂ ਫੇਸਬੁੱਕ ਜਾ ਕੇ ਦੇਖ ਲਓ, ਉਹ ਥੱਲੇ ਜਾ ਕੇ ਵਾਹ ਕਰਦੇ ਆ। ਇੱਥੇ ਸਿੱਖਾਂ ਦੇ ਵਿੱਚ ਵੀ ਆ, ਜੋ ਖਾਲਿਸਤਾਨੀ ਬੰਦਾ ਕੋਈ ਲਿਖਦਾ ਨਾ ਕਾਮਰੇਡਾਂ ਦੇ ਬਾਰੇ, ਕਾਮਰੇਡ ਲਾਣਾ, ਕਾਮਰੇਡ ਕਤੀੜ, ਉਹ ਥੱਲੇ ਵਾਹ ਉਧਰੋਂ ਚੱਲ ਪੈਂਦੀ ਕੰਮ ਜਿੱਦਾਂ। ਇਹ ਪਾੜਾ ਬਹੁਤ ਵੱਡਾ ਪਿਆ, ਦੋਨੇ ਧਿਰਾਂ ਦੇ ਵਿੱਚੋਂ ਕੋਈ ਧਿਰ ਮੂਹਰੇ ਨਹੀਂ ਆਈ ਜਿਨ੍ਹਾਂ ਨੇ ਕੀਤਾ ਵੀ ਸਾਡੀ ਵਿਚਾਰਧਾਰਾ ਦੀ ਗੇਮ ਹੈ ਗੱਲ ਇਹ, ਤੇ ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ। ਜਿੱਦਾਂ ਮੈਂ ਹੁਣ ਇੱਥੇ ਇੱਕ ਗੱਲ ਤੁਹਾਡੀ ਜਿਹੜੀ ਲੰਬੀ ਚੌੜੀ ਸੀ ਨਾ ਉਹਨੂੰ ਸਮ ਅਪ ਕਰਦਾ ਆ। ਜਿਹੜੇ ਕਾਮਰੇਡਾਂ ਨੇ ਸਰਕਾਰ ਨਾਲ ਰਲ ਕੇ ਗਲਤ ਕੰਮ ਕੀਤੇ ਆ, ਕੁਛ ਉਹਨਾਂ ਵਿੱਚੋਂ ਮੁਸੀਬਤ ਦੇ ਮਾਰੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਅਸੀਂ ਨਹੀਂ ਜਾਂਦੇ ਉੱਧਰਲੇ ਪਾਸੇ ਸਾਨੂੰ ਵੀ ਮਾਰ ਦਿੱਤਾ ਜਾਣਾ, ਬਲਦੇਵ ਸਿੰਘ ਮਾਨ ਵਾਂਗੂ ਸਾਨੂੰ ਰਗੜਿਆ ਜਾਣਾ। ਸਾਡੇ ਕੋਲ ਹੋਰ ਕੋਈ ਚੋਇਸ ਨਹੀਂ, ਜੋ ਬੰਦਾ ਮਰਦਾ ਕਹਿੰਦੇ ਕੀ ਨਹੀਂ ਕਰਦਾ, ਉਹ ਸਰਕਾਰ ਨਾਲ ਖੜੇ ਹੋ ਗਏ। ਕੁਛ ਕਾਮਰੇਡ ਪਹਿਲਾਂ ਹੀ ਸਰਕਾਰ ਨਾਲ ਰਲੇ ਹੋਏ ਸੀ। ਇੱਦਾਂ ਹੀ ਸਿੱਖ ਸੀਗੇ ਜਿਹੜੇ ਅੱਜ ਤੁਸੀਂ ਖਾਲਿਸਤਾਨੀ ਕਹਿੰਦੇ ਆ, 99% ਉਹ ਸਰਕਾਰ ਨਾਲ ਰਲੇ ਹੋਏ ਆ, ਸਭ ਨੂੰ ਪਤਾ ਆ। ਦੋਵੇਂ ਪਾਸੇ ਦੀ ਗੇਮ ਸਰਕਾਰ ਖੇਡ ਰਹੀ ਆ, ਉਧਰੋਂ ਉਹਨਾਂ ਦੇ ਖਿਲਾਫ ਕਾਮੈਂਟ ਕਰਵਾਉਂਦੀ ਆ, ਇਧਰੋਂ ਕਾਮਰੇਡਾਂ ਕੋਲੋਂ ਉਹਨਾਂ ਦੇ ਖਿਲਾਫ ਕਾਮੈਂਟ ਕਰਵਾਉਂਦੀ ਆ। ਸਾਨੂੰ ਆਹੀ ਸਮਝ ਨਹੀਂ ਆ ਰਹੀ ਵੀ ਨਾ ਉਹ ਸੱਚਾ ਕਾਮਰੇਡ ਆ ਤੇ ਨਾ ਹੀ ਉਹ ਸੱਚਾ ਸਿੱਖ ਆ। ਇਹ ਦੋਨਾਂ ਨੂੰ ਲੜਾਉਣ ਵਾਲੀ ਸਰਕਾਰ ਆ, ਸਟੇਟ ਆ, ਔਰ ਇਹ ਕੰਮ ਹਮੇਸ਼ਾ ਤੋਂ ਚੱਲਦਾ ਰਿਹਾ। ਉਹ 84 ਦੇ ਟਾਈਮ ਤੇ ਕਿਉਂ ਚੱਲਿਆ? ਕਿਉਂਕਿ ਸਰਕਾਰ ਨੂੰ ਪਤਾ ਸੀ ਵੀ ਇਹ ਸਭ ਤੋਂ ਵੱਡੀ ਧਿਰ ਆ ਕਮਿਊਨਿਸਟ। ਉਸ ਤੋਂ ਪਹਿਲਾਂ 78 ਤੋਂ ਪਹਿਲਾਂ ਬਹੁਤ ਵੱਡੀ ਤੌਰ ਦੇ ਉੱਤੇ ਹਰ ਪਿੰਡ ਦੇ ਵਿੱਚ ਚੰਗੇ ਜਿਹੜੇ ਪੜ੍ਹੇ ਲਿਖੇ ਬੰਦੇ ਹੁੰਦੇ ਸੀ ਕਮਿਊਨਿਸਟ ਸੀ। ਉਹਨਾਂ ਨੂੰ ਪਤਾ ਸੀ ਵੀ ਇਹ ਵੱਡੀ ਧਿਰ ਆ, ਇਹਨਾਂ ਨੂੰ ਇਹਨਾਂ ਦੇ ਬਰਾਬਰ ਖੜਾ ਕਰ ਦਈਏ, ਇਹਨਾਂ ਨੂੰ ਆਪਸ 'ਚ ਲੜਾ ਦਈਏ। ਇਹ ਸਟੇਟ ਹਮੇਸ਼ਾ ਤੋਂ ਕਰਦੀ ਆਈ ਆ। ਪਰ ਅਸੀਂ ਐਜ਼ ਏ ਸਿੱਖ ਜਾਂ ਐਜ਼ ਏ ਬੁੱਧੀਜੀਵੀ,
ਇੰਨੇ ਕਮਲੇ ਆ ਵੀ ਅਸੀਂ ਹਰ ਵਾਰੀ ਉਹਨਾਂ ਦੇ ਹੱਥਾਂ 'ਚ ਖੇਡ ਜਾਂਦੇ ਆ। ਚੰਗੀ ਕਿਸਮਤ ਆ ਵੀ ਐਤਕੀ ਥੋੜੇ ਜਿਹੇ ਪੜ੍ਹੇ ਲਿਖੇ ਬੰਦਿਆਂ ਨੇ ਸਟੈਂਡ ਲਿਆ ਤੇ ਐਤਕੀ ਉਹਨਾਂ ਦੇ ਹੱਥਾਂ 'ਚ ਨਹੀਂ ਖੇਡੇ। ਗੇਮ ਐਤਕੀ ਵੀ ਉਹੀ ਚੱਲ ਪਈ ਸੀ ਜਦੋਂ ਕਿਸਾਨੀ ਅੰਦੋਲਨ ਚੱਲਿਆ। ਗੇਮ ਇਹੀ ਸ਼ੁਰੂ ਕੀਤੀ ਸੀ ਸਿੱਖ ਵਰਸਸ ਕਾਮਰੇਡ, ਉਹ ਫੇਲ ਹੋ ਗਈ ਬੁਰੀ ਤਰ੍ਹਾਂ, ਕਿਉਂਕਿ ਬਹੁਤ ਸਾਰੇ ਲੋਕੀ ਜਾ ਕੇ ਉਹਨਾਂ ਨਾਲ ਖੜ ਗਏ ਵੀ ਇਹ ਤਾਂ ਕੋਈ ਕਾਮਰੇਡ ਵਿਚਾਰਧਾਰਾ ਹੀ ਨਹੀਂ ਹੈ। ਇਹ ਤਾਂ ਕਹਿੰਦੇ ਅਸੀਂ ਜੇ ਤੁਸੀਂ ਕਹਿ ਰਹੇ ਆ ਵੀ ਇਹ ਨਕਸਲਵਾਦੀ ਆ, ਇਹ ਤਾਂ ਨਕਸਲਵਾਦੀ ਹੈ ਹੀ ਨਹੀਂ। ਇਹ ਤਾਂ ਕਹਿੰਦੇ ਸ਼ਰਾਫਤ ਨਾਲ ਇੱਥੇ ਬਹਿ ਜਾਓ, ਜੇ ਕੋਈ ਡੰਗ ਵੀ ਮਾਰਦਾ ਡੰਗ ਮਾਰ ਦਿਓ। ਇਹ ਕਿੱਦਾਂ ਦੀ ਨਕਸਲਵਾਦੀ ਵਿਚਾਰਧਾਰਾ ਆ? ਸੋ ਕੋਈ ਵੀ ਪਾਰਟੀ, ਕੋਈ ਵੀ ਜਥੇਬੰਦੀ, ਕੋਈ ਵੀ ਧਰਮ ਕਦੇ ਮਾੜਾ ਨਹੀਂ ਹੁੰਦਾ, ਉਹਨੂੰ ਮਾੜਾ ਬਣਾਇਆ ਜਾਂਦਾ, ਉਹਦੇ ਵਿੱਚ ਮਾੜੇ ਬੰਦੇ ਵਾੜੇ ਜਾਂਦੇ ਆ, ਉਹ ਆਪਣੇ ਤੌਰ ਤੇ ਪ੍ਰਚਾਰੇ ਜਾਂਦੇ। ਜਿੱਦਾਂ ਤੁਸੀਂ ਕਿਹਾ ਵੀ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਸਿੱਖਾਂ ਵਿੱਚ ਬਹੁਤ ਆ ਜੀ ਜਿਨ੍ਹਾਂ ਨੇ ਸਿੱਖੀ ਦੇ ਖਿਲਾਫ ਬਹੁਤ ਕੁਝ ਲਿਖਿਆ ਔਰ ਅੱਜ ਵੀ ਲਿਖ ਰਿਹਾ, ਸਟੇਜਾਂ ਤੇ ਬੈਠ ਕੇ ਸਿੱਖੀ ਦੇ ਖਿਲਾਫ ਪ੍ਰਚਾਰ ਕਰ ਰਹੇ। ਕੋਈ ਸਿੱਖ ਨਹੀਂ ਬੋਲਦਾ ਉਹਨਾਂ ਦੇ ਖਿਲਾਫ। ਸਾਡੇ ਵਰਗੇ ਕੁਛ ਆ ਜਿਹੜੇ ਭੌਂਕਦੇ ਆ, ਨਹੀਂ ਤਾਂ ਕੋਈ ਨਹੀਂ ਉਹਨਾਂ ਦੇ ਖਿਲਾਫ ਬੋਲਦਾ। ਉਹ ਤਾਂ ਫਿਰ ਉਹ ਵੀ ਕਹੂਗੇ ਨਾ ਵੀ ਸਿੱਖਾਂ ਨੇ ਆਹ ਕੀਤਾ, ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਤੁਹਾਡੀਆਂ ਸਿੱਖੀ ਦੀਆਂ ਜੜ੍ਹਾਂ 'ਚ ਤੇਲ ਦੇਈ ਜਾ ਰਹੇ, ਤੁਹਾਨੂੰ ਕਹਿ ਰਹੇ ਤੁਸੀਂ ਲਵ ਕੇਸੀ ਦੀ ਲਾ ਦਿਆ, ਤੁਸੀਂ ਕਿਉਂ ਨਹੀਂ ਬੋਲਦੇ? ਕਿਉਂਕਿ ਬੰਦਾ ਡਰਦਾ ਆ, ਹਰ ਇੱਕ ਬੋਲਣ ਲੱਗਿਆ ਵੀ ਸਾਡੇ ਤੇ ਇਹ ਕਮਲੀ ਕੌਮ ਹੈ, ਇਹਨਾਂ ਨੇ ਗੁੱਟ ਵੱਢ ਦੇਣਾ, ਹੱਥ ਵੱਢ ਦੇਣਾ, ਗਲ ਵੱਢ ਦੇਣਾ, ਜਿਹੜਾ ਕਿ ਹੋ ਰਿਹਾ ਹੈ। ਧੰਨਵਾਦ ਤੁਹਾਡਾ ਵੀਰ ਜੀਓ। ਕਾਲਾਂ ਬਹੁਤ ਆ ਰਹੀਆਂ। ਹਾਂਜੀ 7455 ਤੁਸੀਂ ਆਉਣੇ ਰਹੋ। ਗੋਲਡੀ ਭਾਜੀ, ਜੱਗੀ ਭਾਜੀ, ਤੁਹਾਨੂੰ ਅਤੇ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਮੋਲਕ ਸਿੰਘ ਬੋਲਦਾ ਜੀ ਫਰੀਜ਼ਨੋ ਤੋਂ। ਹਾਂਜੀ ਅਮੋਲਕ ਸਿੰਘ ਜੀ, ਸਤਿ ਸ੍ਰੀ ਅਕਾਲ। ਕਰੋ ਗੱਲ। ਬਹੁਤ ਵਧੀਆ ਤੁਹਾਡਾ ਅੱਜ ਦਾ ਮੁੱਦਾ ਜਿਹੜਾ ਆ, ਔਰ ਇਸ ਸਮੇਂ ਦੀ ਮੰਗ ਸੀ, ਕਿਉਂਕਿ ਆਪਾਂ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਆ। ਜਿਹੜਾ ਵੀ ਕੁਛ ਉੱਥੇ ਕਲੇਸ਼ ਚੱਲ ਰਿਹਾ, ਉਹਦੇ ਵਿੱਚ ਦੁੱਖ ਸਭ ਤੋਂ ਵੱਡਾ ਇਸ ਗੱਲ ਦਾ ਆ ਕਿ ਆਪਾਂ ਪੰਜਾਬੀ ਜੋ ਕਿ ਬਹੁਤ ਥੋੜ੍ਹੇ ਆ ਔਰ ਪੂਰੀ ਦੁਨੀਆ ਵਿੱਚ ਫੈਲੇ ਹੋਏ ਆ, ਸਾਨੂੰ ਲੜਾਉਣ ਦੇ ਵਿੱਚ ਏਜੰਸੀਆਂ, ਸਰਕਾਰਾਂ ਬਹੁਤ ਹੱਦ ਤੱਕ ਕਾਮਯਾਬ ਰਹੀਆਂ। ਸੋ ਇਹ ਚੀਜ਼ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਆ ਕਾਮਰੇਡ ਵਰਸਸ ਸਿੱਖ ਆ, ਵਾਕਿਆ ਉਹਨਾਂ ਨੇ ਬਹੁਤ ਤੂਲ ਫੜਾਇਆ ਔਰ 78 ਤੋਂ ਬਾਅਦ ਇਹ ਫੜਦਾ ਹੁਣ ਤੱਕ ਇਹੋ ਜਿਹਾ ਰੂਪ ਧਾਰ ਕਰ ਚੁੱਕਾ ਕਿ ਕਾਮਰੇਡਾਂ ਨੂੰ ਸਿੱਖੀ ਦੇ ਵਿਰੋਧੀ ਮੰਨਿਆ ਜਾ ਰਿਹਾ। ਹਾਲਾਂਕਿ ਮੈਂ ਇਹ ਗੱਲ ਮੰਨਦਾ ਵੀ ਕਾਮਰੇਡ ਸਿੱਖੀ ਦੇ ਵਿਰੋਧੀ ਨਹੀਂ, ਕਾਮਰੇਡ ਸਿੱਖੀ ਵਿੱਚ ਆਏ ਪਖੰਡਵਾਦ ਦੇ ਵਿਰੋਧੀ ਆ। ਅੱਜ ਤਾਂ ਬਹੁਤ ਹੱਦ ਤੱਕ ਗੱਲਾਂ ਕਲੀਅਰ ਹੋ ਗਈਆਂ ਨਾ। ਬਹੁਤ ਪ੍ਰਚਾਰਕਾਂ ਨੇ ਸਾਨੂੰ ਵੀ ਇਹ ਗੱਲਾਂ ਦੱਸ ਕੇ ਦੂਜੇ ਪਾਸੇ ਲੈ ਆਂਦਾ। ਜੇ ਅਸੀਂ ਆਪਣਾ ਜੀਵਨ ਦੇਖੀਏ, ਤੁਹਾਡੇ ਕੋਲ ਜਗਮੋਹਨ ਭਾਜੀ ਹੁਣੀ ਬੈਠੇ ਆ, ਇਹਨਾਂ ਨੂੰ ਪਤਾ ਅੱਜ ਤੋਂ 20 ਸਾਲ ਪਹਿਲਾਂ ਅਸੀਂ ਕੀ ਸੋਚਦੇ ਹੁੰਦੇ ਸੀ, ਜਗਮੋਹਨ ਭਾਜੀ ਹੁਣੀ ਕੀ ਸੋਚਦੇ ਹੁੰਦੇ ਸੀਗੇ। ਤੁਸੀਂ ਉਸ ਤੋਂ ਪਿੱਛੇ ਚਲ ਜਾਓ, ਜਦੋਂ ਬਿਲਕੁਲ ਹੀ ਉਹਨਾਂ ਨੇ ਸਰਕਾਰ ਨੇ ਲਿਆ ਕੇ ਸਰਕਾਰੀ ਸਾਧ ਵਿੱਚ ਫਿੱਟ ਕੀਤੇ ਸੀ ਤਿਆਰ ਕਰਕੇ, ਉਸ ਟਾਈਮ ਦੇ ਵਿੱਚ ਸਿੱਖੀ ਦਾ ਕਿੰਨਾ ਨਿਘਾਰ ਆ ਗਿਆ ਹੋਊਗਾ। ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮਸੰਦ ਬੈਠੇ ਸੀਗੇ। ਜਿਹੜੀ ਉਹ ਜਿਹੜਾ ਪ੍ਰਚਾਰ ਤੁਸੀਂ ਸੁਣਦੇ ਸੀ ਨਾ, ਚਾਹੇ ਮੈਂ ਹੁਣ ਨਾਂ ਲੈ ਕੇ ਕਹਿ ਦਿੰਦਾ, ਤੁਸੀਂ ਬਾਬਾ ਮਾਨ ਸਿੰਘ ਭੇਵੇ ਵਾਲੇ ਨੇ ਅੱਧੇ ਅਮਰੀਕਾ ਨੂੰ ਅੰਮ੍ਰਿਤ ਛਕਾਇਆ 95-96 ਦੇ ਵਿੱਚ ਆ ਕੇ। ਅੱਛਾ, ਤੁਸੀਂ ਉਹਦਾ ਪ੍ਰਚਾਰ ਸੁਣ ਕੇ ਦੇਖੋ ਕਰਦਾ ਕੀ ਹੈ, ਕਿਹੜੀਆਂ ਗੱਲਾਂ ਉਹ ਸਟੇਜ ਤੇ ਕਹਿ ਜਾਂਦਾ, ਜਿਹੜੀਆਂ ਗੱਲਾਂ ਨੂੰ ਮੂਹਰੇ ਉੱਠ ਕੇ ਇੱਕ ਬੰਦਾ ਵੀ ਨਹੀਂ ਪੁੱਛਣ ਵਾਲਾ ਹੁੰਦਾ ਵੀ ਬਾਬਾ ਜੀ ਇਹ ਤੁਸੀਂ ਕਿਹਾ ਕਿਹੜੇ ਬੇਸ ਦੇ ਉੱਤੇ ਆ? ਤੁਸੀਂ ਕੁੱਤੀ ਮਰੀ ਪਈ ਜਿੰਦੀ ਕਰ ਦਿੱਤੀ ਨੀਲੇ ਨੇ, ਫਿਰ ਉਹ ਮਹਾਰਾਣੀ ਬਣ ਕੇ ਜਾ ਕੇ ਇੰਗਲੈਂਡ ਦੀ ਹੈ। ਤੁਸੀਂ ਬਾਅਦ ਚ ਸਟੇਜ ਫਿਨਿਸ਼ ਕਰਨ ਲੱਗੇ ਕਹਿੰਦੇ ਆ ਵੀ ਬੰਦਿਓ ਉੱਠੋ ਭਾਈ, ਦਿਓ ਸਾਨੂੰ ਰੁਪਈਆ 10,000 ਰੁਪਈਏ, ਪਰ 10 ਦਿਨ ਸ਼ਰਾਬ ਨਾ ਪੀਤੀ ਸੀ ਤਾਂ ਕੀ ਆ? ਬੀਬੀਓ ਤੁਸੀਂ ਵੀ ਉੱਠੋ, ਦਿਓ 10,000 ਰੁਪਈਏ ਜੇ ਤੁਸੀਂ ਨਾ ਲਿਪਸਟਿਕ ਪਾਊਡਰ ਖਰੀਦਿਆ। ਤਾਂ ਇਹ ਗੱਲਾਂ ਔਨ ਰਿਕਾਰਡ ਹੈ। ਜੇਕਰ ਉਸ ਪੰਡਾਲ ਦੇ ਵਿੱਚ ਉੱਠ ਕੇ ਇੱਕ ਬੰਦਾ ਵੀ ਖੜਾ ਹੋ ਕੇ ਗੱਲ ਕਹਿ ਦਿੰਦਾ ਬਾਬਾ ਜੀ ਤੁਸੀਂ ਸਾਰਿਆਂ ਨੇ ਉਹਨੂੰ ਕਾਮਰੇਡ ਨਾਸਤਿਕ ਖੜੇ ਨੂੰ ਬਣਾ ਦੇਣਾ ਸੀ। ਸੋ ਜਦੋਂ ਵੀ ਕੋਈ ਪਖੰਡਵਾਦ ਦੇ ਖਿਲਾਫ ਬੋਲਿਆ, ਉਹਨੂੰ ਕੋਈ ਨਾ ਕੋਈ ਨਾਂ ਦਿੱਤਾ ਗਿਆ। ਇੱਥੇ ਇਸ ਟਾਈਮ ਦੇ ਵਿੱਚ ਆਪਾਂ ਹੁਣ ਜਦੋਂ ਦੇਖਦੇ ਹਾਂ, ਆਪਣਾ ਹੁਣ ਐਕਸਪੀਰੀਅੰਸ ਹੋ ਰਿਹਾ, ਉਹਨਾਂ ਭਰਾਵਾਂ ਨਾਲ ਗੱਲਾਂ ਬਾਤਾਂ ਹੋਣੀਆਂ, ਜਥੇਬੰਦੀ ਦੇ ਲੀਡਰਾਂ ਨਾਲ ਗੱਲਾਂ ਬਾਤਾਂ ਹੋਣੀਆਂ, ਜਿਨ੍ਹਾਂ ਨੂੰ ਇੱਕ ਤਬਕੇ ਨੇ ਸੋਸ਼ਲ ਮੀਡੀਆ ਦੇ ਉੱਤੇ ਰੱਜ ਕੇ ਭੰਡਿਆ, ਗਾਲਾਂ ਤੋਂ ਬਿਨਾਂ ਕੋਈ ਗੱਲ ਨਹੀਂ ਕੀਤੀ। ਔਰ ਉਹ ਪੜ੍ਹੇ ਲਿਖੇ ਸਾਡੇ ਵੀਰ, ਜਦੋਂ ਉਹਨਾਂ ਨਾਲ ਗੱਲ ਹੁੰਦੀ ਆ, ਸਾਡੇ ਤੋਂ ਉਮਰ 'ਚ ਵੀ ਕਈ ਛੋਟੇ ਆ, ਪਰ ਖੁਦ ਅਸੀਂ ਉਹਨਾਂ ਤੋਂ ਇਸ ਚੀਜ਼ ਨੂੰ ਲੈ ਕੇ ਪ੍ਰਭਾਵਿਤ ਹੁੰਦੇ ਹਾਂ ਵੀ ਉਹਨਾਂ ਨੇ ਕਿੰਨਾ ਕਿਤਾਬਾਂ ਦੇ ਨਾਲ ਮੱਥਾ ਮਾਰਿਆ ਹੋਊਗਾ। ਤੇ ਅੱਜ ਉਹ ਇੱਕ ਅਨਪੜ੍ਹ ਟੋਲੇ ਦੇ ਕੋਲੋਂ, ਜਿਨ੍ਹਾਂ ਨੂੰ ਦੁੱਕੀ ਨਹੀਂ ਪਤਾ ਨਾ ਸਿੱਖੀ ਦੀ, ਨਾ ਕਮਿਊਨਿਜ਼ਮ ਦੀ, ਨਾ ਕਾਰਲ ਮਾਰਕਸ ਨੂੰ ਪੜ੍ਹਿਆ, ਕਿਸੇ ਨੂੰ ਨਹੀਂ ਪੜ੍ਹਿਆ, ਇੱਕ ਅਨਪੜ੍ਹ ਲੋਕਾਂ ਦੇ ਕੋਲੋਂ ਜਲੀਲ ਹੋ ਰਹੇ ਆ। ਇਹ ਸਾਡੇ ਸਮਾਜ ਦੀ ਤਰਾਸਦੀ ਆ। ਸਿਰਫ ਇੱਕ ਲੇਬਲ ਲਾ ਦਿੱਤਾ ਗਿਆ ਕਿ ਉਹ ਕਾਮਰੇਡ ਹੈ। ਬਿਲਕੁਲ ਜੀ। ਤੁਹਾਡੀ ਮੁਲਕ ਸਿੰਘ ਜੀ ਕਾਫੀ ਗੱਲਬਾਤ ਹੁੰਦੀ ਰਹਿੰਦੀ ਆ। ਪਹਿਲਾਂ ਨਾ ਮੈਨੂੰ ਯਾਦ ਹੈ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਡਾਕਟਰ ਸਵੈਮਾਨ ਤੇ ਬੜਾ ਇੱਕ ਮੈਂ ਫੇਸਬੁੱਕ ਤੇ ਪੋਸਟ ਦੇਖੀ ਵੀ ਇਹ ਕਾਮਰੇਡ ਆ ਜੀ, ਇਹ ਫਲਾਣੇ ਥਾਂ ਤੋਂ ਆਇਆ, ਅਮਰੀਕਾ ਤੋਂ ਆਇਆ। ਜਦੋਂ ਹੁਣ ਕੰਮ ਉਹਨਾਂ ਨੇ ਕਰਕੇ ਦਿਖਾਏ ਆ, ਸਾਰੇ ਚੁੱਪ ਕਰ ਗਏ, ਉਹਦੇ ਬਾਰੇ ਨਹੀਂ ਹੁਣ ਲਿਖਦੇ, ਡਾਕਟਰ ਸਵੈਮਾਨ ਬਾਰੇ ਨਹੀਂ ਲਿਖਦੇ। ਏਦਾਂ ਹੀ ਕੁਛ ਹੋਰ ਬੰਦੇ ਸੀਗੇ। ਜਿੰਨੀਆਂ ਵੀ ਧਰਮ ਦੇ ਨਾਂ ਦੇ ਉੱਤੇ NGO ਖੁੱਲੀਆਂ ਆ, ਸਾਨੂੰ ਓਪਨਲੀ ਗੱਲ ਕਰਨੀ ਪੈਣੀ ਆ। ਸੋ ਕਾਲਡ ਕੋਈ ਆਪਣੇ ਨਾਂ ਦੇ ਮੂਹਰੇ ਖਾਲਸਾ ਲਾਈ ਜਾਵੇ
ਕੋਈ ਸਿੱਖ ਲਾਈ ਜਾਵੇ, ਕੋਈ ਹੇਮਕੁੰਟ ਲਿਖੀ ਜਾਵੇ, ਕੋਈ ਅਨੰਦਪੁਰ ਲਿਖੀ ਜਾਵੇ, ਤੁਹਾਨੂੰ ਦਿਮਾਗ ਖੋਲਣਾ ਪੈਣਾ, ਅੱਖਾਂ ਦੇ ਨਾਲ ਦੇਖਣਾ ਪੈਣਾ ਬੰਦੇ ਕਰ ਕੀ ਰਹੇ ਆ। ਜਿੰਨੀਆਂ ਸੋ ਕਾਲਡ NGO ਖੋਲੀਆਂ, ਸਭ ਤੋਂ ਵੱਧ ਹਾਰਡ ਟਾਈਮ ਸਵੈਮਾਨ ਨੂੰ ਉਹਨਾਂ ਵੱਲੋਂ ਦਿੱਤਾ ਗਿਆ। ਉਹ ਬੰਦਾ ਓਪਨਲੀ ਕਿਸੇ ਨੂੰ ਨਹੀਂ ਦੱਸ ਰਿਹਾ, ਕਿਉਂਕਿ ਜਿੰਨੀ ਸੈਂਸ, ਜਿੰਨੀ ਸਮਝ ਡਾਕਟਰ ਸਵੈਮਾਨ ਰੱਖਦਾ, ਮੇਰਾ ਖਿਆਲ ਮੋਰਚੇ ਵਿੱਚ ਬੈਠਾ ਬੰਦਾ ਹੋਰ ਕੋਈ ਵੀ ਨਹੀਂ ਰੱਖਦਾ ਹੋਣਾ ਜੀ। ਮੈਂ ਤੁਹਾਨੂੰ ਬਾਂਹ ਖੜੀ ਕਰਕੇ ਕਹਿ ਸਕਦਾ। ਬਹੁਤ ਚੀਜ਼ਾਂ ਦਾ ਪਤਾ ਜਿਹੜੀਆਂ ਗੱਲਾਂ ਉਹ ਓਪਨਲੀ ਨਹੀਂ ਕਰਦਾ, ਪਰ ਉਹ ਬੰਦੇ ਜਿਹਨਾਂ ਦੀ ਮੈਂ ਗੱਲ ਤੁਹਾਨੂੰ ਕਰਦਾ, ਉਹਨਾਂ ਦੀਆਂ ਫੇਸਬੁੱਕ ਪੇਜਾਂ ਦੇ ਉੱਤੇ ਇੱਕ ਪਾਸੇ ਸਰਬਜੀਤ ਦੀ ਫੋਟੋ ਲੱਗੀ ਹੋਈ ਸੀ, ਇੱਕ ਪਾਸੇ ਲੱਗੀ ਹੋਈ ਸੀ ਡਾਕਟਰ ਸਵੈਮਾਨ ਦੀ। ਉੱਤੇ ਲਿਖਿਆ ਸੀ ਸਰਕਾਰੀ ਭੇਟਾਂ। ਹਾਲਾਂਕਿ ਇਹ ਦੋ ਬੰਦੇ ਉੱਥੇ ਮੋਰਚੇ ਵਿੱਚ ਡਟ ਕੇ ਕੰਮ ਕਰ ਰਹੇ ਔਰ ਪਹਿਲੇ ਦਿਨ ਤੋਂ ਕਰ ਰਹੇ ਆ। ਬਿਲਕੁਲ ਸਰਬਜੀਤ ਉਹਨਾਂ ਦੀ ਟੀਮ ਦਾ ਆਪਾਂ ਨੂੰ ਤਾਂ ਪਤਾ ਹੀ ਆ ਨਾ ਵੀ ਕਿਹੜੇ ਜਜ਼ਬੇ ਦੇ ਨਾਲ ਜਿਹੜਾ ਆਪਾਂ ਇੱਥੋਂ ਫੰਡ ਭੇਜਿਆ, ਹਜੇ ਤੱਕ ਵੀ ਉਹ ਬੜੇ ਸੰਜਮ ਨਾਲ ਵਰਤਾ ਰਹੇ ਆ, ਕਿਹੜੇ ਸਹਿਜ ਦੇ ਨਾਲ ਉਹਨਾਂ ਨੇ ਸਮਾਨ ਖਰੀਦਿਆ, ਕਿੰਨੀ ਜ਼ਿੰਮੇਵਾਰੀ ਨਿਭਾਈ ਆ। ਦੂਜੇ ਪਾਸੇ ਡਾਕਟਰ ਸਵੈਮਾਨ ਉਹਨਾਂ ਨੇ ਕਿੰਨੇ ਘਰ ਬਣਾ ਦਿੱਤੇ, ਮੈਡੀਕਲ ਸਹੂਲਤਾਂ। ਜਿਹੜੀ ਜੇ ਆਪਾਂ ਗੱਲ ਕਰੀਏ, ਆਪਾਂ ਨੂੰ ਬਹੁਤ ਟਾਈਮ ਚਾਹੀਦਾ ਉਹਨਾਂ ਦਾ ਸਾਰਾ ਕੁਝ ਦੱਸਣ ਵਾਸਤੇ ਵੀ ਉਹਨਾਂ ਨੇ ਕੀ ਕੀ ਕੁਛ ਮੋਰਚੇ ਲਈ, ਸਮਾਜ ਲਈ ਕੀਤਾ। ਇਹਨਾਂ ਨੇ ਉਹਨਾਂ ਨੂੰ ਵੀ ਕਾਮਰੇਡ ਬਣਾਇਆ, ਆਪਣੇ ਫੇਸਬੁੱਕ ਦੇ ਉੱਤੇ ਭੰਡਿਆ। ਪਰ ਹੁਣ ਇਸ ਟਾਈਮ ਉਹ ਲੋਕ ਦਿਲਾਂ ਦੇ ਵਿੱਚ ਵਸ ਗਏ ਆ ਸਾਰੇ ਲੋਕਾਂ ਦੇ, ਇਹ ਹੁਣ ਉਹਨਾਂ ਨੂੰ ਭੰਡ ਨਹੀਂ ਸਕਦੇ। ਉਹ ਵੱਡੇ ਨਾਂ ਹੋ ਗਏ ਆ, ਉਹ ਬਾਹਰ ਆ ਗਏ ਆ। ਕੁਛ ਵੀਰਾਂ ਨੂੰ ਇਹ ਦਬਾ ਲੈਂਦੇ ਆ, ਕਿਸੇ ਨਿਹੰਗ ਦੇ ਕੋਲੋਂ ਉੱਥੇ ਕੁਝ ਕਹਾਤਾ, ਉਹ ਫਿਰ ਨਿਹੰਗ ਨਹੀਂ ਕਹਿਣਾ ਵੀ ਨਿਹੰਗ ਕਮਲਾ ਆ, ਉਹਦੇ ਪਿੱਛੇ ਲਾ ਦੇਣਾ ਇਹ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ। ਅੱਛਾ, ਉਹ ਜਿਹੜੇ ਕਮਲੀਆਂ ਮਾਰੀ ਜਾਂਦੇ ਆ, ਕਮਲ ਕੁੱਟੀ ਜਾਂਦੇ ਸਾਰੇ ਸੰਸਾਰ ਨੂੰ ਕਲੀਅਰ ਕਰਨ ਵਾਲੇ, ਉਹ ਤੁਹਾਡੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਹੋ ਗਈਆਂ। ਜਿਹੜੇ ਬੰਦੇ ਅੱਜ ਲੜ ਰਹੇ ਆ ਉੱਥੇ ਲੋਕਾਂ ਵਾਸਤੇ ਮੂਹਰੇ ਹੋ ਕੇ, ਮੈਂ ਕਹਿੰਦਾ ਹੁੰਦਾ ਚਲੋ ਅਸੀਂ ਆਪ ਸਿੱਖਾਂ ਦੇ ਪੁੱਤ ਆ, ਸਿੱਖਾਂ ਦੇ ਪਰਾਂ ਨੂੰ ਸਾਡੇ 'ਚ ਜਿਹੜੀਆਂ ਗਲਤੀਆਂ ਅਸੀਂ ਉਹ ਕਾਹਤੇ ਨਹੀਂ ਫੜਦੇ। ਬਿਲਕੁਲ ਅਸੀਂ ਕੀਤਾ ਕੀ ਆ ਪਿਛਲੇ ਸਾਲਾਂ ਦੇ ਵਿੱਚ? 84 ਤੋਂ ਬਾਅਦ ਬਿਨਾਂ ਗੁਰੂ ਘਰਾਂ ਦੇ ਵਿੱਚ ਲੜਾਈਆਂ ਕਰਨ ਤੋਂ, ਬਿਨਾਂ ਗੋਲਕਾਂ ਖਾਣ ਤੋਂ ਅਸੀਂ ਕੀਤਾ ਕੀ? ਜੇਕਰ ਦੂਜੇ ਪਾਸੇ ਉਹ ਜਥੇਬੰਦੀਆਂ ਨੇ ਪਿੰਡ ਜਾ ਕੇ ਲੋਕਾਂ ਨੂੰ ਜਾਗਰਤ ਕੀਤਾ, ਉਹਨਾਂ ਦੀ ਕਿੰਨੇ ਚਿਰ ਦੀ ਕਮਾਈ ਆ। ਮੋਰਚਾ ਤਾਂ ਹੋਣ ਲੱਗਿਆ, ਇਹ ਮੋਰਚੇ ਦੇ ਪਿੱਛੇ ਦੇਖੋ ਉਹਨਾਂ ਦੀ ਕਿੰਨਿਆਂ ਸਾਲਾਂ ਦੀ ਕਮਾਈ ਆ। ਉਹਨਾਂ ਨੇ ਪਿੰਡਾਂ 'ਚ ਜਾ ਕੇ ਟੀਮਾਂ ਤਿਆਰ ਕੀਤੀਆਂ, ਨਾਂ ਲਿਖੇ। ਜਦੋਂ ਉਹ ਤੁਰੇ ਸੀ ਨਾ ਪਿੰਡਾਂ ਤੋਂ, ਇਹ ਕਹਿ ਕੇ ਅਸੀਂ 6 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਚੱਲੇ ਆ, ਉਹ ਪਛਾਣਿਓ ਲੋਕ ਕੌਣ ਆ। ਉਹ ਆ ਪਿੰਨੀਆਂ ਖਾਣੇ ਵਾਲੇ, ਪੀਜ਼ਿਆਂ ਖਾਣੇ ਵਾਲੇ, ਦੁੱਧ ਪੀਣੇ ਮਜਨੂ ਨਹੀਂ ਸੀਗੇ। ਉਹ ਪਹਿਲਾਂ ਹੀ ਮੰਨ ਕੇ ਚੱਲੇ ਸੀਗੇ ਵੀ ਅਸੀਂ 6 ਮਹੀਨਿਆਂ ਲਈ ਚੱਲੇ ਆ। ਉਹਨਾਂ ਨੇ ਪਹਿਲਾਂ ਘੋਲ ਲੜੇ ਹੋ ਸੀਗੇ, ਉਹਨਾਂ ਨੂੰ ਘੋਲਾਂ ਦੀ ਜਾਣਕਾਰੀ ਸੀ। ਉਹਨਾਂ ਨੇ ਘੋਲ ਲੜਨ ਵਾਲੇ ਲੋਕਾਂ ਦੀਆਂ ਕਿਤਾਬਾਂ ਪੜ੍ਹੀਆਂ ਸੀਗੀਆਂ। ਉਹਨਾਂ ਨੂੰ ਪਤਾ ਸੀ ਚਾਚਾ ਅਜੀਤ ਸਿੰਘ ਹੁਣੀ ਕਿੱਦਾਂ ਘੋਲ ਲੜੇ ਆ। ਉਹਨਾਂ ਨੂੰ ਪਤਾ ਸੀ ਇੱਥੇ ਟਾਈਮ ਲੱਗ ਜਾਂਦਾ, ਸਰਕਾਰਾਂ ਇੰਨੀ ਛੇਤੀ ਪਿੱਛੇ ਨਹੀਂ ਮੁੜਦੀਆਂ, ਕਿਉਂਕਿ ਸਰਕਾਰਾਂ ਵੀ ਨਾ ਕਾਨੂੰਨਾਂ ਨੂੰ 92 93 ਦੀਆਂ ਬਣਾਉਣ ਲੱਗੀਆਂ। ਕੋਈ ਰਾਤੋਂ ਰਾਤ ਬਣ ਕੇ ਨਹੀਂ ਮੂਹਰੇ ਆਏ ਕਾਨੂੰਨ। ਇਹ ਲੰਮੀ ਘਾਲਣਾ ਆ, ਕਾਰਪੋਰੇਟ ਘਰਾਣੇ ਮਗਰ ਖੜੇ ਆ। ਇਹਦੇ ਕਰਕੇ ਉਹ ਜਿਹੜੀਆਂ ਜਥੇਬੰਦੀਆਂ ਆ, ਉਹ ਬਹੁਤ ਉਹਨਾਂ ਦੀ ਵੱਡੀ ਮਿਹਨਤ ਆ। ਸਾਰੇ ਸਾਡੇ ਵੀਰਾਂ ਭੈਣਾਂ ਨੂੰ ਇਸ ਗੱਲ ਨੂੰ ਜਾਗਰਤ ਹੋਣਾ ਚਾਹੀਦਾ। ਅੱਜ ਕਿਸਾਨ ਅੰਦੋਲਨ ਦਾ ਡਟ ਕੇ ਸਾਥ ਦਿਓ। ਫਿਰ ਮੈਂ ਇੱਥੇ ਹੀ ਆਉਣਾ ਗੱਲ, ਜਿਹੜੇ ਕੋਈ ਬੰਦਾ ਤਰਕ ਨਾਲ ਗੱਲ ਕਰਦਾ, ਸਿਆਣੀ ਗੱਲ ਕਰਦਾ, ਉਹਨੂੰ ਬੜਾ ਸੌਖਾ ਆ ਬਸ ਇੰਨਾ ਕਹਿ ਦੇਵੇ ਕਾਮਰੇਡ ਆ। ਜਿਹੜਾ ਵਹਿਮਾਂ ਭਰਮਾਂ 'ਚ ਪਾਉਂਦਾ, ਉਹ ਵਹਿਮਾਂ ਭਰਮਾਂ 'ਚ ਪਾ ਕੇ ਆਪਣੀਆਂ ਦੁਕਾਨਾਂ ਚਲਾਉਂਦਾ, ਤੁਹਾਡੇ ਕੋਲੋਂ ਸੰਪਟ ਪਾਠ ਕਰਾਉਂਦਾ, ਤੁਕ ਵਾਲੇ ਪਾਠ ਕਰਾਉਂਦਾ, ਤੁਹਾਡੀਆਂ ਸੁੱਖਾਂ ਪੂਰੀਆਂ ਕਰਦਾ, ਸੇਂ ਦੇ ਕੇ ਤੁਹਾਨੂੰ ਮੁੰਡੇ ਦਿੰਦਾ। ਤੁਹਾਡੀ ਸਿੱਖੀ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਈ ਆ। ਇਹਦੇ 'ਚੋਂ ਬਾਹਰ ਨਿਕਲ ਕੇ ਜਿੱਦਣ ਤੁਸੀਂ ਬਾਬੇ ਨਾਨਕ ਦੀ ਬਾਣੀ ਨੂੰ ਪੜ੍ਹ ਲਿਆ, ਪੜ੍ਹ ਕੇ ਸਮਝ ਲਿਆ, ਜਿਹੜੇ ਲੋਕ ਕਹਿੰਦੇ ਆ ਨਾ ਵੀ ਉਹ ਕਾਮਰੇਡ ਹੈ, ਤੁਹਾਨੂੰ ਹੋ ਸਕਦਾ ਆਪਣਾ ਆਪ ਵੀ ਕਾਮਰੇਡ ਲੱਗਣਾ। ਤੁਹਾਨੂੰ ਕੋਈ ਹੋਰ ਨਾ ਕਹੇ, ਇਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਕਾਮਰੇਡ ਹੈ ਉਹ ਤੁਸੀਂ ਖੁਦ ਨੂੰ ਸਮਝਣ ਲੱਗ ਪਓ। ਮੇਰੇ ਤੋਂ ਵੱਡਾ ਕਾਮਰੇਡ ਤਾਂ ਕੋਈ ਵੀ ਹੈ ਨਹੀਂ। ਮੈਂ ਸ਼ਾਰਟਕੱਟ ਦੇ ਵਿੱਚ ਦੱਸਦਾ ਜੀ, ਮੈਂ ਬੱਚਿਆਂ ਨੂੰ ਆਪਣੇ ਨੂੰ ਇੱਕ ਦਿਨ ਸਕੂਲੇ ਇੱਥੇ ਭੇਜਿਆ, ਪੰਜਾਬੀ ਸਕੂਲ। ਤਾਂ ਸ਼ਾਮ ਨੂੰ ਮੈਂ ਪੁੱਛਿਆ ਪੁੱਤ ਕੀ ਸਿਖਾਇਆ ਗਿਆ? ਛੋਟੀ ਗੁੱਡੀ ਕਹਿੰਦੀ ਪਾਪਾ ਜੀ ਸਾਨੂੰ ਦੱਸਿਆ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਆਪ ਅਕਾਲ ਪੁਰਖ ਸੀਗੇ, ਖੁਦ ਅਕਾਲ ਪੁਰਖ ਸੀ, ਪਰਮਾਤਮਾ ਸੀ। ਮੈਂ ਫਿਰ ਇਹਨਾਂ ਨੂੰ, ਮੇਰੀ ਆਦਤ ਹੈ ਜਿੰਨਾ ਵੀ ਮੈਂ ਪਾਠ ਪੜਾਉਣਾ ਮੈਂ ਇਹਨਾਂ ਨੂੰ ਸਮਝਾਉਣਾ ਚਾਹੀਦਾ। ਮੈਂ ਕਿਹਾ ਪੁੱਤ ਪਹਿਲੀ ਪੌੜੀ ਦੇ ਵਿੱਚ ਹੀ ਤਾਂ ਬਾਬੇ ਨੇ ਦੱਸ ਦਿੱਤਾ ਸੀ, ਨਾ ਉਹ ਜੰਮਦਾ, ਨਾ ਮਰਦਾ, ਨਾ ਰੰਗ ਆ, ਨਾ ਰੂਪ ਆ, ਨਾ ਆਕਾਰ ਆ, ਹੈ ਨਾ ਵੀ ਪੁੱਤ। ਉਹ ਮੈਂ ਦੇਖੋ ਜੀ ਇੱਕੋ ਦਿਨ ਭੇਜ ਕੇ ਮੇਰੀ ਕੋਸ਼ਿਸ਼ ਹੈ ਵੀ ਜਿੰਨਾ ਵੀ ਦੱਸਣਾ ਬੱਚਿਆਂ ਨੂੰ ਤੁਸੀਂ ਖੁਦ ਦੱਸੋ। ਜੇ ਤੁਸੀਂ ਕਿਤੇ ਭੇਜ ਰਹੇ ਆ, ਉਹਨਾਂ ਦਾ ਹੋਮਵਰਕ ਚੈੱਕ ਜ਼ਰੂਰ ਕਰੋ ਵੀ ਸਕੂਲ ਦੇ ਵਿੱਚ ਉੱਥੇ ਇਹਨਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਸਿਖਾਇਆ ਕੀ ਜਾਂਦਾ, ਦੱਸਿਆ ਕੀ ਜਾਂਦਾ। ਦੁਬਾਰਾ ਜੇ ਤੁਸੀਂ ਕਹੋਗੇ ਨਾ ਵੀ 14-15 ਸਾਲ ਦੇ ਬੱਚੇ ਦੇ ਦਿਮਾਗ ਦੇ ਵਿੱਚੋਂ ਤੁਸੀਂ ਗੱਲ ਦੁਬਾਰਾ ਕੱਢ ਲਓਗੇ, ਨੋ ਵੇ, ਤੁਸੀਂ ਕੱਢ ਨਹੀਂ ਸਕਦੇ। ਕਿਉਂਕਿ ਉਹ ਟਾਈਮ ਤੋਂ ਤੁਸੀਂ ਖੁੰਝ ਗਏ ਜਿੱਦਾਂ ਤੁਸੀਂ 4 ਸਾਲ ਦਾ 5 ਸਾਲ ਦਾ ਬੱਚਾ ਉਹਨਾਂ ਲੋਕਾਂ ਕੋਲ ਭੇਜ ਦਿੱਤਾ ਸੀ ਜਿਨ੍ਹਾਂ ਨੇ ਸਿਰਫ ਤੇ ਸਿਰਫ ਪਖੰਡਵਾਦ ਦੇ ਨਾਲ ਜੋੜਨਾ ਸੀ, ਸਿੱਖੀ ਦੇ ਨਾਲ ਤੋੜਨਾ ਸੀ। ਉਹ ਬੰਦੇ ਬਹੁਤ ਐਕਟਿਵ ਆ, ਉਹਨਾਂ ਕੋਲ ਸਮਾਂ ਵੀ ਬਹੁਤ ਆ, ਪੇਡ ਹੈ, ਸਰਕਾਰਾਂ ਵੀ ਪੈਸੇ ਦੇ ਰਹੀਆਂ, ਬਾਕੀ ਉਹਨਾਂ ਦੀਆਂ ਦੁਕਾਨਾਂ ਚੱਲ ਰਹੀਆਂ, ਲੋਕਾਂ ਨੂੰ ਵੀ ਲੁੱਟ ਰਹੇ ਆ। ਇਹਨਾਂ ਚੀਜ਼ਾਂ ਤੋਂ ਬਚੋ, ਇਸ ਚੀਜ਼ ਚੋਂ ਬਿਲਕੁਲ ਹੀ ਬਾਹਰ ਨਿਕਲੋ ਵੀ ਕੌਣ ਸਿੱਖ ਹੈ, ਕੌਣ ਕਾਮਰੇਡ ਹੈ। ਇਹ ਆਪਣੇ ਆਪ ਦੇਖੋ ਵੀ ਮੂਹਰੇ ਜਿਹੜਾ ਇਨਸਾਨ ਹੈ ਉਹ ਸਮਾਜ ਵਾਸਤੇ ਕੀ ਕਰ ਰਿਹਾ।
ਉਹਦੀ ਵਿਚਾਰਧਾਰਾ ਕੀ ਆ। ਕਾਲ ਮੇਰੀ ਬਹੁਤ ਲੰਮੀ ਹੋ ਗਈ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ, ਹੋਰ ਵੀ ਵੀਰਾਂ ਨੇ ਗੱਲਾਂ ਕਰਨੀਆਂ ਹੋਈਆਂ। ਥੋੜੀ ਜਿਹੀ ਹੋਰ ਗੱਲ ਕਰਕੇ ਜਾਓ, ਕਿਉਂਕਿ ਜਿਹੜੇ ਆਪਣੇ ਦਰਸ਼ਕ ਜਾਂ ਸਰੋਤੇ ਸੁਣਦੇ ਆ, ਵਿੱਚ ਫੀਡ ਵੀ ਥੋੜੀ ਜਿਹੀ ਮੇਰੇ ਖਿਆਲ ਫੇਸਬੁੱਕ ਦੀ ਪ੍ਰੋਬਲਮ ਹੋਣ ਕਰਕੇ ਸਟਾਪ ਹੋਈ ਆ। ਆਖਰੀ ਵਿੱਚ ਤੁਹਾਡਾ ਜਿਹੜਾ ਤੁਸੀਂ ਪੰਜਾਬ ਚੋਂ ਆਏ ਹੋ, ਪਿੰਡ ਚੋਂ ਆਏ ਹੋ, ਤੁਸੀਂ ਇਹ ਸੰਘਰਸ਼ ਨੂੰ ਵੀ ਬਹੁਤ, ਜਿਹੜਾ ਆਪਣਾ ਖਾੜਕੂ ਸੰਘਰਸ਼ ਹੋਇਆ ਉਹਨੂੰ ਵੀ ਨੇੜਿਓਂ ਦੇਖਿਆ ਆ। ਤੁਹਾਡਾ ਉਦੋਂ ਦਾ ਐਕਸਪੀਰੀਅੰਸ ਥੋੜਾ ਬਹੁਤ ਜ਼ਰੂਰ ਸ਼ੇਅਰ ਕਰਕੇ ਜਾਓ ਵੀ, ਕਿਉਂਕਿ ਆਪਣੇ ਸਾਰੇ ਇਹ ਕਿਹਾ ਜਾਂਦਾ ਆ ਵੀ ਜੀ ਆਪਣੇ ਏਰੀਏ ਦੇ ਵਿੱਚ ਹੈ ਨਾ, ਵੀ ਜਿੱਦਾਂ ਲੋਕ ਕਰਦੇ ਆ ਜੀ ਉਦੋਂ ਫਲਾਨਾ ਵੀ ਕੈਟ ਸੀ, ਫਲਾਨਾ ਵੀ ਕੈਟ ਸੀ, ਇਹ ਵੋ। ਤੁਹਾਡੇ ਉਦੋਂ ਕੋਈ ਪਿੰਡ 'ਚ ਉਦੋਂ ਵੀ ਕਾਮਰੇਡ ਇੱਦਾਂ ਹੀ ਸੀ? ਮੇਰਾ ਮੇਨ ਸਵਾਲ ਇੱਥੇ ਆਉਂਦਾ ਵੀ ਕਿ ਉਦੋਂ ਤੁਸੀਂ ਕੋਈ ਕਾਮਰੇਡਾਂ ਨੂੰ ਜਾਣਦੇ ਸੀ? ਮੈਂ ਸਮਝਿਆ ਤੁਹਾਡੀ ਗੱਲ, ਮੈਂ ਸਮਝਿਆ ਜੀ ਭਾਈ, ਹਾਂ ਸਮਝਿਆ ਤੁਹਾਡੀ ਗੱਲ ਨੂੰ। ਅਸਲ ਦੇ ਵਿੱਚ ਇਕੱਲੇ ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਏਰੀਏ ਦੇ ਵਿੱਚ ਹੀ ਨਹੀਂ, ਜਿਹੜੇ ਵੀ ਉਸ ਟਾਈਮ ਦੇ ਵਿੱਚ ਸਾਡੀ ਏਜ ਦੇ ਹੈਗੇ ਆ ਵੀਰ, ਭਾਵੇਂ ਅਸੀਂ ਬਹੁਤ ਹਲਕੇ ਸੀ ਪਰ ਸੋਝੀ ਰੱਖਦੇ ਸੀ ਇਸ ਚੀਜ਼ ਦੀ, ਕੀ ਗਤੀਵਿਧੀਆਂ ਹੋ ਰਹੀਆਂ, ਕਿਹੜਾ ਬੰਦਾ ਪਿੰਡ 'ਚ ਕਿੱਦਾਂ ਦੇ ਕੰਮ ਕਰ ਰਿਹਾ। ਮੇਰਾ ਪਿੰਡ ਗੁਣਾ ਚੌਰ ਹੈ। ਗੁਣਾ ਚੌਰ ਦੇ ਵਿੱਚ ਸਾਡੇ ਸੁਰਤ ਦੇ ਵਿੱਚ ਜੋ ਅਸੀਂ ਸੁਰਤ ਸੰਭਾਲੀ ਆ, ਸਾਡੇ ਸਰਪੰਚ ਸੀਗੇ ਸਰਦਾਰ ਪਾਖਰ ਸਿੰਘ ਹੁਣੀ, ਔਰ ਉਹਨਾਂ ਨੂੰ ਸਰਦਾਰ ਪਾਖਰ ਸਿੰਘ ਹੁਣੀ ਵੀ ਕਹਿ ਦਿੰਦੇ, ਕਾਮਰੇਡ ਪਾਖਰ ਸਿੰਘ ਹੁਣੀ ਵੀ ਕਹਿ ਦਿੰਦੇ ਸੀਗੇ। ਹਾਂਜੀ, ਤੁਸੀਂ ਸਾਡੇ ਗੁਣਾ ਚੌਰ ਦੇ ਵਿੱਚੋਂ ਜਾ ਕੇ ਪੁੱਛ ਲਿਓ ਵੀ ਜੇ ਕੋਈ ਹੋਰ ਸਰਪੰਚ ਕਾਮਰੇਡ ਪਾਖਰ ਉਹਨਾਂ ਦੇ ਮੁਕਾਬਲੇ ਦਾ ਹੋਇਆ ਹੋਵੇ, ਚਾਹੇ 100 ਸਾਲ ਦਾ ਵੀ ਕੋਈ ਬੰਦਾ ਉੱਥੇ ਪਿੰਡ 'ਚ ਬੈਠਾ ਨਾ, ਉਹਨੂੰ ਇਹ ਪੁੱਛ ਲਓ ਤੁਹਾਡੇ ਪਿੰਡ ਦੇ ਵਿੱਚ ਕਾਮਰੇਡ ਪਾਖਰ ਸਿੰਘ ਵਰਗਾ ਹੋਰ ਕੋਈ ਸਰਪੰਚ ਹੋਇਆ? ਉਹਨਾਂ ਦਾ, ਉਹਨਾਂ ਦੇ ਪੁੱਤ ਦਾ, ਉਹਨਾਂ ਦੀ ਧੀ ਦਾ ਕਤਲ ਕਰ ਦਿੱਤਾ ਗਿਆ। ਸੋ ਇਹੋ ਜਿਹੇ ਲੋਕ ਜਿਹੜੇ ਸੀ ਉਹ ਚੁਣ ਚੁਣ ਕੇ ਮਾਰੇ ਗਏ ਆ, ਜਿਹੜੇ ਲੋਕ ਤੁਹਾਡੀ ਸਮਾਜ ਨੂੰ ਸੇਧ ਦੇ ਰਹੇ ਸੀ। ਇਕੱਲੇ ਉਹੀ ਨਹੀਂ, ਤੁਸੀਂ ਇੱਕ ਰਵੀਸ਼ ਕੁਮਾਰ ਦੀ ਹੈਗੀ ਆ 8-10 ਮਿੰਟ ਦੀ ਹੈਗੀ ਆ ਡਾਕੂਮੈਂਟਰੀ, ਉਹਦੇ ਵਿੱਚ ਵੀ ਸਾਰਾ ਹੀ ਦੱਸਿਆ ਵੀ ਕਿਹੜੇ ਕਿਹੜੇ ਬੰਦੇ ਜਿਹੜੇ ਸੀਗੇ ਉਹ ਮਾਰੇ ਗਏ ਔਰ ਵਧੀਆ ਇਨਸਾਨ ਸੀ ਉਹ। ਸੋ ਇੱਥੇ ਵੀ ਆ ਕੇ, ਜਿੱਦਾਂ ਮੈਂ ਪਾਖਰ ਸਿੰਘ ਉਹਨਾਂ ਦੀ ਗੱਲ ਕਰਦਾ, ਇੱਥੇ ਅਸੀਂ ਆਏ ਹਾਂ, ਇੱਥੇ ਗੁਰਦੇਵ ਸਿੰਘ, ਆਪਣੇ ਗੁਰਦੀਪ ਸਿੰਘ ਅਣਖੀ ਅੰਕਲ ਹੁਣੀ ਆ, ਉਹ ਕੁਦਰਤੀ ਜਦੋਂ ਅਸੀਂ ਮੂਵ ਹੋਏ ਆ ਪਹਿਲੇ ਘਰ ਦੇ ਵਿੱਚ, ਤਾਂ ਉਹ ਸਾਡੇ ਗੁਆਂਢ ਦੇ ਵਿੱਚ ਰਹਿੰਦੇ ਸੀ। ਸਵੇਰ ਨੂੰ ਵਾਕ ਕਰਨ ਜਾਣਾ, ਉਹਨਾਂ ਦੀਆਂ ਗੱਲਾਂ ਸੁਣਨ ਦਾ ਜਿਹੜਾ ਸਬੱਬ ਬਣਦਾ ਰਿਹਾ ਨਾ, ਉਹ ਜਦੋਂ ਪਰਮਾਤਮਾ ਦੀ ਗੱਲ ਕਰਦੇ ਸੀ, ਪਰਮਾਤਮਾ ਦੇ ਨਾਲ ਲਗਨ ਦੀ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਸੀ, ਫਿਰ ਇੱਥੋਂ ਇਹ ਸਮਝ ਆਈ ਵੀ ਕਾਮਰੇਡ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਮੰਨਦੇ ਆ, ਪਰ ਇਹ ਪੂਜਾ ਨਹੀਂ ਕਰਦੇ। ਬਿਲਕੁਲ ਅਸੀਂ ਪੂਜਾ ਕਰਦੇ ਹਾਂ, ਅਸੀਂ ਨੱਕ ਰਗੜੀ ਜਾਂਦੇ ਹਾਂ, ਅਸੀਂ ਡੰਡਾਉਤ ਬੰਦਰਾਂ ਕਰੀ ਜਾਂਦੇ ਜਾ ਜਾ ਕੇ ਉੱਥੇ 5-5 ਮਿੰਟ ਸਿਰੇ ਨਹੀਂ ਚੱਕਦੇ ਸਾਹ ਨੂੰ, ਕਿਉਂਕਿ ਸਾਡੀ ਲਿਸਟ ਬਹੁਤ ਲੰਮੀ ਹੁੰਦੀ ਹੈ ਨਾ, ਅਸੀਂ ਕੀ ਮੰਗਣਾ ਹੁੰਦਾ ਜਾ ਕੇ ਉੱਥੇ। ਕਿਸੇ ਦੇ ਪੁੱਤ ਹੈ ਨੀਗਾ, ਕਿਸੇ ਦੇ ਕੋਈ ਗ੍ਰੀਨ ਕਾਰਡ ਹੈ ਨੀਗਾ। ਇਹ ਕੰਮ ਕਾਮਰੇਡ ਨਹੀਂ ਕਰਦੇ। ਇਹ ਚੀਜ਼ ਮੈਂ ਉਹਨਾਂ ਦੇ ਕੋਲੋਂ ਸਿੱਖੀ ਆ, ਔਰ ਉਹਨਾਂ ਦਾ ਨਿਸ਼ਚਾ ਸਿੱਖੀ ਦੇ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਤੱਖ ਤੋਂ ਪ੍ਰਤੱਖ ਕਹਾਉਣੇ ਵਾਲੇ ਸਿੱਖ ਨਾਲੋਂ ਵੀ ਜ਼ਿਆਦਾ ਆ। ਦੂਜੀ ਗੱਲ, ਜਿਹੜੇ ਵੀਰ ਪਿੱਛੇ ਗੱਲ ਕਰਕੇ ਗਏ ਆ, ਕਾਮਰੇਡ ਕਿਉਂ ਨਹੀਂ ਬੋਲਦੇ? ਕਾਮਰੇਡ ਬੋਲਣ ਕੀ? ਜਿਹੜਾ ਕਾਮਰੇਡ ਬੋਲਦਾ ਸੀ ਉਹਨੂੰ ਵੀ ਤਾਂ ਸਰਕਾਰ ਵੱਲੋਂ ਹੀ ਮਰਾ ਦਿੱਤਾ ਜਾਂਦਾ ਸੀ, ਜਿਹੜਾ ਤੁਹਾਡੇ ਹੱਕ ਦੇ ਵਿੱਚ ਬੋਲਦਾ ਸੀ। ਕਿਤੇ ਤੁਸੀਂ ਬਲਦੇਵ ਸਿੰਘ ਮਾਨ ਦੀ ਬੁੱਕ ਪੜ੍ਹਿਓ, ਬੂਟਾਂ ਥੱਲੇ ਲਤਾੜਿਆ ਗਿਆ ਪੰਜਾਬ ਜਿਹੜੀ ਆ, ਉਹਦੇ ਵਿੱਚ ਉਹਨੇ ਕੀ ਨਹੀਂ ਲਿਖਿਆ, ਸਾਰਾ ਕੁਝ ਖੁੱਲ ਕੇ ਲਿਖਿਆ, ਕੀ ਕੀਤਾ ਉਹਨਾਂ ਦੇ ਨਾਲ। ਔਰ ਇਹ ਹਮਲਾ ਜਸਵੰਤ ਸਿੰਘ ਕੰਵਲ ਉਹਨਾਂ ਉੱਤੇ ਵੀ ਹਮਲੇ ਹੁੰਦੇ ਰਹੇ ਆ, ਜਿਹੜੇ ਪੰਜਾਬ ਬਾਰੇ ਬੋਲਦੇ ਸ਼ੁਰੂ ਚ। ਅੱਛਾ, ਉਹਨਾਂ ਦੀ ਤਾਂ ਕਾਮਰੇਡਾਂ ਦੀ ਤਾਂ ਨਾ ਕੋਈ ਸਰਕਾਰ ਹੈ, ਨਾ ਉਹਨਾਂ ਕੋਲ ਕੋਈ ਹੋਰ ਪਕੜ ਹੈ। ਅਸੀਂ ਕਾਹਤੇ ਨਹੀਂ ਆਪਣੇ ਆਪ ਨੂੰ ਖੋਜਦੇ ਵੀ ਸਾਡੇ ਅਕਾਲ ਤਖ਼ਤ ਦੇ ਉੱਤੋਂ ਕਿਹੜੇ ਕਿਹੜੇ ਬੰਦੇ ਛੇਕੇ ਗਏ ਆ। ਜਿਹੜੇ ਬੰਦੇ ਸਿੱਖੀ ਦੀ ਗੱਲ ਕਰਦੇ ਸੀ ਉਹ ਤਾਂ ਛੇਕ ਦਿੱਤੇ ਗਏ, ਜਿਹੜੇ ਬੰਦੇ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇ ਰਹੇ ਆ ਉਹਨਾਂ ਦੇ ਵਿੱਚੋਂ ਕਿੰਨੇ ਕੁ ਛੇਕੇ ਹਜੇ ਤੱਕ ਇਹਨਾਂ ਨੇ। ਔਰ ਮੈਂ ਇੱਥੇ ਇੱਕ ਗੱਲ ਹੋਰ ਇੱਥੇ ਐਡ ਕਰ ਦਵਾਂ ਮੋਲਕ ਸਿੰਘ ਜੀ, ਜਿਹਦੇ ਨਾਲ ਇਹ ਮਸਲਾ ਹੋਰ ਕਲੀਅਰ ਹੋ ਜਾਵੇ। ਜਿਹੜੇ ਆਪਣੇ ਆਪ ਨੂੰ 84 ਵੇਲੇ ਸਭ ਤੋਂ ਵੱਡੇ, 84 ਤੋਂ ਪਹਿਲਾਂ ਸਭ ਤੋਂ ਵੱਡੇ ਕਾਮਰੇਡ ਕਹਾਉਂਦੇ ਸੀ ਨਾ, ਉਹ ਅੱਜ ਸਭ ਤੋਂ ਵੱਡੇ ਆਪਣੇ ਆਪ ਨੂੰ ਸਿੱਖ ਖਾਲਿਸਤਾਨੀ ਕਹਾਉਂਦੇ ਆ। ਸਰਦਾਰ ਅਜਮੇਰ ਸਿੰਘ ਸਭ ਤੋਂ ਵੱਡੀ ਐਗਜ਼ਾਮਪਲ ਆ, ਜਿਹਨੇ ਕਿਤਾਬਾਂ ਲਿਖੀਆਂ, ਬੜੇ ਤੁਸੀਂ ਪੜ੍ਹਦੇ ਆ ਜੀ ਵੀ ਇਹ ਸਿੱਖ ਦਾ ਸਭ ਤੋਂ ਵੱਡਾ ਚਿੰਤਕ, ਸਿੱਖ ਚਿੰਤਕ ਆ ਅਜਮੇਰ ਸਿੰਘ, ਸਭ ਤੋਂ ਵੱਡਾ ਕਾਮਰੇਡ ਉਹ ਸੀ 84 ਤੋਂ ਪਹਿਲਾਂ। ਤੇ ਤੁਸੀਂ ਜਿਹੜਾ ਸਹੀ ਕਾਮਰੇਡ ਇੱਧਰ ਨੂੰ ਆ ਜਾਂਦਾ ਆ, ਉਹਨੂੰ ਕਹਿ ਦਿੰਦੇ ਆ ਵੀ ਇਹ ਤਾਂ ਬਹੁਤ ਵੱਡੀ ਵਧੀਆ ਸਿੱਖ ਬਣ ਗਿਆ, ਤੇ ਜਿਹੜਾ ਸਹੀ ਵਿਚਾਰਧਾਰਾ ਰੱਖ ਕੇ ਤੁਹਾਡੇ ਕੋਲ ਅੱਜ ਵੀ ਉਹ ਗੱਲ ਕਰ ਰਿਹਾ ਵੀ ਪਖੰਡਵਾਦ ਦੇ ਖਿਲਾਫ, ਉਹਨੂੰ ਤੁਸੀਂ ਕਿੰਨੇ ਬੰਦਾ ਗਲਤ ਆ। ਭੈਣ ਜੀ ਹਰਿੰਦਰ ਕੌਰ ਜੀ ਤੁਸੀਂ ਹੋਲਡ ਰੱਖਿਓ, ਮੈਨੂੰ ਪਤਾ ਤੁਸੀਂ ਹੋਲਡ ਰੱਖਿਓ। ਹਾਂਜੀ ਠੀਕ ਹੈ ਭਾਜੀ, ਗੱਲ ਮੇਰੀ ਬਹੁਤ ਲੰਮੀ ਹੋ ਗਈ, ਬਾਕੀ ਵੀਰਾਂ ਨੇ ਵੀ ਆਪਣੇ ਵਿਚਾਰ ਦੇਣੇ ਆ, ਪਰ ਬਿਲਕੁਲ ਐਕਸਪੀਰੀਅੰਸ ਜਿਹੜਾ ਮੇਰਾ ਹੁਣ ਤੱਕ ਦਾ ਰਿਹਾ, ਮੈਂ ਨਹੀਂ ਕਹਿੰਦਾ ਵੀ ਕਾਮਰੇਡਾਂ ਨਾਲ ਵਧੀਆ ਰਿਹਾ। ਜਿਹੜੇ ਵੀ ਚੰਗੇ ਇਨਸਾਨ ਹੋਏ ਆ, ਚਾਹੇ ਕਿਸੇ ਪਾਸੇ ਵੀ ਹੋਏ ਆ, ਚੰਗੇ ਇਨਸਾਨਾਂ ਦੀ ਕਦਰ ਕਰੋ, ਅੱਖਾਂ ਮੀਟ ਕੇ। ਇਹ ਨਾ ਹੋਵੇ ਵੀ ਜੇ ਤੁਸੀਂ ਚੋਲਾ ਦਮਾਲਾ ਦੇਖ ਲਿਆ, ਖੰਡਾ ਲੱਗਾ ਦੇਖ ਲਿਆ, ਇਹ ਤੋਂ ਹੀ ਪ੍ਰਭਾਵਿਤ ਹੋ ਗਿਆ ਵੀ ਬੰਦਾ ਬਹੁਤ ਵਧੀਆ, ਤੇ ਦੂਜੇ ਪਾਸੇ ਜਿਹਦੇ ਨਾਂ ਦੇ ਮੂਹਰੇ ਕਾਮਰੇਡ ਲੱਗਾ ਆ ਤੁਸੀਂ ਉਹਨੂੰ ਨਿੰਦਣਾ ਸ਼ੁਰੂ ਕਰ ਦਿੱਤਾ, ਬਿਨਾਂ ਹੀ ਕਿਸੇ ਸਮਝ ਤੋਂ, ਬਿਨਾਂ ਹੀ ਕਿਸੇ ਉਹਦੀ ਜ਼ਿੰਦਗੀ ਦੇ ਉੱਤੇ ਝਾਤੀ ਮਾਰੇ ਤੋਂ ਬਿਨਾਂ।
ਇਹ ਸਾਰਿਆਂ ਨੂੰ ਬੇਨਤੀ ਆ ਵੀ ਇਹ ਕੰਮ ਨਾ ਕਰੋ, ਖੋਜੋ ਕੋਈ ਵੀ ਆ, ਚਾਹੇ ਕੋਈ ਅੱਜ ਤੁਹਾਡੇ ਇੱਥੇ ਬੈਠੇ ਸਾਡੇ ਵੀਰ ਸੁਣ ਰਹੇ ਆ, ਅਸੀਂ ਕਹਿੰਦੇ ਸਾਡੇ ਤੇ ਵਿਸ਼ਵਾਸ ਨਾ ਕਰੋ, ਕਿਸੇ ਤੇ ਨਾ ਕਰੋ, ਤੁਸੀਂ ਆਪਣੀ ਖੋਜ ਕਰੋ, ਖੁਦ ਆਪਣੇ ਦਿਮਾਗ ਖੋਲੋ। ਪਰਮਾਤਮਾ ਨੇ ਤੁਹਾਨੂੰ ਸਮਝ ਦਿੱਤੀ ਆ, ਆਪਣੀ ਸਮਝ ਦੇ ਮੁਤਾਬਕ ਜ਼ਿੰਦਗੀ ਜੀਓ। ਜੋ ਤੁਹਾਨੂੰ ਮੂਹਰੇ ਦੀਦਾ ਉਹਨੂੰ ਸੱਚ ਨੂੰ ਠੋਕ ਵਜਾ ਕੇ ਕਹੋ, ਫਿਰ ਗਾਲਾਂ ਗੂਲਾਂ ਤੋਂ ਨਾ ਡਰੋ। ਜੇ ਤੁਸੀਂ ਇਸ ਪਾਸੇ ਨੂੰ ਤੁਰੇ ਆ, ਜੇ ਨਹੀਂ ਫਿਰ ਚੁੱਪ ਕਰਕੇ ਬਹਿ ਜਾਓ, ਹਜੇ ਫਿਰ ਬੋਲੋ ਹੀ ਨਾ, ਆਪਣਾ ਕੰਮ ਕਰੀ ਜਾਓ। ਜੇ ਨਹੀਂ ਕੁਝ ਬੋਲ ਸਕਦੇ ਫਿਰ ਬੋਲੋ ਨਾ, ਫਿਰ ਚੁੱਪ ਕਰ ਜਾਓ। ਜੇ ਬੋਲਣਾ ਤਾਂ ਫਿਰ ਸੱਚ, ਨਹੀਂ ਤਾਂ ਤੁਹਾਡੀ ਚੁੱਪ ਭਲੀ ਅੱਜ ਦੇ ਟਾਈਮ ਦੇ ਵਿੱਚ। ਤੁਸੀਂ ਲੈ ਲਓ ਦੂਸਰੀ ਕਾਲ, ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ, ਹਮੇਸ਼ਾ ਹੀ ਵਧੀਆ ਹੁੰਦਾ, ਸੁਣਦੇ ਰਹੀਦਾ। ਸਤਿ ਸ਼੍ਰੀ ਅਕਾਲ। ਧੰਨਵਾਦ ਸਰਦਾਰ ਮੋਹਨ ਸਿੰਘ ਜੀ। ਓਕੇ ਹਾਂਜੀ ਭੈਣ ਜੀ, ਤੁਸੀਂ ਆਉਣੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਨ ਜਿਹੜੀ ਗੱਲ ਮੈਂ ਕਰਨੀ ਹੈ ਉਹ ਇਸ ਤੇ ਕਰਨੀ ਹੈ ਕਿ ਚਲੋ ਬੜਾ ਕੁਛ ਆ, ਤੁਸੀਂ ਬਾਹਰ ਚਲੇ ਗਏ ਆ, ਇੱਥੋਂ ਤੇ ਪੰਜਾਬੀ ਸਿੱਖ ਭਰਾ ਉੱਠ ਕੇ ਕੋਈ MP ਚਲਾ ਗਿਆ, ਕੋਈ UP ਚਲਾ ਗਿਆ, ਜਦੋਂ ਜਾ ਕੇ ਉਧਰ ਵੇਖੀਦਾ ਵਾ ਉਧਰ ਦੇ ਲੋਕ ਮਸਤ ਜ਼ਿੰਦਗੀ ਜੀਂਦੇ ਆ, ਉਹਨਾਂ ਨੂੰ ਨੀ ਲੈਣਾ ਦੇਣਾ। ਸਾਨੂੰ ਤਰੱਕੀਆਂ ਦੀ ਪਈ ਰਹਿੰਦੀ ਆ, ਅਸੀਂ ਮਸ਼ੀਨਰੀ ਖਰੀਦਦੇ ਆ, ਅਸੀਂ ਉਹ ਖਰੀਦਦੇ ਆ। ਮਤਲਬ ਜਿੰਨੀ ਭੱਜ ਦੌੜ ਸਾਡੇ ਸਿੱਖ ਸਮਾਜ ਹੀ ਕਹੂੰਗੀ ਮੈਂ ਤੇ, ਚਲੋ ਤੁਹਾਡਾ ਕਾਮਰੇਡ ਵਾਲਾ ਜਿਹੜਾ ਉਹ ਤੇ ਬੜਾ ਵੱਖਰਾ ਵਿਸ਼ਾ, ਉਹ ਤੇ ਅੱਡ ਚੀਜ਼ ਆ। ਪਰ ਅੱਜ ਜਿਹੜੀ ਚੀਜ਼ ਵੇਖਦੇ ਆ ਅਸੀਂ ਆਲੇ ਦੁਆਲੇ, ਕਿ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਚਲੋ ਬਾਬਾ ਜੀ ਨੇ ਸਾਡੇ ਮਤਲਬ ਜਿੰਨੇ ਵੀ ਸਾਡੇ ਗੁਰੂ ਨੇ, ਉਹਨਾਂ ਨੇ ਕਿਹੜੀ ਨੀ ਜ਼ਿੰਦਗੀ ਜੀ ਕੇ ਵਿਖਾਈ ਸਾਨੂੰ, ਕਿਹੜੀ ਨੀ ਤਪੱਸਿਆ ਉਹਨਾਂ ਨੇ ਕਰਕੇ ਦਿਖਾਈ। ਜੇ ਅੱਜ ਅਸੀਂ ਕਹੀਏ ਕਿ ਸਾਡੇ ਕੋਲ ਐਗਜ਼ਾਮਪਲ ਨਹੀਂ ਹੈਗੀ, ਫਿਰ ਅਸੀਂ ਬਣੇ ਹੀ ਕੁਰਬਾਨੀ ਲਈ ਆ। ਜੇ ਅਸੀਂ ਵੇਖਦੇ ਹਾਂ ਤੇ ਅੱਜ ਵੀ ਸਾਡੀ ਜਿਹੜੀ ਆ ਉਹ ਸਾਨੂੰ ਦਿਸਦਾ ਪਿਆ ਵਾ ਵੀ ਪਹਿਲਾਂ ਅਸੀਂ ਕਾਂਗਰਸ ਦੇ ਹੱਥੋਂ ਮਰੇ ਹਾਂ, ਤੇ ਹੁਣ ਜਿਹੜੀ ਸੈਂਟਰ ਸਰਕਾਰ BJP ਦੀ ਬੈਠੀ ਆ, ਉਹ ਪਤਾ ਨੀ ਕੀ ਪਕਾਉਣ ਡਈ ਖਿਚੜੀ, ਰੱਬ ਹੀ ਜਾਣੇ। ਅਸੀਂ ਤੇ ਉਹੀ ਕਹਿੰਦੇ ਵੀ ਪ੍ਰਮਾਤਮਾ ਤੂੰ ਹੀ ਸਹਾਇਤਾ ਕਰੀ, ਹੁਣ ਤੂੰ ਆਪ ਥੱਲੇ, ਤੈਨੂੰ ਉਤਰਨਾ ਹੀ ਪੈਣਾ, ਨਿਤਰਨਾ ਹੀ ਪੈਣਾ ਸਾਡੇ ਲੋਕਾਂ ਵਾਸਤੇ। ਪਰ ਮੇਨ ਜਿਹੜੀ ਸਾਡੀ ਪ੍ਰੋਬਲਮ ਹੈ ਉਹ ਅਕਾਲ ਤਖਤ ਸਾਹਿਬ ਦੀ ਮਜ਼ਬੂਤੀ ਨਹੀਂ ਹੈਗੀ। ਮੇਨ ਚੀਜ਼ ਜਿਹੜੀ ਹੈ, ਵੇਖੋ ਜੀ, ਪੌਪ ਕਹਿ ਦਿੰਦੇ ਜਿਹਨਾਂ ਨੂੰ, ਉਹ ਜਿਹੜੇ ਇਹਨਾਂ ਦੇ ਪਾਸਟ ਹੁੰਦੇ, ਜੋ ਵੀ ਇਹਨਾਂ ਦਾ ਰੋਮ ਵਿੱਚ ਹੈਗਾ ਵਾ, ਠੀਕ ਹੈ, ਉਹਨਾਂ ਦੀ ਉਹ ਸਟਰੋਂਗ ਹੁੰਦਾ ਜੀ, ਇਹਨਾਂ ਦਾ ਇੱਕ ਬੰਦਾ ਜੋ ਵੀ ਹੈਗਾ। ਸਾਨੂੰ ਤੇ ਕੋਈ ਸਟਰੋਂਗ ਸਾਡਾ ਜਥੇਦਾਰ ਨਹੀਂ ਹੈਗਾ ਕੋਈ। ਜੇ ਅਕਾਲ ਤਖਤ ਸਾਹਿਬ ਚਲ ਜਾਈਏ, ਫਿਰ ਜੇ ਚਲ ਜਾਈਏ ਥੱਲੇ ਨੰਦੇੜ ਸਾਹਿਬ, ਉਹ ਤਖਤ ਹੀ ਨਹੀਂ ਇੱਕ ਹੈਗੇ ਉੱਥੇ ਜੀ। ਉਹ ਬੱਕਰਾ ਵੜਦੇ ਦੀ ਵੇਖੀ ਵੀਡੀਓ, ਉਹ ਉੱਥੇ ਆਰਤੀ ਕਰੀ ਜਾਂਦੇ ਆ, ਕੋਈ ਉੱਥੇ ਕਿਰਪਾਨ ਫੜ ਕੇ ਖਲੋ ਜਾਂਦਾ ਵਾ ਉਹ ਜਦੋਂ ਆਰਤੀ ਕਰਦੇ ਆ। ਮਤਲਬ ਵੇਖ ਕੇ ਦੁਖੀ ਹੁੰਦਾ ਮਨ ਕਿ ਸਿਰ ਤੇ ਨੀ ਕੁੰਡਾ ਤੇ ਹਾਥੀ ਫਿਰੇ ਲੁੰਡਾ, ਸਾਡਾ ਤੇ ਉਹ ਹਾਲ ਬਣਿਆ। ਜਦੋਂ ਤੱਕ ਅਕਾਲ ਤਖਤ ਸਾਹਿਬ ਤੇ ਗੁਰੂ, ਜਦੋਂ ਤੱਕ ਮਤਲਬ ਅਕਾਲ ਤਖਤ ਸਾਹਿਬ ਤੇ ਕੋਈ ਸਟਰੋਂਗ ਬੰਦਾ ਨਹੀਂ ਆ ਕੇ ਬਹੂਗਾ, ਫੇਰ ਹੀ ਸਾਨੂੰ ਸਾਡੇ ਵਿੱਚ ਤੇ ਉਹ ਚੀਜ਼ ਹੀ ਨਹੀਂ। ਮਤਲਬ ਅਸੀਂ ਏਦਾਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਯਾਰ ਇਹ ਲੋਕ ਤੇ ਸਾਡਾ ਮਜ਼ਾਕ ਫਿਰ ਡਾਉਣਗੇ। ਨੈਚੁਰਲੀ ਅਸੀਂ ਮਜ਼ਾਕ ਦਾ ਪਾਤਰ ਬਣੇ ਹੋਏ ਆ। ਪ੍ਰੋਬਲਮ ਇਹ ਆ ਵੀ ਅਕਾਲ ਤਖਤ ਤੇ ਸਟਰੋਂਗ ਬੰਦਾ ਬਹਿ ਨਹੀਂ ਸਕਦਾ, ਕਿਉਂਕਿ ਉੱਥੇ ਜਿਹੜਾ ਬੰਦਾ ਬਿਠਾਉਣਾ ਉਹਨਾਂ ਦੇ ਹੱਥ ਵਸਿਆ, RSS ਦੀ ਮਰਜ਼ੀ ਦੇ ਨਾਲ, ਬਾਦਲਾਂ ਦੀ ਸਾਈਨਾਂ ਦੇ ਨਾਲ ਉੱਥੇ ਬਹਿੰਦਾ ਆ। ਉਹ ਕਿਵੇਂ ਬਿਠਾਉਗੇ ਜਿਹੜਾ ਮਾੜਾ ਮੋਟਾ? ਫਿਰ ਸਾਨੂੰ ਕਿਉਂ ਭੱਜ ਕੇ ਮਰੀਏ? ਫਿਰ ਸਾਨੂੰ ਨਹੀਂ ਤੇ ਮੈਂ ਤੇ ਬਥੇਰੀ ਵਾਰੀ ਆਪਣੇ ਸਿੱਖ ਭਰਾਵਾਂ ਨੂੰ ਵੀ ਕਹਿੰਦੀ ਆ ਵੀ ਉਹ ਪਹਿਲੀ ਵਾਲੀ ਵਾਹੀ ਕਰ ਲਓ, ਤੁਸੀਂ ਕੀ ਲੈਣਾ, ਰੋਟੀ ਖਾਓ, ਠੰਡਾ ਪਾਣੀ ਪੀਓ, ਆਪਣਾ ਜੋ ਵੀ ਧੜਕ ਹੁੰਦਾ ਉਹਨਾਂ ਕਰ ਲਓ। ਅਸੀਂ ਸਿਰਫ ਮਰਨਾ ਕੀਤਾ ਚਾਰੇ ਸਵੇਰੇ, ਉਹਨੂੰ ਵੀ ਖਤਮ ਕਰਨ ਦਾ ਚੱਕਰ ਆ ਨਾ। ਜੇ MSRP ਖਤਮ ਹੋ ਗਈ ਤੇ ਪੰਜਾਬ ਦੇ ਵਿੱਚ ਝੋਨੇ ਤੇ ਕਣਕ ਦਾ ਰੇਟ ਨਾ ਮਿਲਿਆ, ਉਹ ਬੈਠੇ ਹੀ ਆ, ਉਹ ਤੇ ਚਲੋ ਉਹ ਵੀ ਮੁਕਾ ਦੇਣੀ ਉਹਨਾਂ ਨੇ, ਉਹ ਤੇ ਚਲੋ ਉਹ ਤੇ ਬੈਠੇ ਹੀ ਨਹੀਂ। ਉਹਨਾਂ ਨੂੰ ਪਤਾ ਵਾ ਇੱਕ ਚੀਜ਼ ਤੇ ਉਹਨਾਂ ਨੂੰ ਪ੍ਰਤੱਖ ਹੈ ਵੀ ਇਹ ਲਾਲਚੀ ਆ। ਇਹ 101% ਆ ਕਿ ਉਹ ਸਾਡੀ ਨਬਜ਼ ਪਛਾਣ ਚੁੱਕੇ ਆ ਵੀ ਇਹ ਜਿਹੜੇ ਸਿੱਖ ਆ ਨਾ, ਇਹ ਹੈਗੇ ਲਾਲਚੀ ਜੇ, ਜੋ ਮਰਜ਼ੀ ਕਹਿ ਲਓ ਤੁਸੀਂ। ਬਿਲਕੁਲ ਮੈਂ ਜੋ ਆਸ-ਪਾਸ ਵੇਖਦੀ ਆ ਵੀ ਇੰਨਾ ਲਾਲਚ, ਤੇ ਮੈਂ ਕਹਿੰਦੀ ਆ ਉਹ ਫੇਰ ਵੀ ਕੱਟੜ ਜੇ ਮੁਸਲਮਾਨ, ਉਹ ਫੇਰ ਵੀ ਕੱਟੜ ਜੇ ਹਿੰਦੂ, ਉਹ ਫੇਰ ਵੀ ਕੱਟੜ ਜੇ ਸਾਰੇ ਲੋਕੀ ਆਪਣੇ ਧਰਮਾਂ ਚ ਫੇਰ ਵੀ ਕੱਟੜ ਜੇ ਕੱਟੜਤਾ ਦੀ ਗੱਲ ਕਰੀਏ। ਅਸੀਂ ਇੰਨੇ ਲਾਲਚੀ ਆ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਅਸੀਂ ਭਰਾ ਦੇ ਨਾਲ ਭਰਾ ਨਹੀਂ ਬੋਲਦਾ। ਪਿੰਡਾਂ ਚ ਸਾਡੀ ਕੋਈ ਚੱਜ ਸਵਾਦ ਦੀ ਸਾਂਝ ਨਹੀਂ ਆ, ਕੋਈ ਕਿਸੇ ਨੂੰ ਲੈਣਾ ਦੇਣਾ ਨਹੀਂ, ਭੱਜੀ ਫਿਰਨ ਡਈ ਦੁਨੀਆ ਸਿਰਫ ਇੱਕ ਲਾਲਚ ਦੇ ਪਿੱਛੇ। ਬਸ ਸਿਰਫ ਤੇ ਅਰਦਾਸ ਕਰ ਸਕਦੇ ਜੇ ਵੀ ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਜਿੱਦਾਂ ਤੂੰ ਲਾਜ ਰੱਖਦਾ ਆ ਭਗਤਾਂ ਦੀ, ਉਹ ਸਵੈਮਾਨ ਦੀ ਲਾਜ ਰੱਖ ਲੈ। ਮੈਂ ਤੇ ਦਿਨੇ ਰਾਤ ਉਹਦੇ ਲਈ ਅਰਦਾਸ ਕਰਦੀ ਆ ਵੀਰ ਲਈ। ਉਹ ਵੀਰ ਜਿਸ ਤਰ੍ਹਾਂ ਕਰਨ ਡਿਆ, ਮੈਂ ਨਹੀਂ ਵੀ ਦੇਣ ਨਹੀਂ ਦੇ ਸਕਦੇ ਕਿਤੇ ਉਹਨਾਂ ਵੀਰ ਦਾ। ਸਰਬਜੀਤ ਸਿੰਘ ਜੀ ਦੀ ਵੀ ਸੁਣੀ ਦੀ ਆ ਗੱਲ, ਆਖੀ ਦਾ ਲੈ ਹੋਰ ਇਹ ਤੋਂ ਵੱਧ ਸਿੰਪਲ ਕੀ ਸਮਝਾਵੇ ਲੋਕਾਂ। ਬਿਲਕੁਲ ਭੈਣ ਜੀ, ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਰੱਬ ਕਿਤੇ ਉੱਪਰੋਂ
ਉਤਰ ਕੇ ਆਵੇ ਤੇ ਫੇਰ ਹੀ ਕੁਝ ਬਣਨਾ। ਉਤਰ ਕੇ ਆਇਆ ਹੋਇਆ, ਕਿਉਂਕਿ ਜਿਹੜੀ ਗੁਰਮਤ ਦਾ ਰੱਬ ਆ ਨਾ, ਉਹ ਸਵੈਮਾਨ ਦੇ ਅੰਦਰ ਵਸ ਰਿਹਾ, ਸਰਬਜੀਤ ਉਹਨਾਂ ਦੇ ਅੰਦਰ ਵਸ ਰਿਹਾ, ਉਹ ਗਰਾਊਂਡ ਕੰਮ ਕਰ ਰਹੇ ਆ, ਉਹ ਗੁਰੂ ਨਾਨਕ ਦੀ ਸੋਚ ਨੂੰ ਲੈ ਕੇ ਅੱਗੇ ਤੁਰੇ ਹੋਏ ਆ। ਸੋ ਬਹੁਤ ਧੰਨਵਾਦ ਤੁਹਾਡਾ ਭੈਣ ਜੀ। ਸ਼ਬਦ ਦੀ ਆਪਾਂ ਵਿਚਾਰ ਕਰ ਲਈਏ, ਟਾਈਮ ਕਾਫੀ ਹੋ ਗਿਆ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਹਾਂਜੀ ਜਗਮੋਹਨ ਸਿੰਘ ਜੀ, ਜਿਹੜਾ ਆਪਾਂ 10 ਮਿੰਟ ਸ਼ਬਦ ਦੀ ਵਿਚਾਰ ਕਰਾਂਗੇ, ਉਸ ਤੋਂ ਬਾਅਦ ਫਿਰ ਦੁਬਾਰਾ ਕਾਲਾ ਲੈ ਲਵਾਂਗੇ। ਬਿਲਕੁਲ। ਤੇ ਸ਼ਬਦੀ ਵਿਚਾਰ ਤੋਂ ਪਹਿਲਾਂ ਥੋੜੀ ਜਿਹੀ ਗੱਲ ਕਰਨੀ ਚਾਹੂੰਗਾ। ਮੈਂ ਕਿਹਾ ਜਿੱਦਾਂ ਵੀਰ ਸਰਬਜੀਤ ਸਿੰਘ ਹੁਣੀ ਯੂਬਾ ਸਿਟੀ ਤੋਂ ਕਹਿ ਕੇ ਗਏ ਆ, ਜਾਂ ਗੱਗ ਬਾਰੇ ਕਹਿ ਕੇ ਗਿਆ, ਗੱਗ ਨੂੰ ਮੇਰਾ ਖਿਆਲ ਗੱਗ ਦੀ ਵੀ ਕੁੱਟਮਾਰ ਪਿੱਛੇ ਜਿਹਾ ਹੋਈ ਸੀਗੀ। ਸੋ ਉਹ ਕਿਸੇ ਵੀ ਜਿਹੜੀ ਆ ਜਥੇਬੰਦੀ ਆ, ਸਰਦਾਰ ਬੜੈਚ ਸਾਹਿਬ ਨੇ ਇੱਥੇ ਬਹੁਤ ਕਮੈਂਟ ਲਿਖਿਆ, ਉਹਦਾ ਗੱਗ ਕਿਸੇ ਵੀ ਕਾਮਰੇਡ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ, ਤੇ ਕਾਮਰੇਡਾਂ ਨੇ ਉਸਨੂੰ 1000 ਵਾਰ ਕਿਹਾ ਗੱਗ ਨੂੰ ਕਿ ਬੰਦੇ ਦਾ ਪੁੱਤਰ ਬਣ ਜਾ। ਸੋ ਏਦਾਂ ਹੁੰਦਾ ਆ ਵੀ ਜੇ ਇੱਕ ਬੰਦਾ, ਮੈਂ ਕਹਾਂ ਕਿ ਮੈਂ ਸਿੱਖ ਆ, ਠੀਕ ਹੈ, ਤੇ ਸਿੱਖ ਬਣ ਕੇ ਮੈਂ ਜਿੰਨੇ ਮਾੜੇ ਕਰਮ ਮੈਂ ਫੇਸਬੁੱਕ ਤੇ ਲਿਖਾਂ, ਇਹਦਾ ਮਤਲਬ ਮੈਂ ਸਾਰੀ ਸਿੱਖ ਕਮਿਊਨਿਟੀ ਨੂੰ ਥੋੜ੍ਹਾ ਰਿਪਰੈਜ਼ੈਂਟ ਕਰਦਾ, ਠੀਕ ਨੇ। ਤੇ ਜਦੋਂ ਆਪਾਂ ਕਹਿੰਦੇ ਆ, ਕਈ ਵਾਰ ਆਪਾਂ ਕਹਿੰਦੇ ਆ ਵੀ ਯਾਰ ਆਹ ਬੰਦਾ, ਹੁਣ ਕਈ ਬੰਦੇ ਆਪਣੇ ਖਿਲਾਫ ਬੋਲਦੇ ਆ, ਸਾਲ ਹੋ ਗਿਆ, 1.5 ਸਾਲ ਬੋਲਦਿਆਂ ਨੂੰ ਹੋ ਗਿਆ, ਆਪਾਂ ਨੂੰ ਕਦੀ ਕੁਛ ਲਿਖਦੇ ਫੇਸਬੁੱਕ ਤੇ, ਕਦੀ ਕੁਛ ਲਿਖਦੇ ਆ। ਕੁਛ ਬੰਦੇ ਹੁੰਦੇ ਆ ਉਹ ਅਹਿਮੀਅਤ ਭਾਲਦੇ ਹੁੰਦੇ ਵੀ ਸਾਨੂੰ ਅਹਿਮੀਅਤ ਮਿਲੇ। ਤਾਂ ਆਪਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਪੜ੍ਹ ਕੇ ਕਹਿੰਦੇ ਯਾਰ ਇਹ ਬੰਦੇ ਤਾਂ ਇੱਕ ਫੇਮ ਭਾਲਦੇ, ਜਾਂ ਸਿਰਫ ਚਾਹੁੰਦੇ ਕਿ ਇਹਨਾਂ ਦਾ ਨਾਂ ਲਿਆ ਜਾਵੇ, ਵੀ ਇਹਨਾਂ ਇੱਦਾਂ ਦੇ ਬੰਦਿਆਂ ਨੂੰ ਇਗਨੋਰ ਕੀਤਾ ਜਾਵੇ, ਕਿਉਂਕਿ ਸਮਾਜ ਵਾਸਤੇ ਕੁਛ ਨਹੀਂ ਕਰ ਰਹੇ। ਜੇ ਤਾਂ ਕੋਈ ਸਮਾਜ ਲਈ ਭਲਾ ਕਰ ਰਿਹਾ ਹੁਣ, ਤੇ ਅਸੀਂ ਉੱਥੇ ਅੜਚਨ ਪਾ ਰਹੀ ਹੋਈਏ ਤੇ ਸਾਡੇ ਖਿਲਾਫ ਲਿਖਣ, ਫਿਰ ਅਸੀਂ ਉਹਦਾ ਆਨਸਰ ਦਈਏ ਵੀ ਅਸੀਂ ਸਮਾਜ ਲਈ ਆਹ ਕੰਮ ਕਰ ਰਹੇ ਹਾਂ, ਵੀ ਤੁਸੀਂ ਵੀ ਕਰ ਰਹੇ ਹੋ, ਤੁਸੀਂ ਗਲਤ ਕਰ ਰਹੇ ਹੋ, ਅਸੀਂ ਗਲਤ ਕਰ ਰਹੇ। ਦੂਜੀ ਗੱਲ, ਮੋਲਕ ਸਿੰਘ ਨੇ ਕਿਹਾ ਵੀ ਜਿਹੜੀਆਂ ਆਹ NGO ਬਣੀਆਂ, ਬਿਲਕੁਲ, ਚਾਹੇ ਉਹ ਖਾਲਸਾ ਏਡ ਹੈ, ਚਾਹੇ ਯੂਨਾਈਟਿਡ ਸਿੱਖ ਵਾਲੇ ਆ, ਆਪਾਂ ਨਾਂ ਲਵਾਂਗੇ ਸਾਰਿਆਂ ਦੇ, ਜਿੰਨੇ ਵੀ ਆ, ਇਹਨਾਂ ਦੇ 2-2 ਚਿਹਰੇ ਉੱਥੇ ਬਹੁਤ ਦੇਖਣ ਨੂੰ ਮਿਲੇ ਆ। ਕਿਉਂ ਇਹਨਾਂ ਨੂੰ ਉੱਥੇ ਜਾ ਕੇ ਕਿਉਂ ਪੇਸ਼ ਕਰਨਾ ਪਿਆ ਆਪਣੇ ਆਪ ਨੂੰ? ਕਿਉਂਕਿ ਨਹੀਂ ਤਾਂ ਪੈਸਾ ਨਹੀਂ ਇਕੱਠਾ ਹੁੰਦਾ। ਜਦੋਂ ਹੜ੍ਹ ਪੀੜਤਾਂ ਦੇ ਨਾਂ ਤੇ, ਪੰਜਾਬ ਦੇ ਨਾਂ ਤੇ ਪੈਸਾ ਇਕੱਠਾ ਹੋਇਆ, ਤਾਂ ਜੇ ਕੋਈ ਖਾਲਸਾ ਏਡ ਨੂੰ, ਰਵੀ ਸਿੰਘ ਹੁਣਾਂ ਨੂੰ ਹਿਸਾਬ ਪੁੱਛਦਾ ਆ ਵੀ ਜਿਹੜਾ ਉਸ ਟਾਈਮ ਇੰਨੇ $1 ਮਿਲੀਅਨ ਇਕੱਠਾ ਹੋਇਆ, ਉਹਦਾ ਹਿਸਾਬ ਪਾ ਦਿਓ। ਤੇ ਜੇ ਤੁਸੀਂ ਵਰਿੰਦਰ ਸਿੰਘ ਜੀ, ਤੁਸੀਂ $100 ਘਰੇ ਲੈ ਕੇ ਆਏ, ਜਾਂ 5000, ਤੁਹਾਡੀ ਵਾਈਫ ਤੁਹਾਨੂੰ ਪੁੱਛਦੀ ਆ ਵੀ 5000 ਆਇਆ, ਵੀ ਇਹਦਾ ਇਹ ਖਰਚ ਹੋ ਗਿਆ ਆਲਰੇਡੀ, ਦਾ ਹਿਸਾਬ ਕੀ ਆ? ਤੁਸੀਂ ਕਹੋ ਵੀ ਮੈਂ 3000 ਹੋਲ ਫੂਡ ਦੇ ਦਿੱਤਾ, 2000 ਉੱਥੇ, ਤਾਂ ਇਹ ਹਿਸਾਬ ਥੋੜ੍ਹਾ ਹੁੰਦਾ। ਹਿਸਾਬ ਤਾਂ ਹੁੰਦਾ ਵੀ ਤੁਸੀਂ ਕਿੰਨੀ ਸਬਜ਼ੀ ਲੈ ਕੇ ਆਏ ਆ, ਕਿੰਨਾ ਤੁਸੀਂ ਦੁੱਧ ਦਾ ਖਰਚਾ, ਕਿੰਨਾ ਬਿਜਲੀ ਦਾ ਬਿੱਲ ਦਿੱਤਾ। ਸੋ ਇਹ ਜਦੋਂ ਸਵਾਲ ਆਪਾਂ ਪੁੱਛਦੇ ਆ, ਇਹਨਾਂ ਦੇ ਹੀ ਪਿਆਦੇ ਜਿਨ੍ਹਾਂ ਨੇ ਚਵਾਨੀ ਨਹੀਂ ਦਿੱਤੀ ਹੁੰਦੀ, ਕਦੀ ਵੀ ਉਹਨਾਂ ਨੇ ਆਪ ਚਵਾਨੀ ਵੀ ਡੋਨੇਟ ਨਹੀਂ ਕੀਤੀ ਹੁੰਦੀ, ਉਹ ਤੁਹਾਡੇ ਆ ਕੇ ਖਿਲਾਫ ਖੜ ਜਾਣਗੇ, ਤੁਹਾਡੇ ਖਿਲਾਫ ਬੋਲਣਗੇ, ਤੁਹਾਨੂੰ ਕਹਿਣਗੇ ਤੂੰ ਕੌਣ ਹੁੰਦਾ ਸਵਾਲ ਪੁੱਛਣ ਵਾਲਾ। ਭਾਈ ਜਿਨ੍ਹਾਂ ਨੇ ਡੋਨੇਸ਼ਨਾਂ ਦਿੱਤੀਆਂ, ਅਗਲੇ ਨੇ ਸਵਾਲ ਵੀ ਪੁੱਛਣੇ ਆ। ਅਸੀਂ TV ਰਨ ਕਰਦੇ ਹਾਂ ਇੱਥੇ, ਸਾਡੇ ਭਰਾ ਸਾਨੂੰ ਸਪੋਰਟ ਕਰਦੇ ਆ, ਅਸੀਂ WhatsApp ਜਿਹੜੇ ਸਪੋਰਟ ਕਰਦੇ ਉਹਨਾਂ ਲਈ WhatsApp ਗਰੁੱਪ ਬਣਾਇਆ ਆ, ਉਹਨਾਂ ਨੂੰ ਪੈਨੀ ਦਾ ਬੈਂਕ ਦਾ ਹਿਸਾਬ ਜਾਂਦਾ ਵੀ ਇੰਨੇ ਪੈਸੇ ਆਏ ਆ, ਆਹ ਖਰਚ ਹੋਇਆ, ਆਹ ਏਦਾਂ ਹੋਇਆ। ਸੋ ਇਹ ਹਿਸਾਬ ਵੀ ਦੇਣੇ ਪੈਣੇ ਆ। ਸੋ ਸਾਡੀ ਇਹ ਵੀ ਕੋਸ਼ਿਸ਼ ਆ ਵੀ ਅਸੀਂ ਇੱਦਾਂ ਨਾ ਕਰੀਏ ਬਈ ਅੱਖਾਂ ਬੰਨ ਕਰਕੇ ਕਿਸੇ ਨੂੰ ਦਾਨ ਨਾ ਦੇਈਏ। ਅਸੀਂ ਬਹੁਤ ਵਾਰੀ ਇੱਥੋਂ ਕਿਹਾ ਵੀ ਬਾਬਾ ਨਾਨਕ ਵੀ ਕਹਿੰਦਾ ਜਿਹੜਾ ਦਾਨ ਵੀ ਕਰਨਾ ਨਾ, ਉਹ ਤੂੰ ਅਕਲ ਦੇ ਨਾਲ ਦਾਨ ਕਰ, ਅੱਖਾਂ ਬੰਦ ਕਰਕੇ, ਦਿਮਾਗ ਬੰਦ ਕਰਕੇ, ਸੁਣ ਕਰਕੇ ਨਾ ਪੈਸੇ ਦੇ ਦੇ। ਕਿਸੇ ਨੂੰ ਵੀ ਦਾਨ ਕਰਨਾ, ਉਹ ਦਾਨ ਜਿਹੜਾ ਆ ਉਹ ਤੂੰ ਅੱਖਾਂ ਖੋਲ ਕੇ ਦਾਨ ਕਰ, ਕਿਉਂਕਿ ਜਦੋਂ ਅਸੀਂ ਕੱਪੜਾ ਲੈਣ ਜਾਂਦੇ ਤਾਂ ਵੀ ਅੱਖਾਂ ਖੋਲਦੇ ਹਾਂ, ਜੇ ਅਸੀਂ ਗੱਡੀ ਚਲਾਉਣੇ ਤਾਂ ਵੀ ਅੱਖਾਂ ਖੋਲਦੇ ਹਾਂ, ਪਰ ਦਾਨ ਵੇਲੇ ਪਤਾ ਨਹੀਂ ਕੀ ਹੋ ਜਾਂਦਾ ਸਾਨੂੰ, ਅਸੀਂ ਸੋਚਦੇ ਨਹੀਂ ਵੀ ਇਹ ਕਿਹੜੀ ਜਗ੍ਹਾ ਲੱਗਣਾ, ਸਹੀ ਜਗ੍ਹਾ ਲੱਗਣਾ ਕਿ ਨਹੀਂ ਆ। ਸੋ ਅੱਜ ਆਪਾਂ ਅੱਜ ਵਾਲੇ ਸ਼ਬਦੀ ਵਿਚਾਰਾਂ ਨੂੰ ਚੱਲੀਏ ਭਾਜੀ। ਧੰਨਵਾਦ ਜੀ। ਬਿਲਕੁਲ ਜੀ। ਸ਼ਬਦ ਅੱਜ ਸਿੱਖ ਦੀ ਡੈਫੀਨੇਸ਼ਨ ਹੀ ਆ। ਮੈਂ ਸ਼ਬਦ ਵੀ ਤਾਂ ਹੀ ਲਿਆ ਸੀ ਕਿਉਂਕਿ ਆਪਾਂ ਅੱਜ ਗੱਲ ਕਰ ਰਹੇ ਹਾਂ ਸਿੱਖੀ ਕੀ ਆ। ਸੋ ਇਸ ਸ਼ਬਦ ਤੋਂ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਬਹੁਤ ਕਲੀਅਰ ਸਿੱਖ ਦੀ ਡੈਫੀਨੇਸ਼ਨ ਦੇ ਰਹੇ ਆ। ਗੌੜੀ ਕੀ ਵਾਰ ਦੇ ਵਿੱਚੋਂ ਸ਼ਬਦ ਆ ਇਹ। ਸੋ ਇਕੱਲਾ ਸਲੋਕ ਆਪਾਂ ਨਹੀਂ ਕਰਦੇ, ਆਪਾਂ ਪੌੜੀ ਤੋਂ ਸ਼ੁਰੂ ਕਰਦੇ ਹਾਂ ਅਤੇ ਦੋਨੋਂ ਸਲੋਕ ਹੀ ਕਰ ਦਿੰਦੇ ਹਾਂ ਇੱਕ ਸਲੋਕ ਕਰਨ ਦੀ ਬਜਾਏ। ਸੋ ਪੌੜੀ ਤੋਂ ਆਪਾਂ ਸ਼ੁਰੂ ਕਰਾਂਗੇ। 306 ਪੰਨੇ ਦੇ ਉੱਤੇ ਇਹ ਪੌੜੀ ਸ਼ੁਰੂ ਹੁੰਦੀ ਆ। ਸੋ ਤੁਸੀਂ 306 ਜਿਨ੍ਹਾਂ ਨੇ ਨਾਲ ਦੇਖਣਾ ਆ ਉਹ ਕੱਢ ਲੈਣ। ਗੌੜੀ ਕੀ ਵਾਰ ਦਾ ਇਹ ਪੌੜੀ ਆ, 11ਵੀਂ ਪੌੜੀ ਆ ਗੌੜੀ ਕੀ ਵਾਰ ਦੀ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਆ, ਜੋ ਤੁਧ ਸੱਚ ਧਿਆਏਂਦੇ
ਸੇ ਵਿਰਲੇ ਥੋੜੇ। ਪਹਿਲਾਂ ਨਾ ਬੜਾ ਵਧੀਆ ਕਾਮੈਂਟ ਕਿਸੇ ਨੇ ਕੀਤਾ ਸੀ ਕਿ ਸਿੱਖੀ ਉਹੀ ਆ ਜਿਹੜਾ ਸੱਚ ਤੇ ਚੱਲਦਾ ਹੈ। ਬਿਲਕੁਲ ਉਹ ਸਹੀ ਕਾਮੈਂਟ ਸੀ। ਔਰ ਕਾਮਰੇਡੀ ਸੋਚ ਵੀ ਅਸਲੀ ਉਹੀ ਆ ਜਿਹੜਾ ਸੱਚ ਤੇ ਚੱਲਦਾ। ਜਿਹੜਾ ਸੱਚ ਤੇ ਨਹੀਂ ਚੱਲਦਾ ਨਾ ਸੱਚਾ ਕਾਮਰੇਡ ਆ ਤੇ ਨਾ ਹੀ ਸੱਚਾ ਸਿੱਖ ਆ। ਔਰ ਗੁਰੂ ਸਾਹਿਬ ਵੀ ਇਹੀ ਗੱਲ ਕਰ ਰਹੇ ਆ। ਸਰਦਾਰ ਮਨਜੀਤ ਸਿੰਘ ਹੁਣਾਂ ਨੇ ਉਹ ਕਮੈਂਟ ਕੀਤਾ। ਹਾਂਜੀ, ਸੋ ਜੋ ਤੁਧ ਸੱਚ ਧਿਆਇਂਦੇ, ਜਿਹੜੇ ਸੱਚ ਨੂੰ ਆਪਣੇ ਅੰਦਰ ਵਸਾ ਕੇ ਉਹਦੀ ਵਰਤੋਂ ਕਰਦੇ ਆ। ਜੋ ਧਿਆਇਂਦੇ ਸ਼ਬਦ ਆਉਂਦਾ ਨਾ, ਆਪਾਂ ਬਹੁਤ ਸਾਰੀ ਗੱਲ ਕਲੀਅਰ ਕੀਤੀ ਆ ਵੀ ਸਿਮਰਨ ਕੀ ਆ, ਵੀ ਕੂੰਜਾਂ ਤੋਂ ਸਿੱਖੋ ਵੀ ਸਿਮਰਨ ਕੀ ਆ। ਉਹ ਧਿਆਨ ਰੱਖਣਾ, ਸੱਚ ਦਾ ਧਿਆਨ ਧਰ ਕੇ ਜਿਹੜੇ ਚੱਲਦੇ ਆ ਉਹ ਬਹੁਤ ਥੋੜ੍ਹੇ ਆ। ਸੋ ਬਹੁਤ ਜ਼ਿਆਦਾ ਤਾਂ ਸਾਨੂੰ ਲੱਭਣੇ ਵੀ ਨਹੀਂ। ਇਹ ਗੁਰਬਾਣੀ ਕਹਿ ਰਹੀ ਆ ਕਿ ਬਹੁਤ ਥੋੜ੍ਹੇ ਆ ਜਿਹੜੇ ਸੱਚ ਉੱਤੇ ਚੱਲਦੇ ਆ। ਜੋ ਮਨ ਚਿੱਤ ਇੱਕ ਅਰਾਧ ਦੇ, ਕਹਿੰਦੇ ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਜਿਹੜੇ ਉਹ ਗੁਣਾਂ ਦੀ ਵਰਤੋਂ ਕਰਦੇ ਆ, ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਉਹਨਾਂ ਦੀ ਬਰਕਤ ਅਸੰਖ ਕਰੋੜਾ ਜਿਹੜੇ ਦੂਜੇ ਆ ਉਹ ਵੀ ਖਾ ਰਹੇ ਆ। ਉਹਨਾਂ ਦੀ ਬਰਕਤ ਤੁਹਾਡੇ ਸਾਹਮਣੇ ਪ੍ਰਤੱਖ ਆ। ਕਿਸਾਨੀ ਅੰਦੋਲਨ ਨੂੰ ਚੱਲਦਿਆਂ 1 ਸਾਲ ਹੋਰ ਗਿਆ ਤੇ ਉੱਥੇ ਕੋਈ ਖਾਣੇ ਦੀ ਘਾਟ ਨਹੀਂ, ਕਿਸੇ ਚੀਜ਼ ਦੀ ਘਾਟ ਨਹੀਂ। ਉਹ ਚੱਲ ਰਹੀ ਆ ਬਾਬੇ ਨਾਨਕ ਦੇ ਲੰਗਰ ਦੇ ਨਾਲ। ਔਰ ਬਹੁਤ ਵਧੀਆ ਚੜ੍ਹਦੀ ਕਲਾ 'ਚ ਚੱਲ ਰਿਹਾ। ਜਿੰਨਾ ਮਰਜ਼ੀ ਜ਼ੋਰ ਲਾ ਲਿਆ ਇਹਨਾਂ ਨੇ, ਕਾਮਰੇਡ ਆ, ਇਹ ਆ ਉਹ ਆ, ਬਾਬੇ ਨਾਨਕ ਦਾ ਲੰਗਰ ਨਹੀਂ ਬੰਦ ਕਰ ਸਕੇ ਉੱਥੇ। ਉਹ ਚੱਲਦਾ ਜਾ ਰਿਹਾ। ਤੁਧ ਨੂੰ ਸਭ ਧਿਆਇਂਦੀ ਸੇ ਥਾਂ ਪਏ, ਜੋ ਸਾਹਿਬ ਲੋੜੇ। ਕਹਿੰਦੇ ਸਾਰੇ ਹੀ ਤੇਰਾ ਧਿਆਨ ਧਰਦੇ ਆ, ਸਾਰੀ ਸ੍ਰਿਸ਼ਟੀ। ਪਰ ਪ੍ਰਵਾਨ ਕੌਣ ਹੁੰਦੇ ਆ? ਜਿਹੜੇ ਉਹਦੇ ਹੁਕਮ 'ਚ ਚੱਲਦੇ, ਜੋ ਸਾਹਿਬ ਲੋੜੇ, ਜਿਹਨਾਂ ਨੂੰ ਸਾਹਿਬ ਚੰਗਾ ਲੱਗਦਾ ਆ, ਜਿਹੜੇ ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਵਿੱਚ ਚੱਲਦੇ। ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ, ਹੁਕਮ ਰਜਾਈ ਚੱਲਣਾ, ਉਹੀ ਗੱਲ ਇੱਥੇ ਹੈ। ਜੋ ਸਾਹਿਬ ਲੋੜੇ, ਇਹਨੂੰ ਇੱਦਾਂ ਨਹੀਂ ਲੈਣਾ ਜਿਹਨੂੰ ਰੱਬ ਪਸੰਦ ਕਰਦਾ, ਜਿਹੜੇ ਰੱਬ ਨੂੰ ਪਸੰਦ ਕਰਦੇ ਆ, ਜਿਹੜੇ ਉਹਦੇ ਗੁਣਾਂ ਨੂੰ ਪਸੰਦ ਕਰਦੇ ਆ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਣ ਦੇ, ਜਿਹੜੇ ਬਿਨਾਂ ਗੁਰੂ ਦੇ ਗੁਣ ਗਿਆਨ ਤੋਂ, ਬਿਨਾਂ ਗੁਰੂ ਦੇ ਗੁਣਾਂ ਤੋਂ ਖਾਂਦੇ ਤਾਂ ਪੈਣਦੇ ਆ। ਸੇ ਮੋਏ ਮਰ ਜੰਮ ਕੋੜੇ, ਕਹਿੰਦੇ ਉਹ ਤਾਂ ਬਾਰ-ਬਾਰ ਜੰਮਦੇ ਮਰਦੇ ਆ, ਕੋੜੇ ਆ। ਉਹ ਹਰ ਰੋਜ਼ ਆਤਮਕ ਮੌਤ ਮਰਦੇ ਆ। ਕੋੜੇ ਬੰਦੇ ਆ ਜਿਹੜੇ ਬਿਨਾਂ ਗੁਣਾਂ ਤੋਂ, ਬਿਨ ਸਤਿਗੁਰ ਸੇਵੇ, ਬਿਨਾਂ ਸਤਿਗੁਰੂ ਦੀ ਸੇਵਾ ਕੀਤੇ ਜਿਹੜੇ ਇਹ ਕੰਮ ਕਰਦੇ ਆ, ਬਿਨਾਂ ਗੁਣਾਂ ਦੀ ਵਰਤੋਂ ਕੀਤੇ ਜਿਹੜੇ ਇਹ ਕੰਮ ਕਰਦੇ ਆ, ਉਹ ਕੋੜੇ ਬੰਦੇ ਆ। ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੇ ਮੁੱਖ ਘੋਲੇ। ਕਹਿੰਦੇ ਸਾਹਮਣੇ ਜਦੋਂ ਤੁਸੀਂ ਹੋਵੋ ਉਹਨਾਂ ਦੇ ਬੜਾ ਮਿੱਠਾ ਮਿੱਠਾ ਬੋਲਦੇ ਆ ਤੇ ਮਗਰੋਂ ਪੂਰੀ ਵਿਸ ਘੋਲਦੇ ਆ। ਜਿਹੜੀ ਹੁਣੇ ਗੱਲ ਕੀਤੀ, ਕਾਮੈਂਟ ਦੇਖਿਓ ਉਹਨਾਂ ਦੇ, ਫੇਕ ਆਈਡੀ ਬਣਾ ਕੇ ਉਹੀ ਬੰਦਾ ਤੁਹਾਡੇ ਸਾਹਮਣੇ ਆ ਜਾਵੇ, ਉਹਨੇ ਕਹਿਣਾ ਵਾਹ ਵਾਹ ਵਾਹ, ਤੁਸੀਂ ਤਾਂ ਬਹੁਤ ਚੰਗੇ ਬੰਦੇ ਆ, ਗੁਰਮੁਖ ਆ ਜੀ, ਵੱਡੀਆਂ ਵੱਡੀਆਂ ਦਾੜੀਆਂ ਵੀ ਛੱਡੀਆਂ ਹੋਣੀਆਂ, ਪਰ ਗਲਤ ਆਈਡੀ ਬਣਾ ਕੇ ਪਿੱਛੇ ਤੁਹਾਡੀ ਪਿੱਠ 'ਤੇ ਪੂਰਾ ਕੜੀ ਘੋਲਦੇ ਆ, ਪੂਰੇ ਗੰਦ ਮੂੰਹ ਦੇ ਵਿੱਚੋਂ ਬਕਦੇ ਆ। ਮਨ ਖੋਟੇ ਦਏ ਵਿਛੋੜੇ, ਕਹਿੰਦੇ ਇਹੋ ਜਿਹਿਆਂ ਨੂੰ ਉਹਨੇ, ਪ੍ਰਮਾਤਮਾ ਨੇ, ਉਹਦੇ ਗੁਣਾਂ ਨੇ ਵਿਛੋੜ ਦਿੱਤਾ ਆ, ਛੱਡ ਦਿੱਤਾ। ਉਹ ਗੁਣ ਧਾਰਨ ਹੀ ਨਹੀਂ ਕਰ ਸਕਦੇ ਕਿਉਂਕਿ ਉਹਨੇ ਛੱਡ ਹੀ ਦਿੱਤਾ ਆ। ਹੁਣ ਆਪਾਂ ਆਉਂਦੇ ਆ ਸਲੋਕ 'ਤੇ। ਪਹਿਲਾਂ ਆਪਾਂ ਪਹਿਲਾ ਸਲੋਕ ਕਰਾਂਗੇ, ਫਿਰ ਦੂਜਾ ਕਰਾਂਗੇ। ਸਾਰੇ ਗੁਰੂ ਰਾਮਦਾਸ ਪਾਤਸ਼ਾਹ ਦੇ ਆ, ਪੌੜੀ ਵੀ ਤੇ ਸਲੋਕ ਵੀ। ਸਲੋਕ ਮਹਲਾ ਚੌਥਾ, ਕਹਿੰਦੇ ਅੱਗੋਂ ਦੇ ਸਤ ਭਾਉ ਨਾ ਦਿਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਕਹਿੰਦੇ ਜਿਹੜਾ ਪਹਿਲਾਂ ਨਹੀਂ ਨਾ ਆਦਰ ਕਰਦਾ ਉਹਦੇ ਗੁਣਾਂ ਦਾ, ਤੇ ਪਿੱਛੋਂ ਜਿੰਨਾ ਮਰਜ਼ੀ ਕਹੀ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਜਦੋਂ ਲੋੜ ਆ ਉਸ ਸਮੇਂ ਦੇ ਉੱਤੇ ਕੰਮ ਕਰਨਾ ਚਾਹੀਦਾ। ਬਾਅਦ 'ਚ ਜੇ ਕਹੀ ਵੀ ਜਾਵੇ ਤੂੰ ਜੋ ਮਰਜ਼ੀ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਕੀ ਹੈ ਕਹਿੰਦਾ, ਉਹਨਾਂ ਦੀ ਹਾਲਤ ਕੀ ਹੁੰਦੀ? ਗੁਰੂ ਸਾਹਿਬ ਕਹਿੰਦੇ ਅੱਧ ਵਿੱਚ ਫਿਰੇ ਮਨਮੁਖ ਵਿਚਾਰਾ। ਉਹ ਅੱਧ ਵਿਚਾਲੇ ਫਿਰਦਾ, ਦੁਬਦਾ ਜਿਹਨੂੰ ਆਪਾਂ ਕਹਿੰਦੇ ਆ, ਦੁਚਿੱਤੀ, ਡਬਲ ਮਾਈਂਡਡ, ਗੱਲੀ ਕੋ ਸੁੱਖ ਪਾਵੇ। ਕਹਿੰਦੇ ਗੱਲਾਂ ਨਾਲ ਇੱਦਾਂ ਨਹੀਂ ਸੁੱਖ ਮਿਲਦਾ, ਕਿਉਂਕਿ ਡਬਲ ਮਾਈਂਡਡ ਆ, ਉਹਨੂੰ ਸਮਝ ਹੀ ਨਹੀਂ ਆ ਰਹੀ ਕੀ ਸਹੀ ਆ ਤੇ ਕੀ ਗਲਤ ਆ। ਉੱਧਰ ਨੂੰ ਵੀ ਹੋ ਜਾਣਾ, ਉੱਧਰ ਨੂੰ ਵੀ ਹੋ ਜਾਣਾ। 90% ਬੰਦੇ ਇੱਦਾਂ ਹੀ ਕਰ ਰਹੇ ਆ, ਥੋੜ੍ਹਾ ਜਿਹਾ ਉੱਧਰ ਨੂੰ ਵੀ ਹੋ ਜਾਂਦੇ, ਥੋੜ੍ਹਾ ਜਿਹਾ ਉੱਧਰ ਨੂੰ ਵੀ ਹੋ ਜਾਂਦੇ ਆ। ਦੁਚਿੱਤੀ ਪਹਿਲਾਂ ਤੁਹਾਨੂੰ ਕੱਢਣੀ ਪੈਣੀ ਜੇ ਤੁਸੀਂ ਸਿੱਖੀ 'ਚ ਪਿਆਰ ਰੱਖਣਾ। ਇਹ ਸਿੱਖ ਦੀ ਡੈਫੀਨੇਸ਼ਨ ਹੈ ਸਾਰੀ। ਜਿੱਦਾਂ ਚਿਰ ਤੁਹਾਡੇ ਅੰਦਰ ਦੁਚਿੱਤੀ ਹੈ ਨਾ, ਜਿਵੇਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਆ, ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੀ ਰੁੱਤ ਮਾਹੇ। ਉਹ ਜੇ ਦਾਲ ਬਣੇ ਹੋਏ ਆ ਦੋ ਡਬਲ, ਫੇਰ ਨਹੀਂ ਉਗਣਾ। ਜੋ ਮਰਜ਼ੀ ਕਰ ਲਓ, ਉਹਦੇ ਗੁਣਾਂ ਨੇ ਨਹੀਂ ਅੰਦਰੋਂ ਉਗਣਾ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਜਿਹਦੇ ਅੰਦਰ ਉਹਦੇ ਗੁਣਾਂ ਵਾਸਤੇ ਪ੍ਰੀਤ ਹੀ ਨਹੀਂ ਹੈਗੀ, ਸੱਚੇ ਗੁਰੂ ਵਾਸਤੇ ਪ੍ਰੀਤ ਹੀ ਨਹੀਂ ਹੈਗੀ ਉਹਦੇ ਅੰਦਰ, ਸੋ ਕੂੜੀ ਆਵੇ ਕੂੜੀ ਜਾਵੇ। ਉਹ ਜੋ ਵੀ ਕਰ ਰਹੇ ਆ ਨਾ, ਉਹ ਸਾਰਾ ਕੁਛ ਲੋਕਾਚਾਰੀ ਆ, ਦਿਖਾਵਾ ਆ, ਕੂੜ ਆ। ਕੂੜ ਵਾਸਤੇ ਹੀ ਸਭ ਕੁਛ ਕਰੀ ਜਾ ਰਹੇ। ਗੁਰਦੁਆਰੇ ਵੀ ਜਾਂਦੇ ਆ ਦਿਖਾਵੇ ਵਾਸਤੇ ਕਿ ਮੈਂ ਬਹੁਤ ਧਾਰਮਿਕ ਬੰਦਾ ਆ। ਕੂੜੀ ਆਵੇ ਕੂੜੀ ਜਾਵੇ,
ਝੂਠਾ ਹੀ ਆ ਰਿਹਾ, ਝੂਠਾ ਹੀ ਜਾ ਰਿਹਾ, ਸਿਰਫ ਦਿਖਾਵਾ ਕਰਨ ਵਾਸਤੇ ਕਰ ਰਿਹਾ ਉਹ ਕੰਮ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ। ਆ ਗੱਲ ਸਮਝ ਲਿਓ ਹੁਣ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਜੇ ਉਹਨੇ ਮੇਰੇ ਅੰਦਰ ਕਿਰਪਾ ਕਰਤੀ, ਉਹਦੇ ਗੁਣਾਂ ਨੇ ਮੇਰੇ ਅੰਦਰ ਕਿਰਪਾ ਕਰਤੀ, ਤੇ ਫਿਰ ਤੈਨੂੰ ਰੱਬ ਦਿਖ ਜਾਣਾ, ਨਦਰੀ ਆਵੇ। ਉਹ ਰੱਬ ਦਿਖਣਾ ਕਿਹਦੇ ਵਿੱਚੋਂ? ਸਤਿਗੁਰੂ ਵਿੱਚੋਂ। ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ, ਸਤਿਗੁਰ ਦੇ ਵਿੱਚੋਂ ਤੈਨੂੰ ਪਾਰ ਬ੍ਰਹਮ ਨਦਰੀ ਆ ਜਾਊਗਾ। ਗਿੱਲ ਸਾਹਿਬ ਹੋਲਡ ਰੱਖਿਓ, ਸ਼ਬਦ ਦੀ ਵਿਚਾਰ ਹੋ ਰਹੀ ਆ, ਉਸ ਤੋਂ ਬਾਅਦ ਫਿਰ ਤੁਹਾਡੇ ਗੱਲ ਸੁਣਦੇ ਆ। ਸੋ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ। ਜਿਹਦੇ ਅੰਦਰ ਗੁਣ ਵਸ ਗਏ, ਉਹਨੂੰ ਸੱਚੇ ਗੁਰੂ ਦੇ ਵਿੱਚੋਂ, ਸੱਚੇ ਗਿਆਨ ਦੇ ਵਿੱਚੋਂ ਰੱਬ ਦਿਖ ਜਾਂਦਾ। ਸੋ ਰੱਬ ਦੀ ਡੈਫੀਨੇਸ਼ਨ ਵੀ ਇੱਥੇ ਕਲੀਅਰ ਕਰਤੀ ਆ ਵੀ ਰੱਬ ਹੈ ਕੀ ਆ, ਸੱਚਾ ਗਿਆਨ ਹੀ ਰੱਬ ਆ। ਤਾਂ ਆਪਿਓ ਪੀਵੇ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸ਼ਾ ਭਰਮ ਚਕਾਵੇ। ਉਹ ਫਿਰ ਗੁਰੂ ਦੇ ਸ਼ਬਦ ਰੂਪੀ ਅੰਮ੍ਰਿਤ ਨੂੰ ਪੀਂਦਾ ਆ, ਨਾ ਕਿ ਬਾਹਰਲਾ ਕੋਈ ਪਖੰਡ ਰੂਪੀ ਅੰਮ੍ਰਿਤ ਪੀਂਦਾ ਆ। ਗੁਰੂ ਦੇ ਸ਼ਬਦ ਨੂੰ ਰੋਜ਼ ਪੀਂਦਾ ਆ। ਆਹ ਗੱਲ ਨੂੰ ਹੁਣ ਸਮਝ ਲਿਓ, ਕਿਉਂਕਿ ਜਿਹੜਾ ਅਗਲਾ ਸ਼ਬਦ ਆ, ਅਗਲਾ ਸ਼ਲੋਕ ਆ, ਉਹਦੇ ਵਿੱਚ ਆਹ ਗੱਲ ਕਲੀਅਰ ਹੋਣੀ ਆ ਕਿ ਅੰਮ੍ਰਿਤ ਕਿਹੜਾ ਪੀਣਾ ਆ। ਉਹ ਆਪਿਓ ਪੀਵੇ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸ਼ਾ ਭਰਮ ਚਕਾਵੇ। ਉਹਦੇ ਸਾਰਾ ਜਿਹੜਾ ਭਰਮ ਹੁੰਦੇ ਆ, ਉਹਦੀ ਭਟਕਣਾ ਹੁੰਦੀ ਆ, ਉਹ ਮੁੱਕ ਜਾਂਦੀ ਆ। ਸਦਾ ਆਨੰਦ ਰਹੇ ਦਿਨ ਰਾਤੀ, ਜਨ ਨਾਨਕ ਅਨ ਦਿਨ ਹਰ ਗੁਣ ਗਾਵੇ। ਜਿਹੜਾ ਹਰ ਰੋਜ਼ ਉਹਦੇ ਗੁਣਾਂ ਦੀ ਵਰਤੋਂ ਕਰਦਾ, ਹਮੇਸ਼ਾ ਆਨੰਦ ਵਿੱਚ ਰਹਿੰਦਾ ਆ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨਾ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰ ਤੇ ਜਾਣਿਆ, ਉਹ ਅਸਲੀ ਆਨੰਦ ਆ, ਬਾਕੀ ਤਾਂ ਘੜੀ ਪਲ ਦਾ ਹੁੰਦਾ। ਹੁਣ ਜਿਹੜਾ ਸ਼ਬਦ ਆਪਾਂ ਅੱਜ ਕਰਨਾ ਸੀ, ਜਿਸ 'ਚੋਂ ਰੱਬ ਦੀ ਡੈਫੀਨੇਸ਼ਨ ਲੈਣੀ ਸੀ, ਪਰ ਇਹ ਬੇਸ ਤਾਂ ਹੀ ਬਣਨਾ ਸੀ ਜੇ ਆਪਾਂ ਪੌੜੀ ਤੇ ਪਹਿਲਾ ਸ਼ਲੋਕ ਕਰਦੇ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਜਿਹੜਾ ਸੱਚਾ ਗੁਰੂ ਦਾ ਸਿੱਖ ਆ, ਉਹ ਹਰ ਰੋਜ਼ ਉੱਠ ਕੇ, ਭਲਕੇ ਮਤਲਬ ਹੁੰਦਾ ਹਰ ਰੋਜ਼ ਉੱਠ ਕੇ ਉਹਦੇ ਗੁਣਾਂ ਦੀ ਵਰਤੋਂ ਕਰਦਾ ਆ। ਸਿੰਪਲ ਅਰਥ, ਹਰ ਨਾਮ ਧਿਆਵੇ। ਨਾਮ ਨੂੰ ਧਿਆਉਣਾ ਮਤਲਬ ਗੁਣਾਂ ਦੀ ਵਰਤੋਂ ਕਰਨਾ, ਉਹਨਾਂ ਨੂੰ ਯਾਦ ਰੱਖਣਾ, ਉਹਦੇ ਅਨੁਸਾਰ ਕੰਮ ਕਰਨੇ। ਉਦਮ ਕਰੇ ਭਲਕੇ ਪ੍ਰਭਾਤੀ। ਹੁਣ ਆਹ ਗੱਲ ਸਮਝ ਲਓ, ਉਦਮ ਕਰੇ ਕੀ ਆ? ਸਵੇਰੇ ਉੱਠ ਕੇ ਕੰਮ ਕਰਨੇ ਆਪਣੇ, ਜਿਹੜੀ ਤੇਰੀ ਡਿਊਟੀ ਲੱਗੀ ਹੋਈ, ਜੇ ਤੂੰ ਕਿਸਾਨ ਆ ਤਾਂ ਸਵੇਰੇ ਤੜਕੇ ਉੱਠ ਕੇ ਹਲ ਵਾਹੁਣਾ, ਜੇ ਤੂੰ ਡਾਕਟਰ ਆ ਤਾਂ ਸਵੇਰੇ ਉੱਠ ਕੇ ਡਾਕਟਰੀ ਕਰਨੀ, ਜਿਹੜੀ ਵੀ ਜੌਬ ਤੇਰੀ ਲੱਗੀ ਹੋਈ ਆ ਉਹਦਾ ਉਦਮ ਕਰਨਾ। ਉਦਮ ਕਰੇ ਭਲਕੇ ਪ੍ਰਭਾਤੀ, ਹਰ ਰੋਜ਼ ਸਵੇਰੇ ਤੜਕੇ ਉੱਠ ਕੇ ਉਦਮ ਕਰੇ। ਤੇ ਇਸ਼ਨਾਨ ਕਿਹੜਾ ਕਰਨਾ ਆ? ਅਸੀਂ ਇਹਦੇ ਸ਼ਬਦਾਂ ਦੀ ਸਮਝ ਨਹੀਂ ਆਈ, ਇਸ ਕਹਿੰਦੇ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਨਹਾਓ ਜੀ, ਇੱਥੇ ਲਿਖਿਆ ਹੋਇਆ ਨਹੀਂ। ਜਿਹੜਾ ਪਹਿਲੇ ਸ਼ਲੋਕ 'ਚ ਆਇਆ, ਇਸ਼ਨਾਨ ਕਰੇ ਅੰਮ੍ਰਿਤਸਰ, ਅੰਮ੍ਰਿਤ ਰੂਪੀ ਸ਼ਬਦ ਦੇ ਵਿੱਚ ਇਸ਼ਨਾਨ ਕਰੇ। ਅੰਮ੍ਰਿਤਸਰ ਦਾ ਮਤਲਬ ਹੁੰਦਾ ਅੰਮ੍ਰਿਤ ਰੂਪੀ ਸ਼ਬਦ ਦੇ ਵਿੱਚ, ਅੰਮ੍ਰਿਤ ਦੇ ਸਰੋਵਰ ਦੇ ਵਿੱਚ ਚੁੱਭੀਆਂ ਲਾਵੇ, ਉਹ ਸ਼ਬਦ ਦੀ ਵਿਚਾਰ ਆਪਣੇ ਅੰਦਰ ਵਸਾਵੇ, ਉਹ ਇਸ਼ਨਾਨ ਕਰੇ, ਨਾ ਕਿ ਬਾਹਰੋਂ ਇਸ਼ਨਾਨ ਕਰੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਗੁਰੂ ਦੇ ਗੁਣਾਂ ਨੂੰ, ਗੁਰੂ ਦੇ ਉਪਦੇਸ਼ ਨੂੰ ਹਰ ਵੇਲੇ ਯੂਜ਼ ਕਰੇ, ਹਰ ਵੇਲੇ ਵਰਤੋਂ 'ਚ ਲਿਆਵੇ। ਸਭ ਕਿਲਵਿਖ ਪਾਪ ਦੋਖ ਲੈ ਜਾਵੇ। ਫਿਰ ਉਹਦੇ ਜਿਹੜੇ ਅੰਦਰ ਦੇ ਵਿਕਾਰ ਆ ਨਾ, ਉਹ ਲੈ ਜੂਗੇ। ਜਿਹੜੀ ਮਾੜੀ ਭੈੜੀ ਸੋਚ ਆ, ਜਿਹੜੇ ਕਹਿੰਦੇ ਅਸੀਂ ਇੰਨੇ ਪਾਠ ਕਰਦੇ ਹਾਂ, 5 ਬਾਣੀਆਂ ਦਾ ਪਾਠ ਕਰਦੇ ਹਾਂ, ਫੇਸਬੁੱਕ 'ਤੇ ਗੰਦੇ ਗੰਦੇ ਕਾਮੈਂਟ ਕਰਦੇ ਆ ਤੁਹਾਨੂੰ, ਇਹ ਕੁੱਤੇ ਕਾਮਰੇਡੀ, ਇਹ ਉਹ ਗੰਦੀਆਂ ਗਾਲਾਂ ਵੀ ਕੱਢਦੇ ਆ। ਕਿੱਥੇ ਆ ਉਹਨਾਂ ਦੇ? ਗੁਰੂ ਰਾਮਦਾਸ ਪਾਤਸ਼ਾਹ ਤਾਂ ਕੁਛ ਹੋਰ ਕਹਿ ਰਹੇ ਆ, ਜੇ ਤੁਸੀਂ ਬਾਣੀ ਧਿਆਉਂਦੇ ਹੁੰਦੇ, ਹਰ ਹਰ ਜਪ ਜਾਪੇ, ਤੇ ਤੁਹਾਡੇ ਅੰਦਰੋਂ ਵਿਕਾਰ ਨਿਕਲ ਜਾਣੇ ਚਾਹੀਦੇ ਸੀ, ਉਹ ਤਾਂ ਨਿਕਲੇ ਨਹੀਂ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਹੁਣ ਗੁਰਬਾਣੀ ਗਾਵੇ ਤੇ ਸਾਡੇ ਬੰਦੇ ਕਨਫਿਊਜ਼ ਹੋ ਜਾਂਦੇ ਆ ਵੀ ਉਹ ਸ਼ਾਇਦ ਸ਼ਬਦ ਪੜ੍ਹਨੇ ਨਾ। ਆਪਣੇ 2 ਵਾਰੀ ਆਪਾਂ ਪੜ੍ਹਦੇ ਹਾਂ ਦਿਹਾੜੀ 'ਚ, ਸੋ ਦਰ ਕਿਹਾ ਸੋ ਘਰ ਕਿਹਾ, ਜੇ ਬਹਿ ਸਰਬ ਸੰਭਾਲੇ। ਪਹਿਲਾਂ ਸਵੇਰੇ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਤੇ ਫਿਰ ਰਾਤ ਨੂੰ ਸੋਦਰ 'ਚ ਪੜ੍ਹਦੇ ਹਾਂ। ਉਹਦੇ ਵਿੱਚ ਕਹਿੰਦੇ ਗਾਵੇ ਪੌਣ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੇ। ਹੁਣ ਪੌਣ ਪਾਣੀ ਬਸੰਤਰ ਕਿਹੜਾ ਗਾ ਰਹੀ ਆ, ਕਿਹੜੇ ਸ਼ਬਦ ਗਾ ਰਹੀ ਆ? ਉਹਦੇ ਹੁਕਮ ਵਿੱਚ ਚੱਲਣਾ ਹੀ ਗਾਵੇ ਆ, ਉਹਦੇ ਗੁਣਾਂ ਦੀ ਵਰਤੋਂ ਕਰਨਾ ਹੀ ਗਾਵੇ ਆ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਸ਼ਬਦ ਕਲੀਅਰ ਹੋ ਗਿਆ। ਆਪਾਂ ਰੋਜ਼ ਸਵੇਰੇ ਪੜ੍ਹਦੇ ਆ ਨਿਤਨੇਮ ਦੇ ਵਿੱਚ, ਉਹ ਤੋਂ ਗਾਉਣ ਦਾ ਕਾਨਸੈਪਟ ਤੁਹਾਡਾ ਕਲੀਅਰ ਹੋ ਗਿਆ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਹਰੀ ਦੇ ਗੁਣਾਂ ਦੀ ਵਰਤੋਂ ਕਰੇ, ਬਹਿੰਦਿਆਂ ਉੱਠਦਿਆਂ ਹਰ ਵੇਲੇ। ਸੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਸਤ ਗੁਰ ਸਿੱਖ ਗੁਰ ਮਨ ਭਾਵੈ। ਸਾਸ ਗਰਾਸ, ਹੁਣ ਤੁਸੀਂ ਜੇ ਵਾਹਿਗੁਰੂ ਵਾਹਿਗੁਰੂ ਕਰੋ, ਤੁਹਾਡੀ ਰੋਟੀ ਗਲਤ ਪਾਸੇ ਚੱਲ ਜਾਣੀ ਆ, ਤੇ ਤੁਹਾਨੂੰ ਗੋਤਾ ਵੀ ਲੱਗ ਸਕਦਾ ਆ। ਸਾਸ ਗਰਾਸ ਧਿਆਉਣ ਦਾ ਮਤਲਬ ਆ ਹਰ ਵੇਲੇ, ਹਰ ਖਾਂਦੇ ਪੀਂਦੇ ਉੱਠਦੇ ਬੈਠਦੇ ਉਹਦੇ ਗੁਣਾਂ ਦੀ ਵਰਤੋਂ ਕਰਨੀ। ਤੇ ਉਹੀ ਗੁਰੂ ਦਾ ਸਿੱਖ ਗੁਰੂ ਨੂੰ ਚੰਗਾ ਲੱਗਦਾ ਆ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ।
ਉਹ ਗੁਰਸਿੱਖ ਨੂੰ ਜਿਹੜਾ ਅਸਲੀ ਸਿੱਖਿਆ ਦਿੰਦਾ ਆ, ਜਿਹਦੇ ਉੱਤੇ ਉਹਦੇ ਗੁਣ ਦਿਆਲ ਹੋ ਜਾਂਦੇ, ਜਿਹੜਾ ਗੁਣਾਂ ਨੂੰ ਆਪਣੇ ਅੰਦਰ ਵਸਾ ਲੈਂਦਾ, ਉਹੀ ਇਹ ਯੂਜ਼ ਕਰਦਾ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਕਹਿੰਦੇ ਨਾਨਕ ਮੈਂ ਵੀ ਉਹਦੇ ਗੁਰਸਿੱਖ ਦੀ ਧੂੜ ਮੰਗਦਾ। ਉਹ ਅਸਲੀ ਸਿੱਖ ਦੀ ਡੈਫੀਨੇਸ਼ਨ ਆ, ਜੋ ਆਪ ਜਪੇ ਔਰਾ ਨਾਮ ਜਪਾਵੇ। ਆਪ ਤਾਂ ਗੁਣਾਂ ਦਾ ਧਾਰਨੀ ਹੈ ਹੀ ਆ, ਦੂਜਿਆਂ ਨੂੰ ਵੀ ਉਹ ਕਹਿ ਰਿਹਾ ਕਿ ਤੁਸੀਂ ਗੁਣਾਂ ਦਾ ਧਾਰਨੀ ਹੋਵੋ। ਸੋ ਇਹ ਸਿੱਖੀ ਦੇ ਵਿੱਚ ਇੱਕ ਕਾਨਸੈਪਟ ਆ ਕਿ ਇਕੱਲਾ ਆਪ ਹੀ ਨਹੀਂ, ਜੇ ਜਿੰਨੀ ਸਮਝ ਆ ਗਈ ਆ ਉਹਨੂੰ ਗਾਂ ਵੀ ਵੰਡ ਰਿਹਾ ਆ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕੀਤੀ ਛੁੱਟੀ ਨਾਲ ਨੂੰ ਸਮਝ ਲਓ, ਜਿਨ੍ਹਾਂ ਨੇ ਨਾਲ ਦੂਜਿਆਂ ਦੀ ਵੀ ਛੁੱਟੀ ਕਰਾਉਣੀ ਆ ਨਾ, ਉਹ ਅਸਲੀ ਸਿੱਖ ਬਣਨੇ ਆ। ਇਹ ਸਿੱਖ ਦੀ ਡੈਫੀਨੇਸ਼ਨ ਇੱਥੇ ਦਿੱਤੀ ਹੈ ਗੁਰੂ ਸਾਹਿਬ ਨੇ ਕਿ ਨਾਨਕ ਧੂੜ ਮੰਗੇ ਤਿਸ ਸਤਿਗੁਰ ਤਿਸ ਗੁਰਸਿੱਖ ਕੀ। ਮੈਂ ਵੀ ਉਹਦੀ ਧੂੜ ਮੰਗਦਾ ਆ, ਉਹਦੇ ਗਿਆਨ ਨੂੰ ਮੰਗਦਾ ਆ, ਜੋ ਆਪ ਜਪੇ ਔਰਾ ਨਾਮ ਜਪਾਵੇ। ਇਹ ਤੋਂ ਕਲੀਅਰ ਸਿੱਖੀ ਦੀ ਡੈਫੀਨੇਸ਼ਨ ਨਹੀਂ ਹੈ ਕਿਤੇ ਵੀ। ਸੋ ਜੇ ਤੁਸੀਂ ਆਹ ਸਾਰੀਆਂ ਗੱਲਾਂ 'ਤੇ ਪੂਰੇ ਉਤਰਦੇ ਆ, ਤੁਸੀਂ ਸਿੱਖਿਆ, ਨਹੀਂ ਤਾਂ ਤੁਸੀਂ ਅਖੌਤੀ ਸਿੱਖ, ਬਾਹਰੋਂ ਦੇਖਣ ਵਾਲੇ ਸਿੱਖਿਆ। ਹਾਂਜੀ ਜਗਸੀਰ ਗਿੱਲ ਜੀ, ਤੁਸੀਂ ਆਨ ਏਅਰ ਹੋ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਜਗਮੋਹਨ ਭਾਜੀ, ਵਰਿੰਦਰ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਸਭ ਤੋਂ ਪਹਿਲਾਂ ਤਾਂ ਥੈਂਕ ਯੂ। ਹਾਂਜੀ, ਸੁਣ ਰਹੇ ਸੀ। ਤੇ ਅੱਜ ਜਿਹੜਾ ਤੁਸੀਂ ਟੌਪਿਕ ਲੈ ਕੇ ਆਏ ਆ, ਬੜਾ ਇੰਪੋਰਟੈਂਟ ਟੌਪਿਕ ਹੈ, ਤੇ ਗੱਲ ਕਰਨੀ ਜ਼ਰੂਰੀ ਸੀਗੀ, ਪਿਛਲੇ ਟਾਈਮ ਤੋਂ ਚੱਲ ਰਿਹਾ। ਤੇ ਤੁਹਾਡਾ ਵੀ ਸੁਣ ਰਹੇ ਆ, ਜਿਹੜਾ ਤੁਸੀਂ ਸਿੱਖੀ ਬਾਰੇ ਦੱਸਿਆ ਸਾਰਾ ਕੁਛ, ਤੇ ਉਹਨੂੰ ਵੀ ਬੜੇ ਧਿਆਨ ਨਾਲ ਸੁਣ ਰਹੇ ਸੀ। ਥੋੜਾ ਜਿਹਾ ਮੈਂ ਵੀ ਆਪਣੇ ਤੇ ਵਿਚਾਰ ਰੱਖਣੇ ਚਾਹੁੰਦਾ ਸੀਗਾ। ਜ਼ਰੂਰ। ਹਾਂਜੀ, ਇਹਦੇ ਚ ਗੱਲ ਇਹ ਹੈ ਭਾਜੀ ਕਿ ਜਿਹੜੀਆਂ ਦੋਵੇਂ ਧਿਰਾਂ ਨਾ, ਐਕਚੁਅਲੀ ਕਮਿਊਨਿਸਟ ਧਿਰਾਂ ਤੇ ਸਿੱਖੀ ਪੰਥਕ ਧਿਰਾਂ ਜਿਹਨੂੰ ਕਹਿੰਦੇ ਆ, ਕਿ ਇਹਨਾਂ ਦੇ ਨਾ ਮਤਲਬ ਜਿਹੜੀਆਂ ਧਿਰਾਂ ਇਹਨਾਂ ਨੂੰ ਇੱਕ ਵਰਸਸ ਬਣਾ ਕੇ ਚੱਲ ਰਹੀਆਂ। ਉਹ ਕੁਛ ਬੰਦੇ ਤੇ ਜਿਹੜੇ ਫਿਲਾਸਫੀ ਤੇ ਦੋਨਾਂ ਦੀ ਤੇ ਕਲੀਅਰ ਨਹੀਂ ਗੀ, ਤੇ ਇੱਕ ਦੂਜੇ ਕੋ ਬਾਕੀ ਇਹਦੇ ਚ ਨਾ ਇੱਕ ਦੂਜੇ ਪ੍ਰਤੀ ਜਿਹੜਾ ਸ਼ੱਕੀ ਮਾਹੌਲ ਸਿਰਜਿਆ ਜਾ ਰਿਹਾ ਵੀ ਇੱਕ ਦੂਜੇ ਪ੍ਰਤੀ, ਉਹਦੇ ਚ ਕੁਛ ਲੋਕਾਂ ਦੇ ਚ ਆਪਦੇ ਹੈ ਤਾਂ ਕਿ ਵੀ ਕੋਈ ਰਾਜਸੀ ਜਾਂ ਕੁਛ ਕਿਸੇ ਕਿਸਮ ਦੇ ਕਹਿ ਲਓ, ਉਹ ਦੋਨੇ ਧਿਰਾਂ ਚ ਹੀ ਹੈਗੀ। ਆਪਾਂ ਇੱਕ ਚ ਵੀ ਨਹੀਂ ਕਹਿ ਸਕਦੇ ਵਨ ਸਾਈਡ ਐਸਾ, ਤੇ ਉਹ ਦੋਨੇ ਪਾਸੇ ਹੀ ਹੈਗਾ ਇਹੋ ਜਿਹਾ ਕੁਛ। ਤੇ ਬਾਕੀ ਆਮ ਲੋਕਾਂ ਨੂੰ, ਜਿਹੜੇ ਆਮ ਸਧਾਰਨ ਜਨਤਾ ਹੁੰਦੀ ਜਿਨ੍ਹਾਂ ਨੇ ਨਹੀਂ ਫਿਲਾਸਫੀ ਨੂੰ ਦੋਨਾਂ ਦੀ ਨੂੰ ਹੀ ਨਹੀਂ ਪੜ੍ਹਿਆ, ਬਹੁਤਿਆਂ ਨੇ ਤਾਂ ਕਈਆਂ ਨੇ ਜਿਵੇਂ ਜ਼ਿਆਦਾਤਰ ਲੋਕਾਂ ਨੇ ਸਿੱਖੀ ਨੂੰ ਪੜ੍ਹਿਆ ਪਰ ਸਿੱਖੀ ਨੂੰ ਸਮਝਿਆ ਨੀ ਗਾ, ਤੇ ਉਹਨੂੰ ਜੋ ਕੋਈ ਕਿਵੇਂ ਉਹਦੇ ਅਰਥ ਕਰਕੇ ਕਿਸੇ ਨੂੰ ਦੱਸ ਦਿੰਦਾ, ਉਹ ਉਸੇ ਤਰ੍ਹਾਂ ਲੈ ਲੈਂਦੇ ਆ। ਤੇ ਕਮਿਊਨਿਸਟ ਵਿਚਾਰਧਾਰਾ ਨੂੰ ਤਾਂ ਪੜ੍ਹਿਆ ਹੀ ਬਹੁਤ ਲੋਕਾਂ ਨੇ ਘੱਟ ਆ ਪਿਛਲੇ ਟਾਈਮ ਦੇ ਵਿੱਚ, ਤੇ ਇਹਦੇ ਹਾਂਜੀ ਇਸ ਕਰਕੇ ਸਮਝਿਆ ਨਹੀਂ ਕਿ ਸ਼ੱਕੀ ਮਾਹੌਲ ਬਣਿਆ, ਉਹਦੇ ਚੋਂ ਆਪਦਾ ਲਾਹਾ ਕੱਢਦੇ ਆ। ਹੁਣ ਜੇ ਆਪਾਂ ਕਮਿਊਨਿਸਟ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਮਤਲਬ ਇਹਨੂੰ ਕਮਿਊਨਿਸਟ ਲਹਿਰ ਨੂੰ ਸ਼ੁਰੂ ਕਰਨ ਵਾਲੇ ਦੇ ਬਾਨੀ ਆ ਉਹ ਕਾਰਲ ਮਾਰਕਸ ਹੋਏ ਆ, ਤਾਂ ਉਹਨਾਂ ਨੇ ਕਦੇ ਵੀ ਧਰਮ ਦਾ ਇਸ ਤਰ੍ਹਾਂ ਵਿਰੋਧ ਨਹੀਂ ਕੀਤਾ। ਤੇ ਉਹਨਾਂ ਦੀ ਜਿਹੜੀ ਆਮ ਲੋਕਾਂ ਦੇ ਵਿੱਚ ਲੋਕ ਚਲੋ ਜੋ ਉਹਨਾਂ ਦਾ ਬਾਰੇ ਤੁਸੀਂ ਵੀ ਸੁਣਿਆ ਹੋਣਾ, ਮਤਲਬ ਇੱਕ ਉਹਨਾਂ ਦਾ ਕਥਨ ਹੈਗਾ ਜਿਵੇਂ ਵੀ ਧਰਮ ਲੋਕਾਂ ਦੀ ਫੀਮ ਦਾ ਕੰਮ ਕਰਦਾ, ਉਹਨਾਂ ਕੁ ਕਹਿ ਕੇ ਤੇ ਉਹਨੂੰ ਆਪੋ ਆਪਣੇ ਢੰਗ ਨਾਲ ਗਾਂ ਫਿਰ ਉਹਦਾ ਮਤਲਬ ਕੱਢ ਕੇ ਤੇ ਲੋਕਾਂ ਨੂੰ ਦੱਸ ਦਿੱਤਾ ਜਾਂਦਾ। ਪਰ ਥੋੜਾ ਜਿਹਾ ਇਹਨੂੰ ਹੋਰ ਐਲੈਬੋਰੇਟ ਕਰਨ ਦੀ ਜ਼ਰੂਰਤ ਸੀਗੀ, ਜਿਵੇਂ ਉਹਨਾਂ ਨੇ ਇਹਦੇ ਨਾਲ ਉਹਨਾਂ ਨੇ ਇਹ ਵੀ ਲਿਖਿਆ ਹੈਗਾ, ਇਹਦੇ ਜਿਹੜੇ ਆਮ ਲੋਕ ਆ, ਜਿਹੜੇ ਇਹਨਾਂ ਦੇ ਚਾਰੇ ਚਫੇਰੇ ਜਿਹੜੀ ਆਪਣੀ ਨੇਚਰ ਆ, ਕੁਦਰਤ ਆ, ਉਹਦੇ ਨਾਲ ਜਿਹੜਾ ਆਪਣਾ ਸਿੱਧਾ ਰਿਲੇਸ਼ਨ ਹੁੰਦਾ, ਤੇ ਉਹਦੇ ਪ੍ਰਤੀ ਜਿੰਨਾ ਚਿਰ ਆਪਾਂ ਜਦੋਂ ਜਾਗਰੂਕ, ਉਹਦੇ ਲਈ ਸਾਰੇ ਲੋਕ ਜਾਗਰੂਕ ਹੋ ਜਾਣਗੇ ਤਾਂ ਉਹ ਧਰਮਾਂ ਦੇ ਕਰਮ ਕਾਂਡਾਂ ਨੂੰ ਤਿਆਗ ਦੇਣਗੇ। ਇਹ ਉਹਨਾਂ ਨੇ ਮਤਲਬ ਇਹਨੂੰ ਡਿਟੇਲ ਲਿਖਿਆ ਥੋੜਾ ਜਿਹਾ। ਤੇ ਪਰ ਉਦੋਂ ਤੱਕ ਉਹ ਕਹਿੰਦੇ ਵੀ ਆਪਦਾ ਜਿਹੜਾ ਉਹਨਾਂ ਦਾ ਜ਼ਿੰਦਗੀ ਦੇ ਆਪਣੇ ਦੁੱਖ ਦਰਦ ਹੁੰਦੇ ਆ, ਕਲੇਸ਼ ਹੁੰਦੇ ਆ, ਉਦੋਂ ਤੱਕ ਉਹ ਧਰਮ ਤੋਂ ਆਪਦਾ ਆਸਰਾ ਲੈਂਦੇ ਰਹਿਣਗੇ, ਧਰਵਾਸ ਲੈਂਦੇ ਰਹਿਣਗੇ। ਤੇ ਇਹੀ ਸੇਮ ਗੱਲ ਆਪਣੇ ਗੁਰੂਆਂ ਨੇ ਵੀ ਕਿਹਾ ਕਿ ਆਪਣਾ ਜਿਵੇਂ ਵੀ ਨਿਆਸਰਿਆਂ ਦਾ ਆਸਰੇ ਵਾਲੀ ਗੱਲ, ਮਤਲਬ ਉਹਨੂੰ ਮਤਲਬ ਧਰਮ ਵਾਲੀ ਗੱਲ ਹੈ ਨਾ। ਤੇ ਇਸ ਤੋਂ ਬਾਅਦ ਉਹਨਾਂ ਨੇ ਹੋਰ ਧਰਮ ਦੀ ਕੋਈ ਵਿਰੋਧਤਾ ਕਿਸੇ ਕਿਸਮ ਦੀ ਨਹੀਂ ਕੀਤੀ, ਮਤਲਬ ਇੰਨਾ ਕਿਹਾ ਕਿ ਜਿਹੜਾ ਕਰਮ ਕਾਂਡਾਂ ਵਾਲੀ ਗੱਲ। ਹੁਣ ਜੇ ਆਪਾਂ ਸਿੱਖੀ ਵਾਲੀ ਗੱਲ ਕਰੀਏ, ਸਿੱਖੀ ਤਾਂ ਆਪ ਕਰਮ ਕਾਂਡਾਂ ਦੀ ਵਿਰੋਧਤਾ ਕਰਦੀ ਹੈ, ਤੇ ਉਹਦੇ ਚ ਤਾਂ ਕਰਮ ਕਾਂਡ, ਉਸ ਧਰਮ ਚ ਕਰਮ ਕਾਂਡ ਹੀ ਹੈ ਨਹੀਂ। ਇਸ ਕਰਕੇ ਇਹ ਤਾਂ ਇੱਕ ਦੂਜੇ ਦੇ ਆਪੋਜ਼ਿਟ ਜਾਂਦੇ ਹੀ ਨਹੀਂ ਦੋਨੋਂ ਫਿਲਾਸਫੀਆਂ।
ਇਹਦੇ ਵਿਰੁੱਧ ਜਾਂਦੀ ਆ ਧਰਮ ਕੋਈ ਜਾਂਦਾ, ਉਹ ਜਾਂਦਾ ਜਿਹਦੇ ਚ ਆਪਦੇ ਚ ਕਰਮ ਕਾਂਡ ਬਹੁਤ ਹੋਣ, ਫਿਰ ਉਹ ਕਹਿ ਸਕਦਾ ਕਿ ਜੀ ਤੁਸੀਂ ਕਰਮ ਕਾਂਡਾਂ ਦਾ ਵਿਰੋਧ ਕਰਤਾ ਤੇ ਇਹ ਸਾਡੇ ਵਿਰੋਧਤਾ ਚ। ਜਿਹੜੇ ਧਰਮ ਦੇ ਵਿੱਚ ਕਰਮ ਕਾਂਡ ਦੀ ਆਪਦੇ ਚ ਕੋਈ ਆਪਣੇ ਗੁਰੂਆਂ ਨੇ ਇਹਨੂੰ ਵਿਰੋਧਤਾ ਕੀਤੀ ਆ, ਉਹਦੇ ਨਾਲ ਕਿਵੇਂ ਆਪੋਜ਼ਿਟ ਜਾਂਦਾ, ਮੈਨੂੰ ਅਜੇ ਤੱਕ ਸਮਝ ਨਹੀਂ ਆ ਸਕਿਆ ਇਸ ਗੱਲ ਬਾਰੇ। ਇਹ ਜਗਸੀਰ ਸਿੰਘ, ਤੁਹਾਨੂੰ ਇੱਥੇ ਮੈਂ ਪੌਜ਼ ਦਊਂਗਾ ਮਾੜਾ ਜਿਹਾ ਗੱਲ ਤੇ। ਇਹ ਸਿੱਖੀ ਕਾਮਰੇਡਾਂ ਦੇ ਵੀ ਖਿਲਾਫ ਉਹ ਬੰਦੇ ਆ ਜਿਹੜੇ ਖੁਦ ਨਾ ਤਾਂ ਸਿੱਖੀ ਨੂੰ ਸਮਝੇ ਆ, ਜਿਹੜੇ ਜਾਂ ਦਮਦਮੀ ਟਕਸਾਲ ਹੋ ਗਿਆ, ਜਾਂ ਸਾਧ ਹੋ ਗਏ, ਨਾਨਕ ਸਰੀਏ ਸਾਧ ਹੋ ਗਏ, ਜਾਂ ਨਿਹੰਗ ਜਥੇਬੰਦੀਆਂ ਹੋ ਗਈਆਂ, ਜਿਹੜੇ ਆਪ ਸਿੱਖ ਸਭ ਤੋਂ ਵੱਧ ਕਰਮ ਕਾਂਡ ਕਰਦੇ ਆ, ਉਹੀ ਕਾਮਰੇਡਾਂ ਦੇ ਖਿਲਾਫ ਹੈ। ਕਿਉਂਕਿ ਸਭ ਤੋਂ ਪਹਿਲਾਂ ਉਹੀ ਧੜਾ ਇਹਨਾਂ ਦੇ ਖਿਲਾਫ ਖੜਿਆ ਸਿੱਖੀ ਵਿੱਚ, ਕਿਉਂਕਿ ਜਿਹੜੇ ਆਪ ਕਰਮ ਕਾਂਡ ਕਰਦੇ ਸੀ। ਸੋ ਉਸ ਲਈ ਵਿੱਚ ਉਹ ਵੀ ਸਿੱਖੀ ਚ ਉਹ ਸਿੱਖ ਨਹੀਂ ਸੀ। ਜਿਹੜਾ ਸਿੱਖ ਹੁੰਦਾ ਆ ਉਹ ਜਦੋਂ ਕਿਸੇ ਕਾਮਿਊਨਿਸਟ ਨੂੰ ਜਾਂ ਕਾਮਰੇਡ ਨੂੰ ਮਿਲਦਾ ਆ, ਜਾਂ ਕਾਮਿਊਨਿਸਟ ਵਿਚਾਰ ਦਾ ਬੰਦੇ ਨੂੰ ਮਿਲਦਾ, ਜਿੰਨੇ ਤੱਕ ਅਸੀਂ ਮਿਲੇ ਆ, ਸਾਨੂੰ ਉਹਦੇ ਵਿੱਚ ਕੋਈ ਇੱਦਾਂ ਦੀ ਗੱਲ ਹੀ ਨਹੀਂ ਨਜ਼ਰ ਆਈ। ਹੁਣ ਚਾਹੇ ਹੁਣ ਦੇ ਲੀਡਰ ਹੈ, ਚਾਹੇ ਮੈਂ ਪੁਰਾਣੀਆਂ ਵੀ ਗੱਲਾਂ ਕਰਾਂ, ਬਚਪਨ ਦੀਆਂ ਗੱਲਾਂ ਵੀ ਦੱਸਾਂ, ਜੇ ਕੋਈ ਬੰਦਾ ਮਿਲਿਆ ਛੋਟੀ ਉਮਰ 'ਚ ਵੀ ਸਾਨੂੰ ਵੀ ਕਹਿੰਦਾ ਮੈਂ ਕਾਮਰੇਡ ਆ, ਉਹਦੇ ਵਿੱਚ ਸਿੱਖੀ ਦੇ ਆਪੋਜ਼ਿਟ ਤਾਂ ਸਾਨੂੰ ਇੱਕ ਚੀਜ਼ ਵੀ ਨਹੀਂ ਮਿਲੀ। ਪਰ ਹਾਂ, ਇਹ ਜਿਹੜੇ ਬੰਦੇ ਜੋ ਕਰਮ ਕਾਂਡ ਕਰਦੇ, ਇਹ ਤਰੀਕਾ ਲਾ ਲਓ ਕਾਮਰੇਡਾਂ ਦੇ ਵਿੱਚ, ਜਿਹੜੇ ਕਾਮਰੇਡਾਂ ਨੇ ਅਸਲੀ ਸਿੱਖੀ ਨਹੀਂ ਪਤਾ ਸੀ, ਉਹਨਾਂ ਨੇ ਆਹ ਕਰਮ ਕਾਂਡ ਦੇਖ ਕੇ, ਜਾਂ ਟਕਸਾਲ ਵਾਲੇ ਜਾਂ ਨਿਹੰਗਾਂ ਵਾਲੇ ਜਾਂ ਇਹ ਸਾਰੇ ਕਰਮ ਕਾਂਡ ਦੇਖ ਕੇ ਉਹ ਕਹਿੰਦੇ ਯਾਰ ਸਿੱਖ ਅਸੀਂ ਸਾਡਾ ਇਹ ਧਰਮ ਹੀ ਨਹੀਂ ਆ। ਸੋ ਨਾ ਤਾਂ ਉਹਨਾਂ ਨੇ ਅਸਲੀ ਪੜ੍ਹਿਆ ਵੀ ਅਸਲੀ ਹੈ ਕੀ ਚੀਜ਼ ਆ, ਤੇ ਉਹਨਾਂ ਦਾ ਜਿਹੜੀ ਵਿਰੋਧਤਾ ਵੀ ਕੀਤੀ ਆ ਉਹ ਇਹਨਾਂ ਲੋਕਾਂ ਨੇ ਕੀਤੀ ਆ ਜਿਹੜੇ ਆਲਰੇਡੀ ਤੱਤ ਗੁਰਮਤਿ ਦੇ ਅਗੇਂਸਟ ਸੀ। ਬਿਲਕੁਲ ਸਾਡਾ ਟਾਈਮ ਵੀ ਹੋ ਗਿਆ। ਜਗਸੀਰ ਸਿੰਘ ਜੀ, ਮੈਂ ਐਂਡ 'ਚ ਇੱਕੋ ਗੱਲ ਕਰਕੇ ਖਤਮ ਕਰਦਾ ਵੀ ਗੁਰਬਾਣੀ ਮੁਤਾਬਕ ਤਾਂ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਇੱਕੋ ਹੀ ਧਰਮ ਆ। ਜੇ ਤੁਸੀਂ ਨਿਰਮਲ ਕਰਮ ਨਹੀਂ ਕਰ ਰਹੇ, ਤੁਸੀਂ ਉੱਪਰ ਦੀ ਕਿਰਪਾਨ ਪਾਈ ਹੋਈ ਆ, ਭਾਵੇਂ ਕਿੱਡਾ ਵੱਡਾ ਮਰਜ਼ੀ ਦਾੜਾ ਛੱਡਿਆ, ਕੰਮ ਤੁਸੀਂ ਡਰੱਗ ਦਾ ਕਰ ਰਹੇ ਆ। ਕਿੰਨੇ ਫੜੇ ਗਏ ਆ ਟਰੱਕਾਂ ਵਾਲੇ ਜਿਹੜੇ ਪੂਰੇ ਅੰਮ੍ਰਿਤਧਾਰੀ ਸੀਗੇ, ਤੇ ਟਰੱਕਾਂ 'ਚ ਉਹਨਾਂ ਦੇ ਫੀਮ ਜਾਂਦੀ ਜਾਂ ਕੁਛ ਜਾਂਦਾ, ਫੜਿਆ ਜਾਂਦਾ ਆ। ਤੇ ਗੁਰੂ ਸਾਹਿਬ ਤਾਂ ਕਹਿ ਰਹੇ ਨਿਰਮਲ ਕਰਮ ਕਰਨ ਵਾਲਾ ਬੰਦਾ ਜਿਹੜਾ ਆ ਉਹੀ ਧਰਮੀ ਆ, ਤੇ ਤੁਸੀਂ ਆਪਣੇ ਆਪ ਨੂੰ ਧਰਮੀ ਕਿਵੇਂ ਕਹਾ ਸਕਦੇ ਆ? ਸੋ ਇਹ ਸਾਰਾ ਪਖੰਡ ਆ। ਇਹ ਜਿਹੜੇ ਕਹਿੰਦੇ ਨਾ ਅਸੀਂ ਸਾਰੇ ਸੰਸਾਰ ਨੂੰ ਕਲੀਅਰ ਕਰ ਦਿਆਂਗੇ, ਇਹ ਆਪਣੇ ਆਪ ਨੂੰ ਧਰਮੀ ਕਹਾਉਂਦੇ ਆ, ਪਰ ਨਾ ਇਹਨਾਂ ਨੇ ਕਦੀ ਕਲੀਅਰ ਕੀਤਾ ਆ ਤੇ ਨਾ ਇਹਨਾਂ ਨੇ ਕਦੀ ਕਲੀਅਰ ਕਰ ਸਕਣਾ ਆ, ਕਿਉਂਕਿ ਇਹ ਖੁਦ ਕਲੀਅਰ ਨਹੀਂ ਹੈਗੇ। ਨਹੀਂ ਕੁਛ ਨਹੀਂ ਜੀ, ਕੁਛ ਕਲੀਅਰ ਨਹੀਂ ਕਰ ਸਕਦੇ। ਤੇ ਟਾਈਮ ਹੋ ਗਿਆ। ਹਾਂਜੀ ਤੇ ਮੈਂ ਵੈਸੇ ਗੱਲ ਥੋੜੀ ਜਿਹੀ ਹੋਰ ਕਰਨੀ ਚਾਹੁੰਦਾ ਸੀਗਾ, ਪਰ ਕੋਈ ਗੱਲ ਨਹੀਂ, ਸਾਡਾ 5 ਮਿੰਟ ਆਪਾਂ ਉੱਪਰ ਲੈ ਲੈਂਦੇ ਹਾਂ। 5 ਮਿੰਟ ਉੱਪਰ ਲੈ ਲੈਂਦੇ ਆਪਾਂ ਗਾਹ ਚ ਲੈਣਾ, ਪਰ ਤੁਸੀਂ ਕੰਪਲੀਟ ਕਰ ਲਓ, ਕੰਪਲੀਟ ਕਰੋ ਗੱਲ, ਕੋਈ ਨਹੀਂ। ਹਾਂਜੀ ਮੇਰਾ ਕਹਿਣ ਦਾ ਸੀ ਇਹ ਥੋੜਾ ਵੀ ਇਸ ਤੋਂ ਬਾਅਦ ਜਿਵੇਂ ਮਾਓ ਹੋਏ ਆ ਚਾਈਨਾ ਦੇ, ਉਹ ਵੀ ਵੱਡੇ ਲੀਡਰ ਕਮਿਊਨਿਸਟਾਂ ਦੇ ਹੋਏ ਆ, ਉਹਨਾਂ ਨੇ ਤਾਂ ਇਹਨੂੰ ਐਂ ਕਿਹਾ ਕਿ ਤੁਹਾਡੇ ਇਹ ਧਰਮ ਆ ਜਿਹੜਾ ਇੱਕ ਮਨੁੱਖੀ ਸੱਭਿਆਚਾਰ ਦਾ ਅੰਗ ਆ, ਤੇ ਇਹਨੂੰ ਛੱਡਿਆ ਨਹੀਂ ਜਾ ਸਕਦਾ। ਮਤਲਬ ਕਿ ਵੀ ਇਹ ਤਾਂ ਬੰਦੇ ਦੇ ਨਾਲ ਚੱਲਣਾ ਹੀ ਚੱਲਣਾ। ਆਪਣੇ ਵੀ ਹੁਣ ਦੇਖਦੇ ਕਲਚਰ ਦਾ ਆਪਣੇ ਦਾ ਇੱਕ ਮਤਲਬ ਹਰ ਦਾ ਹੁੰਦਾ ਹੀ ਹੈ ਹਿੱਸਾ। ਤੇ ਬਾਕੀ ਇਸ ਤੋਂ ਬਾਅਦ ਜਿਹੜੀ ਹੈਗੀ ਆ, ਜਿਹੜਾ ਸਿੱਖ ਰਾਜ ਜਿਵੇਂ ਆਇਆ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਆਇਆ, ਉਹਨਾਂ ਨੇ ਤਾਂ ਜਿਹੜੀ ਕਮਿਊਨਿਸਟਾਂ ਦੀ ਗੱਲ ਆ, ਜਿਵੇਂ ਕਮਿਊਨਿਸਟ ਗੱਲ ਕਰਦੇ ਆ ਕਲਾਸ ਸਟਰਗਲ ਦੀ, ਤੇ ਜਿਹੜੀ ਇਹ ਮਤਲਬ ਆਮ ਧਰਮ ਦੇ ਵਿੱਚ ਕਾਸਟ ਜਿਹੜੀ ਹੁਣ ਗੱਲ ਬਣਾਈ ਪਈ ਇਹਨਾਂ ਨੇ, ਉਹ ਹੈਗੀ ਸਾਰੀ ਕਾਸਟ ਤੇ ਵੀ, ਜਾਤਾਂ ਦੇ ਤੇ ਹੋਰ। ਤੇ ਆਪਣੇ ਧਰਮ ਦੇ ਵਿੱਚ ਇਸ ਦੀ ਵੀ ਵਿਰੋਧਤਾ ਕੀਤੀ, ਕਾਸਟ ਦੀ ਵੀ ਆਪਣੇ ਗੁਰੂਆਂ ਨੇ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਰਾਜ ਆਇਆ, ਉਹਨਾਂ ਨੇ ਕਲਾਸ ਸਟਰਗਲ ਤੇ ਆਉਣ ਸਾਰ ਜਿਵੇਂ ਜ਼ਮੀਨਾਂ ਖੋਹ ਕੇ ਜਗੀਰਦਾਰਾਂ ਤੋਂ ਤੇ ਆਮ ਲੋਕਾਂ 'ਚ ਵੰਡਣੀਆਂ, ਉਹ ਤਾਂ ਸਮਾਂ ਦੀ ਬਿਲਕੁਲ ਕਮਿਊਨਿਸਟਾਂ ਵਾਲਾ ਜਿਹੜਾ ਰਾਜ ਆ ਉਸ ਕਿਸਮ ਦੀ ਗੱਲ ਕਰਦੇ ਆ। ਇੱਕ ਗੱਲ ਹੋਰ ਚੇਤਾ ਆ ਗਈ ਜੀ, ਮੈਂ ਭੁੱਲਣਾ ਜਾਂ ਆਪਣਾ ਪ੍ਰੋਗਰਾਮ ਖਤਮ ਹੋਣ ਵਾਲਾ। ਆਪਾਂ ਜਦੋਂ ਸਿੱਖੀ ਦੀ ਗੱਲ ਕਰਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਦੀ ਆਪਾਂ ਸ਼ਬਦ ਵੀ ਕੀਤੇ ਆ 2-3, ਜਿਸ 'ਚ ਸਿੱਖ ਦੀ ਡੈਫੀਨੇਸ਼ਨ ਦਿੱਤੀ ਆ। ਤੇ ਅੱਜ ਦੀ ਤਰੀਕ ਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਵੀ ਇਹ ਸਹਿਜਧਾਰੀ ਸਿੱਖ ਆ, ਇਹ ਸੈਣੀ ਸਿੱਖ ਆ, ਇਹ ਜੱਟ ਸਿੱਖ ਆ, ਇਹ ਚਮਾਰ ਸਿੱਖ ਆ, ਇਹ ਰਾਮਗੜੀਆ ਸਿੱਖ ਆ, ਜਾਂ ਕੋਈ ਇਹ ਭਾਪਾ ਸਿੱਖ ਆ, ਜਾਂ ਕੋਈ ਹੋਰ ਆਪਾਂ ਉਹਦੇ ਨਾਲ ਤਖੱਲੁਸ ਲਾਉਂਦੇ ਆ, ਕੀ ਉਹ ਸਿੱਖ ਹੋ ਸਕਦਾ ਹੈ ਜਦੋਂ ਆਪਾਂ ਉਹਦੇ ਨਾਲ ਕੋਈ ਤਖੱਲੁਸ ਲਾਤਾ ਸਹਿਜਧਾਰੀ ਤੋਂ? ਹੁਣ ਮੈਨੂੰ ਮੈਂ ਜਿਹੜਾ ਸਵਾਲ ਸੰਗਤ ਨੂੰ ਕਰਨ ਲੱਗਾ ਸੀ, ਤੁਸੀਂ ਅੱਜ ਤੱਕ ਇਹ ਸੁਣਿਆ ਆ ਵੀ ਇਹ ਚਮਾਰ ਕਾਮਰੇਡ ਆ, ਜਾਂ ਇਹ ਜੱਟ ਕਾਮਰੇਡ ਆ, ਜਾਂ ਇਹ ਸੈਣੀ ਕਾਮਰੇਡ ਆ, ਜਾਂ ਇਹ ਕੰਬੋਜ ਕਾਮਰੇਡ ਆ, ਜਾਂ ਰਾਮਗੜੀਆ ਕਾਮਰੇਡ ਆ? ਨਹੀਂ ਸੁਣਿਆ। ਫਿਰ ਸਿੱਖੀ ਮੈਂ ਇਹੀ ਗੱਲ ਕਹਿੰਦਾ ਸੀ, ਉਹਨਾਂ ਦੇ ਤਾਂ ਜ਼ਿਆਦਾ ਸਿਧਾਂਤਾਂ ਤੇ
ਕਾਮਰੇਡ ਚੱਲ ਰਹੇ ਆ, ਜੋ ਗੁਰੂਆਂ ਨੇ ਸਿਧਾਂਤ ਆਪਾਂ ਨੂੰ ਦਿੱਤੇ ਆ ਉਹਦੇ ਤੇ ਜ਼ਿਆਦਾ ਕਾਮਰੇਡ ਚੱਲ ਰਹੇ ਆ। ਸਮਾਂ ਦੀ ਜਿਹੜੇ ਉਹਨੂੰ ਕਹਿ ਰਹੇ ਕਿ ਅਸੀਂ ਜ਼ਿਆਦਾ ਸਿੱਖੀ ਦੇ ਹੈਗੇ ਆ ਪੈਰੋਕਾਰ, ਉਹ ਤਾਂ ਉਹਨੂੰ ਉਹਦੇ ਵਿਰੁੱਧ ਚੱਲ ਰਹੇ ਆ। ਪਤਾ ਨਹੀਂ ਕਿਵੇਂ ਆਪਦੇ ਆਪ ਨੂੰ ਉਹ ਜ਼ਿਆਦਾ ਉਹਦੇ ਪਹਿਰੇਦਾਰ ਦੱਸ ਰਹੇ ਆ। ਮਤਲਬ ਕਲਾਸ ਸਟਰਗਲ ਤੇ ਵਰਕ ਕਰਦੇ ਆ। ਕਲਾਸ ਸਟਰਗਲ ਤੇ ਆਪਣੇ ਗੁਰੂਆਂ ਨੇ ਲੜਾਈ ਦਿੱਤੀ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਿੱਤੀ ਹੈ। ਤੇ ਇਹ ਸਾਰੀ ਗੇਮ ਖੇਡਦੇ ਕਾਸਟ ਤੇ ਕਾਸਟ ਦਾ ਆਪਣੇ ਗੁਰੂਆਂ ਨੇ ਵੀ ਵਿਰੋਧ ਕੀਤਾ। ਇਹ ਤਾਂ ਗਿੱਲ ਸਾਹਿਬ ਜੀ ਅੱਜ ਵਾਲੇ ਹੁੰਦੇ ਨਾ, ਇਹਨਾਂ ਨੇ ਬਾਬਾ ਬੰਦਾ ਬਹਾਦਰ ਨੂੰ ਕਹਿਣਾ ਤੂੰ ਸ਼ਿਗਲੀਗਰ ਕਿੱਥੋਂ ਆ ਗਿਆ ਸਾਡੇ ਤੇ ਰਾਜ ਕਰਨ ਵਾਸਤੇ, ਤੈਨੂੰ ਤਾਂ ਅਸੀਂ ਸਿੱਖ ਹੀ ਨਹੀਂ ਮੰਨਦੇ, ਤੂੰ ਸ਼ਿਗਲੀਗਰ ਬੰਦਾ, ਚੱਲ ਉੱਥੇ ਵਾਪਸ। ਇਹਨਾਂ ਨੇ ਉਹਨੂੰ ਨਹੀਂ ਮੰਨਣਾ, ਇਹ ਕਹਿਣਾ ਤੂੰ ਛੋਟੀ ਜਾਤ ਦਾ ਭਾਈ ਮਨੀ ਸਿੰਘ, ਤੂੰ ਕੌਣ ਹੁੰਦਾ, ਤੂੰ ਛੋਟੀ ਜਾਤ ਦੇ, ਅਸੀਂ ਨਹੀਂ ਮੰਨਦੇ ਤੁਹਾਨੂੰ। ਬਿਲਕੁਲ ਜੀ, ਬਿਲਕੁਲ। ਧੰਨਵਾਦ ਗਿੱਲ ਸਾਹਿਬ। ਤੇ ਠੀਕ ਹੈ ਜੀ, ਥੈਂਕ ਯੂ ਸੋ ਮਚ। ਹਾਂਜੀ ਹਾਂਜੀ। ਆਖਰੀ ਦੇ ਵਿੱਚ ਭਾਜੀ ਆਪਾਂ ਗੱਲ ਕਰਦੇ ਸੀ, ਇੱਕ ਤਾਂ ਆਪਾਂ ਟਾਈਮ ਦੱਸੀਏ ਵੀ ਸਾਡਾ ਟਾਈਮ ਜਿਹੜਾ ਆ ਉਹ ਸੇਮ ਰਹਿਣਾ, ਕੈਲੀਫੋਰਨੀਆ ਦੇ 8 ਵਜੇ ਤੇ ਦੇਸ਼ ਪੰਜਾਬ ਦੇ ਹਿਸਾਬ ਨਾਲ 9:30 ਵਜੇ ਰਾਤ ਨੂੰ ਪ੍ਰੋਗਰਾਮ ਹੋਇਆ ਕਰੂਗਾ, ਕਿਉਂਕਿ ਸਾਡਾ ਟਾਈਮ ਜਿਹੜਾ ਅਸੀਂ ਸੇਮ ਰੱਖਣਾ ਚਾਹੁੰਦੇ 8 ਵਜੇ, ਵੀ 8 ਵਜੇ ਦੇ ਹਿਸਾਬ ਨਾਲ ਹੀ ਪ੍ਰੋਗਰਾਮ ਚੱਲਿਆ ਕਰੂਗਾ। ਜੇ ਅਸੀਂ ਇੱਥੇ ਘੰਟਾ ਅਰਲੀ ਕਰਦੇ ਜਾਂ ਅੱਧਾ ਘੰਟਾ ਵੀ ਅਰਲੀ ਕਰਦੇ ਹਾਂ ਤਾਂ 2 ਅਰਲੀ ਹੋ ਜਾਂਦਾ। ਜਿਹੜੇ ਸਰੋਤੇ ਸਾਨੂੰ ਵੈਨਕੂਵਰ ਜਾਂ ਜਿਹੜੇ ਕੈਲੀਫੋਰਨੀਆ 'ਚ ਸੁਣਦੇ ਆ, ਟੀਵੀਆਂ 'ਤੇ ਦੇਖਦੇ ਆ, ਉਹਨਾਂ ਵਾਸਤੇ 2 ਅਰਲੀ ਹੋ ਜਾਂਦਾ 7:30 ਇਨ ਦਾ ਮਾਰਨਿੰਗ। ਸੋ ਸਾਡਾ ਜਿਹੜਾ ਉਹ ਸੇਮ ਟਾਈਮ ਰਹੂਗਾ 8 ਵਜੇ, ਤੇ ਰਾਤ ਨੂੰ ਦੇਸ਼ ਪੰਜਾਬ ਦੇ ਹਿਸਾਬ ਨਾਲ ਜਿਹੜੇ ਅਗਲੇ 6 ਮਹੀਨੇ ਜਦ ਤੱਕ ਟਾਈਮ ਨਹੀਂ ਚੇਂਜ ਹੁੰਦਾ ਉਹ 9:30 ਵਜੇ ਜਿਹੜਾ ਆ ਟਾਈਮ ਰਹੂਗਾ। ਦੂਜੀ ਗੱਲ ਆਪਾਂ ਅੱਜ ਕੀਤੀ ਆ ਸਿੱਖ ਬਾਰੇ, ਬਹੁਤ ਵਧੀਆ ਨਿਸ਼ਾਨ ਸਿੰਘ ਢਿੱਲੋਂ ਭਾਜੀ ਉਹਨਾਂ ਨੇ ਕਮੈਂਟ ਕੀਤਾ ਸੀ, ਸਿੱਖ ਕਦੀ ਲਾਲਚੀ ਨਹੀਂ ਹੁੰਦਾ, ਜੇ ਲਾਲਚੀ ਆ ਤਾਂ ਫਿਰ ਉਹ ਸਿੱਖ ਨਹੀਂ ਆ, ਠੀਕ ਹੈ ਨਾ। ਸੋ ਜਦੋਂ ਆਪਾਂ ਬਾਰ-ਬਾਰ ਫਿਰ ਉਸ ਤੇ ਫੋਕਸ ਆਉਂਦੇ ਗੁਰਬਾਣੀ ਤੇ, ਜਿਹੜੇ ਸਾਡੇ ਸਿੱਖ ਆ ਜਾਂ ਪੰਜਾਬੀ ਆ, ਜਿਹੜੇ ਲਾਲਚ ਛੱਡ ਕੇ ਜਿਹੜੇ ਆਪਣਾ ਕਰਦੇ ਆ ਸਮਾਜ ਵਾਸਤੇ ਵੀ ਕੋਈ ਭਲਾ ਕਰਦੇ ਆ, ਉਹ ਹਮੇਸ਼ਾ ਉਹੀ ਸਿੱਖ ਆ। ਜਿਹਦੇ ਵਿੱਚ ਲਾਲਚ ਹੈ ਫਿਰ ਤਾਂ ਉਹ ਸਿੱਖ ਹੀ ਨਹੀਂ। ਜੇ ਉਹ ਆਪਣੇ ਲਾਲਚ ਵਾਸਤਾ ਫਿਰ ਉਹ ਕਿਸੇ ਦਾ ਵੀ ਨੁਕਸਾਨ ਕਰ ਸਕਦਾ, ਜਿਹਨੂੰ ਸਿਰਫ ਆਪਣਾ ਹੀ ਲਾਲਚ ਆ, ਨਿੱਜ ਦਾ ਹੀ ਲਾਲਚ ਆ। ਸੋ ਜਦੋਂ ਤੁਸੀਂ ਨਿੱਜ ਛੱਡ ਕੇ ਕਿਸੇ ਲਈ ਲੜਦੇ ਆ ਉਦੋਂ ਹੀ ਤੁਸੀਂ ਸਿੱਖ ਆ। ਜੇ ਤੁਸੀਂ ਸਮਾਜ ਲਈ ਕੁਛ ਕਰਦੇ ਆ ਉਦੋਂ ਹੀ ਤੁਸੀਂ ਸਿੱਖ ਆ। ਅੱਜ ਸਾਨੂੰ ਜਿਹੜੇ ਦਰਸ਼ਕ ਲਾਈਵ ਦੇਖ ਰਹੇ ਆ ਉਹ ਹੈਗੇ ਵੜੈਚ ਬਲਦੇਵ ਸਿੰਘ ਜੀ, ਦਰਸ਼ਨ ਸਿੰਘ ਜੀ, ਨਿਸ਼ਾਨ ਸਿੰਘ ਢਿੱਲੋਂ, ਹਰਿੰਦਰ ਕੌਰ ਭੈਣ ਜੀ, ਬਿੰਦਰ ਕੇ ਸੰਧੂ ਭੈਣ ਜੀ, ਮਨਪ੍ਰੀਤ ਸਿੰਘ ਖੇਮਿਆਣਾ, ਹਰਭਜਨ ਸਿੰਘ ਦੇਵ, ਜਿਹੜੇ ਹਮੇਸ਼ਾ ਧੰਨਵਾਦੀ ਆ ਇਹਨਾਂ ਬਜ਼ੁਰਗਾਂ ਦਾ, ਜਿਹੜੇ ਸਾਡੇ ਜ਼ਰੂਰ ਸ਼ਬਦੀ ਨਾਲ ਹੀ ਸ਼ਬਦ ਪਾ ਦਿੰਦੇ ਆ, ਪਾਲ ਬਰਾੜ, ਪਰਮਜੀਤ ਬਾਤ, ਪ੍ਰੀਤ ਮਹਿੰਦਰ ਸਿੰਘ, ਵਿਜੇ ਕੁਮਾਰ, ਹਰਜਿੰਦਰ ਸਿੰਘ ਡਲੇਨੋ ਵਾਲੇ ਵੀਰ, ਸੋ ਹੋਰ ਵੀ ਬਹੁਤ ਸਾਰੇ ਜਿਹੜੇ, ਭੁਪਿੰਦਰ ਸਿੰਘ ਜੋਹਲ। ਸੋ ਇਹ ਸਾਰੇ ਜਿਹੜੇ ਭਰਾ ਸਾਨੂੰ ਸੁਣਦੇ ਆ, ਪ੍ਰੋਗਰਾਮ ਗਾਂਹ ਸ਼ੇਅਰ ਕਰਦੇ ਆ, ਇਹਨਾਂ ਸਾਰਿਆਂ ਦਾ ਧੰਨਵਾਦ। ਬਹੁਤ ਸਾਰੇ ਵੀਰ ਫੇਸਬੁੱਕ ਤੇ ਸੁਣਦੇ ਆ, ਦੇਖਦੇ ਪਰ ਕਮੈਂਟ ਨਹੀਂ ਕਰਦੇ, ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਉਹ ਅੱਗੇ ਸ਼ੇਅਰ ਕਰਦੇ ਸਾਡਾ ਪ੍ਰੋਗਰਾਮ। ਸੋ ਕੋਸ਼ਿਸ਼ ਕਰੀਏ ਚੰਗੇ ਇਨਸਾਨ ਬਣੀਏ। ਚੰਗੇ ਇਨਸਾਨ ਬਣਨ ਵਾਸਤੇ ਗੁਰਬਾਣੀ ਆਪ ਪੜ੍ਹਨੀ ਪੈਣੀ ਆ, ਪੜ੍ਹ ਕੇ ਆਪ ਸਮਝ ਕੇ ਆਪਣੇ ਜੀਵਨ 'ਚ ਲਾਗੂ ਕਰਨੀ ਪੈਣੀ ਆ। ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਕੋਈ ਕਾਮਰੇਡ ਕਵੇ, ਤੁਹਾਨੂੰ ਕੋਈ ਨਾਸਤਿਕ ਕਵੇ, ਤੁਹਾਨੂੰ ਕੋ ਮਰਜ਼ੀ ਕਵੇ, ਪਰ ਤੁਹਾਨੂੰ ਅੰਦਰੋਂ ਪਤਾ ਆ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ 'ਤੇ ਚੱਲ ਰਿਹਾ। ਜਦੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ 'ਤੇ ਚੱਲ ਰਹੇ ਆ, ਤੁਹਾਨੂੰ ਜਿੱਦਾਂ ਆਪਾਂ ਕਹਿੰਦੇ, ਸਿਆਣੇ ਕਹਿੰਦੇ ਹੁੰਦੇ ਆ ਵੀ ਲੰਡੀ ਪੁੱਚੀ ਦੀ ਪਰਵਾਹ ਕਰਨ ਦੀ ਲੋੜ ਨਹੀਂ ਆ। ਇਹਨਾਂ ਅਖੌਤੀ ਜਥੇਦਾਰਾਂ ਦੀ ਜਾਂ ਅਖੌਤੀ ਆਪਣੇ ਆਪ ਨੂੰ ਸਿੱਖ ਜਿਹੜੇ ਕਹਿੰਦੇ ਸੀ ਲਵ ਕੁਸ਼ ਦੀ ਲਾਦੇ ਆ, ਤੇ ਸਾਡੇ 10ਵੇਂ ਪਾਤਸ਼ਾਹ ਨੇ ਹੇਮਕੁੰਡ ਜਾ ਕੇ ਪਿਛਲੇ ਜਨਮ 'ਚ ਭਗਤੀ ਕੀਤੀ ਆ ਤੇ ਕੰਨ ਦੀ ਮੈਲ 'ਚੋਂ ਪੈਦਾ ਹੋਇਆ ਆ। ਇੱਦਾਂ ਦੀਆਂ ਗੱਲਾਂ ਜਿਹੜੇ ਮੰਨਦੇ ਆ ਉਹ ਪਹਿਲੀ ਗੱਲ ਤਾਂ ਸਿੱਖ ਹੀ ਨਹੀਂ ਆ, ਕਿਉਂਕਿ ਉਹਨਾਂ ਦਾ ਸਿੱਖੀ ਦੇ ਨਾਲ ਦੇਰ ਤੱਕ ਕੋਈ, ਦੂਰ ਤੱਕ ਕੋਈ ਵਾਸਤਾ ਨਹੀਂ ਆ। ਕਿਉਂਕਿ ਬਾਣੀ ਇਸ ਜਨਮ ਦੀ, ਇਸ ਜਗ੍ਹਾ ਦੀ, ਇਸ ਜਨਮ 'ਚ ਪ੍ਰੈਜ਼ੈਂਟ ਤੁਸੀਂ ਕੀ ਕਰ ਰਹੇ ਆ ਉਹ 'ਤੇ ਨਿਰਭਰ ਕਰਦੀ ਆ। ਨਾ ਕੋਈ ਮਰ ਕੇ ਆ ਕੇ ਕਿਸੇ ਨੇ ਦੱਸਿਆ ਆ। ਹਾਂ, ਫੇਕ ਸਟੋਰੀ ਬਹੁਤ ਵਾਰਾ ਹੁੰਦੀ ਆ ਜੀ। ਜਿਹੜੇ ਮਾਨਸਿਕ ਰੋਗੀ ਹੁੰਦੇ, ਮੈਂ ਮਰ ਗਿਆ ਜੀ, ਇੱਕ ਪਿੱਛੇ ਜੇ ਕਿਸੇ ਦਾ ਟਿਕਟੋਕ ਅਕਾਊਂਟ ਨਹੀਂ ਚੱਲਦਾ ਹੋਣਾ ਵਿਚਾਰੇ ਦਾ, ਉਹਨੇ ਇੱਕ ਇੱਦਾਂ ਦੀ ਪੋਸਟ ਬਣਾ ਕੇ ਪਾਤੀ ਜੀ ਕਿ ਆਹ ਬਾਬਾ ਜਿਹੜਾ ਇਹ ਮਰ ਗਿਆ ਸੀ, ਇਹ ਫਿਰ ਵਾਪਸ ਆਇਆ। ਉਹ ਕਿੰਨੀ ਫਨੀ ਲੱਗਦੀ ਆ, ਕਾਮੇਡੀ ਲੱਗਦੀ ਆ, ਤੁਸੀਂ ਸੁਣਦੇ ਉਹਦੀਆਂ ਗੱਲਾਂ ਵੀ ਯਾਰ ਇਹ ਮਾਨਸਿਕ ਰੋਗੀ ਆ ਬੰਦਾ। ਤੇ ਆਪਾਂ ਨੂੰ ਵੀ ਪਤਾ ਆ ਰੱਬ ਜਿਹੜਾ ਅਸੀਂ ਹਮੇਸ਼ਾ ਕਹਿੰਦੇ
ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਅਨੁਸਾਰ ਤੁਹਾਡੇ ਅੰਦਰ ਆ, ਅੰਦਰੋਂ ਹੀ ਪ੍ਰਗਟ ਹੋਣਾ। ਚਾਹੇ ਕੋਈ ਵੀ ਸਾਡਾ ਭੈਣ ਭਰਾ ਆ, ਜਦੋਂ ਅੰਦਰ ਬਾਣੀ ਦੇ ਗੁਣ ਹੋਣਗੇ, ਪ੍ਰਗਟ ਹੋਣਗੇ, ਸਮਾਜ ਲਈ ਕੋਈ ਭਲਾ ਕੰਮ ਕਰੂਗਾ, ਕਿਸੇ ਗਰੀਬ ਦੀ ਆਵਾਜ਼ ਬੁਲੰਦ ਕਰੂਗਾ, ਕਿਸੇ ਦੀ ਰੋਟੀ ਦਾ ਪ੍ਰਬੰਧ ਕਰੂਗਾ, ਕਿਸੇ ਨੂੰ ਬਿਜ਼ਨਸ ਦੇ ਰਾਹ ਤੇ ਪਾਊਗਾ। ਸੋ ਇਹ ਗੁਰਬਾਣੀ ਦਾ ਸਿਧਾਂਤ ਹੈ, ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ। ਉਹ ਭਾਈ ਲਾਲੋ ਤੇ ਜਦੋਂ ਜ਼ੁਲਮ ਹੋਊਗਾ ਉਹ ਜਾ ਕੇ ਨਾਲ ਖੜੂਗਾ ਮਲਕ ਭਾਗੋ ਦੇ ਅਗੇਂਸਟ। ਇਹ ਜਿਹੜੇ ਕੰਮ ਆ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖੀ ਦੇ ਸਿਧਾਂਤ ਆ। ਸੋ ਅਸੀਂ ਕਹਿੰਦੇ ਸੱਚੇ ਪਾਤਸ਼ਾਹ ਹਰ ਇੱਕ ਨੂੰ ਸਮੱਤ ਦੇਵੇ। ਸਮੱਤ ਮਤਲਬ ਦੇਣ ਦਾ ਮਤਲਬ ਹੈ ਗੁਰੂ ਪਾਤਸ਼ਾਹ ਮਿਹਰ ਕਰੇ। ਜਿਹੜਾ ਗੁਰ ਆ, ਗੁਰੂ ਆਪਣਾ ਜਿਹੜਾ ਗੁਰ ਦੇ ਗਿਆ, ਸਾਨੂੰ ਟੈਕਨੀਕ ਦੇ ਗਿਆ ਜ਼ਿੰਦਗੀ ਜਿਉਣ ਦੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹੀਏ। ਜਿੱਦਾਂ ਅਸੀਂ ਇੱਕ ਸ਼ਬਦ ਡਿਸਕਸ ਕਰਦੇ ਹਾਂ, ਜੇ ਸਾਰੇ ਭੈਣ ਭਰਾ ਸੋਚਣ ਵੀ ਰੋਜ਼ ਅਸੀਂ ਇੱਕ ਸ਼ਬਦ ਪੜ੍ਹਨਾ ਜ਼ਿੰਦਗੀ 'ਚ ਗੁਰੂ ਨਾਨਕ ਪਾਤਸ਼ਾਹ ਦਾ, ਜਾਂ ਇੱਕ ਜਾਂ ਦੋ ਸ਼ਬਦ ਪੜ੍ਹ ਕੇ ਆਪਣੇ ਅੱਜ ਕੱਲ੍ਹ ਈਜ਼ੀ ਆ ਫੋਨ 'ਤੇ ਪੜ੍ਹ ਸਕਦੇ ਹਾਂ, ਉਹ ਸਮਝਣਾ ਅਤੇ ਜੀਵਨ 'ਚ ਲਾਗੂ ਕਰਨਾ। ਅਤੇ ਆਹ ਜਿਹੜਾ ਰੌਲਾ ਆ, ਘਚੋਲਾ ਆ, ਇਹ ਕਾਫੀ ਖਤਮ ਹੋ ਜੂ। ਲਾਲਚ ਵਾਲਾ ਕੰਮ ਹੈ, ਛੇਤੀ ਛੇਤੀ ਅਮੀਰ ਹੋਣ ਵਾਲਾ ਕੰਮ ਆ। ਕੋਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੇ ਤੂੰ ਅਮੀਰ ਵੀ ਬਣਨਾ ਆ, ਜੇ ਤੂੰ ਉੱਦਮ ਕਰੇਗਾ, ਕਿਰਤ ਕਰੇਗਾ, ਤਾਂ ਆਟੋਮੈਟਿਕ ਹੀ ਕੰਮ ਕਰਕੇ ਤੂੰ ਹੌਲੀ 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 ਤਾਂ ਚੜ੍ਹ ਜਾਏਗਾ। ਜਿਹੜੇ ਸ਼ਾਰਟਕਟ ਕਰਕੇ ਜਾਂਦੇ ਆ, ਆਪਾਂ ਨੂੰ ਪਤਾ ਵੀ ਕਿੱਦਾਂ ਜੇਲ੍ਹਾਂ ਜਾਂਦੇ ਆ, ਡਰੱਗ 'ਚ ਜੋ ਰੌਲਾ ਪੈਂਦਾ ਆ, ਉਹ ਸਾਰਾ ਆਪਣੇ ਸਾਰਿਆਂ ਦੇ ਸਾਹਮਣੇ ਆ। ਹਰਜਿੰਦਰ ਸਿੰਘ ਹੁਣੀ ਦੇਖ ਰਿਹਾ, ਕਹਿੰਦੇ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ, ਧੰਨਵਾਦ। ਇਹ ਸਾਡਾ ਪ੍ਰੋਗਰਾਮ ਨਹੀਂ ਜੀ, ਇਹ ਸਾਡੇ ਸਰੋਤੇ ਦਰਸ਼ਕਾਂ ਦਾ ਪ੍ਰੋਗਰਾਮ ਹੈ, ਜਿਹੜੇ ਸਾਡੀ ਰੀੜ੍ਹ ਦੀ ਹੱਡੀ ਆ, ਜਿਹੜੇ ਸਾਡੇ ਭਰਾ ਬੈਕਗਰਾਊਂਡ 'ਤੇ ਸਾਨੂੰ ਸਲਾਹਾਂ ਦਿੰਦੇ ਆ ਜਾਂ ਸਾਨੂੰ ਦੱਸਦੇ ਆ ਤੁਸੀਂ ਇਸ ਟੌਪਿਕ 'ਤੇ ਲੈ ਕੇ ਆਓ, ਇੱਥੇ ਗੱਲ ਕਰੋ। ਇਹ ਉਹਨਾਂ ਦਾ ਪ੍ਰੋਗਰਾਮ ਆ। ਇਹ ਪ੍ਰੋਗਰਾਮ ਸਾਰੀ ਸੰਗਤ ਦਾ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ 'ਤੇ ਚਾਹੇ 1% ਹੀ ਤੁਰ ਸਕੀਏ। ਇਹੀ ਸਾਡੀ ਚਾਹ ਆ। ਆਖਰੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਐਂਡ 'ਚ ਮੈਂ ਇਹੀ ਕਹਿਣਾ ਚਾਹੁੰਦਾ, ਵਿੱਚ ਵਿਚਾਲੇ ਅੱਜ 2 ਮਿੰਟ ਲਈ ਮੇਰਾ ਖਿਆਲ ਸਟਰੀਮ ਦੀ ਕੋਈ ਪ੍ਰੋਬਲਮ ਆ ਗਈ ਸੀ, ਕੋਈ ਟੈਕਨੀਕਲ ਪ੍ਰੋਬਲਮ, ਸਟਰੀਮ ਨਹੀਂ ਸੀ ਚੱਲੀ। ਹੁਣ ਕਾਲਾਂ ਨਹੀਂ ਲੈ ਸਕਦੇ, ਸੌਰੀ, ਪ੍ਰੋਗਰਾਮ ਅੱਗੇ ਉੱਪਰ ਚੱਲ ਰਿਹਾ। ਅਤੇ ਮੈਂ ਪ੍ਰੋਗਰਾਮ ਸਾਰਾ ਦੁਬਾਰਾ YouTube 'ਤੇ ਪਾ ਦੂੰਗਾ, ਪੂਰੀ ਰਿਕਾਰਡਿੰਗ। ਸੋ ਜਿਨ੍ਹਾਂ ਨੇ, ਕਿਉਂਕਿ ਉਦੋਂ ਵੀਰ ਮੋਲਕ ਸਿੰਘ ਨੇ ਬਹੁਤ ਜ਼ਰੂਰੀ ਗੱਲਾਂ ਕੀਤੀਆਂ ਸੀ 2 ਮਿੰਟ ਜਦੋਂ ਸਟਰੀਮ ਮੇਰਾ ਖਿਆਲ ਕੱਟੀ ਗਈ, ਅਤੇ ਉਹ ਜਿਨ੍ਹਾਂ ਨੇ ਦੇਖਣਾ ਆ ਉਹ ਸਾਡੇ YouTube ਦੇ ਪੇਜ SDBM TV ਦੇ ਉੱਤੇ ਜਾ ਕੇ ਪੂਰੀ ਦੀ ਪੂਰੀ ਪ੍ਰੋਗਰਾਮ ਦੁਬਾਰਾ ਦੇਖ ਸਕਦੇ ਆ, ਕਿਉਂਕਿ ਨਾਲ ਨਾਲ ਰਿਕਾਰਡਿੰਗ ਹੁੰਦੀ ਹੈ ਪ੍ਰੋਗਰਾਮ ਦੀ, ਅਤੇ ਉਹ ਪੂਰੀ ਰਿਕਾਰਡਿੰਗ ਮੈਂ ਪਾ ਦੂੰਗਾ। ਇਹ ਟੈਕਨੀਕਲ ਪ੍ਰੋਬਲਮ ਸੀਗੀ, ਕੋਈ ਇੰਟਰਨੈਟ 'ਚ ਜਾਂ ਕਿਸ ਤਰ੍ਹਾਂ ਹੀ ਇਹ ਨਹੀਂ ਪਤਾ, ਪਰ ਕੁਛ ਮਿੰਟ ਲਈ ਕੱਟੀ ਗਈ ਸੀ, ਫਿਰ ਦੁਬਾਰਾ ਚੱਲ ਪਈ ਸੀ। ਸੋ ਹੁਣ ਮੈਂ ਦੇਖੂੰਗਾ ਕਿ YouTube 'ਤੇ 2 ਅਲੱਗ-ਅਲੱਗ ਹੋ ਗਏ ਆ, ਬਣ ਗਏ ਆ, ਜਾਂ ਇੱਕੋ ਦੇ ਵਿੱਚ ਹੀ ਹੈ ਸਾਰਾ ਪ੍ਰੋਗਰਾਮ। ਫੇਸਬੁੱਕ 'ਤੇ ਤਾਂ ਉਹੀ ਸਟਰੀਮ ਚੱਲਦੀ ਰਹੀ ਦੁਬਾਰਾ। ਸੋ ਅਗਲੇ ਹਫ਼ਤੇ ਫਿਰ ਮਿਲਾਂਗੇ, ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਆਵਾਂਗੇ। ਸੈਚਰਡੇ ਅਤੇ ਸੰਡੇ ਫਿਰ ਆਪਾਂ ਇੱਦਾਂ ਕਿਸੇ ਟੌਪਿਕ ਦੇ ਉੱਪਰ ਗੱਲ ਕਰਾਂਗੇ, ਕਿਉਂਕਿ ਇਸ ਤਰ੍ਹਾਂ ਖੁੱਲ੍ਹ ਕੇ ਗੱਲ ਹੋ ਜਾਂਦੀ ਆ ਅਤੇ ਸਾਰੇ ਸੱਜਣਾਂ ਨੂੰ ਵੀ ਮੌਕਾ ਮਿਲ ਜਾਂਦਾ ਕਿ ਕਾਲ ਕਰਕੇ ਆਪਣੀ ਗੱਲ ਰੱਖ ਸਕਣ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।